ਜਦੋਂ ਸਾਨੂੰ ਮਾਰਜਨ ਸਰਕਾਰਾਂ ਘੱਟ ਦਿੰਦੀਆਂ ਤਾਂ ਅਸੀਂ ਧਰਨੇ ਪ੍ਰਦਰਸ਼ਨ ਵੀ ਕਰ ਲੈਂਦੇ ਹਾਂ। ਹਾਂ ਬਿਲਕੁਲ ਕਰਦੇ। ਤੇ ਜਦੋਂ 5 ਰੁਪਏ ਵਾਲੀ ਚੀਜ਼ ਸਾਨੂੰ 250 ਚ ਵੇਚਣੀ ਪੈ ਰਹੀ ਹੈ, ਫਿਰ ਨੈਤਿਕਤਾ ਦੇ ਆਧਾਰ ਤੇ ਅਸੀਂ ਮੈਡੀਕਲ ਸਟੋਰਾਂ ਵਾਲੇ ਕਿਉਂ ਚੁੱਪ ਹੈ ਜੀ? ਨੈਤਿਕਤਾ ਕਿੱਥੇ ਹੈ? ਨੈਤਿਕਤਾ ਫਿਰ ਉੱਪਰੋਂ ਸਟਾਰਟ ਹੋਣੀ ਹੈ ਨਾ ਜੀ। ਜਿੰਨੇ ਉਸ ਸਿਸਟਮ ਨੂੰ ਬਣਾਇਆ, ਨੈਤਿਕਤਾ ਜੇ ਹੁਣ ਪਿਓ ਹੈਗਾ ਜੀ, ਜੋ ਆਪ ਹੀ ਸਾਰੇ ਪੁੱਠੇ ਕੰਮ ਕਰਦਾ ਤੇ ਬੱਚੇ ਨੇ ਤਾਂ ਆਪੇ ਕਰਨ ਲੱਗ ਜਾਣੇ। ਹੁਣ ਬੱਚਾ ਕੋਈ ਸਿਆਣਾ ਨਿਕਲਿਆ ਵੇ, ਮੋਦੀ ਖਾਨੇ ਵਾਲਾ ਸਿਆਣਾ ਬੰਦਾ ਨਿਕਲਿਆ, ਮੈਨੂੰ ਤਾਂ ਉਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੈ। ਜਿਹੜੇ ਉੱਥੇ ਮੋਦੀ ਖਾਨੇ ਦੀ ਗੱਲ ਹੋ ਰਹੀ ਹੈ, ਮੈਂ ਤਾਂ ਚਾਹਾਂਗਾ ਕਿ ਸਾਰੇ ਪੰਜਾਬ ਵਿੱਚ, ਸਾਰੇ ਵਰਲਡ ਵਿੱਚ ਮੋਦੀ ਖਾਨੇ ਹੋਣ ਵਿੱਚ। ਮੇਰੇ ਆਪਣੇ ਨਾਲ ਹੋਇਆ ਜੀ। ਮੈਂ ਇੱਕ ਮੈਡੀਸਿਨ ਜਿਹੜੀ ਹੈਗੀ ਹੈ ਉਹ ਖਰੀਦੀ, ਉਹਦਾ 585 ਰੇਟ ਲਿਖਿਆ ਹੋਇਆ ਸੀਗਾ। ਉਸ ਕੈਮਿਸਟ ਸ਼ਾਪ ਨੇ ਮਾੜੀ ਮੋਟੀ ਪਹਿਚਾਣ ਕਰਕੇ ਮੈਨੂੰ 85 ਰੁਪਏ ਦਾ ਡਿਸਕਾਊਂਟ ਦੇ ਕੇ 500 ਰੁਪਏ 'ਚ ਦੇ ਦਿੱਤੀ ਜੀ। ਹਫ਼ਤੇ ਬਾਅਦ ਉਹ ਮੈਡੀਸਿਨ ਖਤਮ ਹੋ ਗਈ ਜੀ। मैंने दूसरी केमिस्ट शॉप ਤੋਂ ਖਰੀਦੀ, ਸੇਮ ਟਾਈਪ ਆਫ ਮੈਡੀਸਿਨ ਜਿਹੜੀ ਹੈਗੀ ਹੈ ਜੀ। ਉਸਨੇ 550 ਰੇਟ ਉੱਪਰ ਲਿਖਿਆ ਹੋਇਆ ਸੀਗਾ ਤੇ 250 ਰੁਪਏ ਦਾ ਡਿਸਕਾਊਂਟ ਦੇ ਕੇ ਤੇ ਮੈਨੂੰ 300 ਦੀ ਦੇ ਦਿੱਤੀ। ਅੱਛਾ ਜੀ। ਤੁਸੀਂ ਆਪੇ ਹਿਸਾਬ ਲਾ ਲਓ, ਲੁੱਟ ਚੱਲ ਰਹੀ ਕੀ ਚੱਲ ਰਹੀ। ਤੁਸੀਂ ਡਾਕਟਰ ਹੈ ਉਹ, ਤੇ ਤਾਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਲੋਕ ਕਹਿੰਦੇ ਜੀ ਵੀ ਡਾਕਟਰਾਂ ਦਾ ਕੰਪਨੀ ਦੇ ਨਾਲ ਸਿੱਧਾ ਰਾਬਤਾ ਵੀ ਹੁੰਦਾ। ਕਈ ਕੰਪਨੀਆਂ ਉੱਥੇ ਆਉਂਦੀਆਂ ਜੀ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ, ਵੀ ਸਾਡੇ ਬ੍ਰਾਂਡ ਨੇਮ ਲਿਖਿਓ ਜੀ, ਤੁਹਾਨੂੰ ਇੰਨੇ % ਵਿੱਚੋਂ ਆਊਗਾ। ਜਿਸ ਤਰ੍ਹਾਂ ਦਾ ਹੁੰਦਾ ਜੀ ਕੁਛ? ਬਿਲਕੁਲ। ਲੋਕ ਕਹਿੰਦੇ ਡਾਕਟਰ ਬ੍ਰਾਂਡ ਨੇਮ ਲਿਖ ਦਿੰਦਾ, ਡਾਕਟਰ ਨੂੰ ਸਾਲਟ ਲਿਖਣਾ ਚਾਹੀਦਾ। ਉਹ ਜਿਹੜਾ ਕਹਿੰਦਾ ਕਿ ਉਹਨੂੰ ਤੈਨੂੰ ਆਪਾਂ ਕੁਰਸੀ ਤੇ ਬਿਠਾ ਦਿੰਦੇ ਆ, ਤੂੰ ਲਿਖ ਲੈ। ਕਿ ਜੇ ਤੁਸੀਂ ਅੱਜ ਸਿਰਫ ਸਾਲਟ ਦਾ ਲਿਖਣ ਲੱਗ ਜਾਓ, ਮੰਨ ਵੀ ਲਓ ਆਪਾਂ ਜੀ, ਤੇ ਉਹ ਸਾਰੇ ਦਾ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੈਮਿਸਟ ਸ਼ਾਪ ਦੀ ਮਰਜ਼ੀ ਹੈ। ਫਿਰ ਭਾਵੇਂ ਉਹ 5 ਰੁਪਏ ਦਾ ਦੇਵੇ, ਭਾਵੇਂ ਉਹ 25 ਰੁਪਏ ਵਾਲਾ ਦੇਵੇ, ਭਾਵੇਂ ਉਹਨੇ 5 ਰੁਪਏ 'ਚ ਖਰੀਦੀ ਆ 25 'ਚ ਵੇਚੇ, ਜਾਂ 25 ਵਾਲੀ ਖਰੀਦ ਕੇ 95 'ਚ ਵੇਚੇ, ਤਾਂ ਉਹਦੀ ਮਰਜ਼ੀ ਬਣ ਜਾਂਦੀ। ਤੇ ਜਦੋਂ ਕੰਪਨੀ ਕੋਈ ਲੋਕਲ ਕੰਪਨੀਆਂ ਜਿਹੜੀਆਂ ਦਵਾਈ ਤਿਆਰ ਕਰਕੇ ਮੈਡੀਕਲ ਸਟੋਰ ਦੇ ਉੱਤੇ ਕੈਮਿਸਟ ਨੂੰ ਵੇਚਣੀ ਹੁੰਦੀ, ਤਾਂ ਕਹਿੰਦੇ ਕੈਮਿਸਟ ਵਾਲੇ ਕਹਿੰਦੇ ਆ ਵੀ ਠੀਕ ਹੈ ਬਾਈ, ਅਸੀਂ ਤੁਹਾਡੀ ਦਵਾਈ ਲੈਣ ਨੂੰ ਤਿਆਰ ਆ ਜੇ ਸਾਨੂੰ 5 ਰੁਪਏ ਦੀ ਦਵਾਈ ਪੈਂਦੀ ਹੈ, ਪਰ ਇਹਦਾ MRP ਆ 250 ਰੱਖ ਦਿਓ, 200 ਰੱਖ ਦਿਓ। ਹੈ ਜੀ। ਦੱਸੋ, ਇਹੀ ਤੇ ਰੌਲਾ ਪਿਆ ਹੋਇਆ ਕਿ ਸਰਕਾਰ ਨੇ ਓਪਨ ਮਾਰਕੀਟ ਛੱਡੀ ਹੋਈ ਹੈ, ਜਿਹੜਾ ਮਰਜ਼ੀ ਜੋ ਮਰਜ਼ੀ ਲਿਖ ਲਵੇ। ਹੁਣ ਉਸ ਜੇ ਫਿਰ ਆਪਾਂ ਬਾਜ਼ਾਰ 'ਚ ਲੂਣ ਦਾ ਇੱਕ ਪੈਕਟ ਲੈਣ ਜਾਈਏ ਤੇ ਇੱਕ ਨੇ ਬੋਰੀ ਭਰ ਕੇ ਬਾਹਰ ਰੱਖਿਆ ਹੋਵੇ, ਤੇ ਆਪਾਂ ਦੋਵੇਂ ਬਰਾਬਰ ਹੋ ਕੇ ਤਾਂ ਨਹੀਂ ਨਾ ਹੋਣਾ। ਜਿੰਦੂ ਦੀ ਵੀ ਤੁਸੀਂ ਗੱਲ ਕਰ ਵੀ ਅਧੂਰੀ ਜਾਣਕਾਰੀ, ਮੈਂ ਤੁਸੀਂ ਬੋਰੀ ਦੀ ਗੱਲ ਕੀਤੀ, ਪਰ ਮੈਂ ਤਾਂ ਇਹ ਕਹਿੰਦਾ ਨਾ ਜੀ ਵੀ ਜੇ ਜਿੰਦੂ ਨੇ ਜਿਹੜੀਆਂ ਚੀਜ਼ਾਂ ਦਿਖਾਈਆਂ ਏ ਉਹ ਇੱਕ ਬੋਰੀ ਵਾਲੀ ਗੱਲ ਆ, ਉਹ ਬੋਰੀ ਵਾਲੀਆਂ ਦਵਾਈਆਂ ਹੈ ਵੀ ਠੀਕ ਹੈ, ਉਹਨਾਂ ਠੀਕ ਹੈ ਜੀ, ਪਰ ਉਹ ਬੋਰੀ ਵੀ ਤਾਂ ਜੇ ਉਹ 5 ਵਾਲੀ ਬੋਰੀ ਹੈ ਤਾਂ ਉਹ 250 'ਚ ਵਿਕ ਰਹੀ ਹੈ ਜੀ। ਮੈਨੂੰ ਇੱਕ ਵੀਰ ਨੇ ਮੈਡੀਕਲ ਸਟੋਰ ਚਲਾਉਂਦੇ ਆ ਜੀ, ਉਹਨਾਂ ਨੇ ਮੈਨੂੰ ਰੇਟ ਲਿਸਟ ਭੇਜੀ ਜਿਹਦੇ ਵਿੱਚ ਉਹ ਕਹਿੰਦੇ ਵੀ ਮੇਰਾ ਨਾਂ ਨਾ ਆਵੇ, ਪਰ 60 ਜਿਵੇਂ ਇੱਕ ਡੈਕਸੋ ਰੇਂਜ ਹੈ ਜੀ, 60 ਪੀਸ ਮੰਗਵਾਏ ਹੋਏ ਆ, 60 ਦਾ ਰੇਟ ਲੱਗਿਆ ਹੋਇਆ, ਤੇ ਉਹਦੇ ਵਿੱਚ ਵੀ ਚਲੋ ਮਾਰਜਨ ਹੈਗਾ, ਤੇ 60 ਪੀਸ ਥੱਲੇ ਇੱਕ ਹੋਰ ਲਿਖਿਆ ਜੀ ਉਹਨਾਂ ਨੇ 60 ਪੀਸ ਨਾਲ ਫ੍ਰੀ ਲਿਖੇ ਹੋਏ, ਮਤਲਬ ਕਿ ਇੱਕ ਨਾਲ ਇੱਕ ਫ੍ਰੀ ਸੀ, ਤੇ ਉਹ ਫਿਰ ਮਰੀਜ਼ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੀ? ਸਰਕਾਰਾਂ ਜ਼ਿੰਮੇਵਾਰ ਨੇ, ਲੋਕਾਂ ਦੀ ਲੁੱਟ ਹੋ ਰਹੀ ਹੈ ਜੀ, ਬਿਕੋਜ਼ ਚੋਰ ਕੁੱਤੀ ਸਾਰੇ ਰਲੇ ਹੋਏ। ਕੱਲਾ ਬੰਦਾ ਗੱਡੀ 'ਚ ਜਾ ਰਿਹਾ, ਮਾਸਕ ਨਹੀਂ ਪਾਇਆ, ਚਲਾਨ ਕਰੀ ਜਾ ਰਿਹਾ। ਮੈਂ ਵੀ ਇਹੀ ਗੱਲ ਕਹੀ, ਦੱਸ ਯਾਰ, ਚਲੋ ਇੱਕ ਬੰਦਾ ਉਹਦਾ ਤਾਂ ਚਲਾਨ ਕਰਨਾ ਵੈਸੇ ਨਹੀਂ ਬਣਦਾ। ਜਿਹੜੀ ਫੈਮਿਲੀ ਘਰੋਂ ਨਿਕਲ ਕੇ ਤਾਂ ਤੁਹਾਡੇ ਜਿਹੜੇ ਹੈਗੇ ਆ ਉਹ ਗੱਡੀ 'ਚ ਬੈਠ ਗਈ, ਦੱਸ ਉਸਨੇ ਕੀ ਗਲਤ ਕਰ ਲਿਆ? ਬੇਈਮਾਨ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ, ਲੋਕਾਂ ਨੂੰ ਗਲਤ ਸਮਝ ਲੈਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਮੇਂ ਦੌਰਾਨ ਇੱਕ ਬੂਥ ਟਾਈਪ ਦੇ ਸ਼ੁਰੂ ਕੀਤੇ ਸੀ, ਫ੍ਰੀ ਦਵਾਈਆਂ ਵਾਲੇ ਜੀ। ਅਕਾਲੀ ਭਾਜਪਾ ਸਰਕਾਰ ਜਿਹੜੀ ਹਾਂਜੀ, 2012 ਤੋਂ 17 ਵਾਲੀ, ਇਹ ਤਾਂ ਬਹੁਤ ਵੱਡੇ ਠੱਗ ਸੀਗੇ। ਤੁਸੀਂ ਕਦੀ ਇੱਕ ਫੋਟੋ ਦੇਖੀ ਕਰੋਨਾ ਦੇ ਦੌਰਾਨ ਇਹਨਾਂ ਦੀ ਕਿਸੇ ਮਰੀਜ਼ ਦੇ ਨਾਲ ਖੜੇ ਹੋਏ? ਮਾਸਕ ਜਿਹੜਾ ਹੈਗਾ ਉਹ ਡਾਕਟਰ ਕੋਲ ਨਹੀਂ ਹੈਗਾ, ਤੇ ਮਿਨਿਸਟਰ ਦੇ ਪਾਉਣ ਵਾਸਤੇ ਬਾਥਰੂਮ 'ਚ ਜ਼ਰੂਰ ਹੈਗਾ। ਤੇ ਇੱਕ ਮੇਰੀ ਭੈਣ ਦੀ ਵੀਡੀਓ ਆਈ ਸੀ, ਬੀਬੀ ਸੀ, ਜਿਹੜੇ ਮੈਡੀਕਲ ਸਟੋਰ ਤੇ ਬੈਠ ਕੇ ਕਹਿੰਦੇ ਸੀ ਵੀ ਤੁਸੀਂ ਕੀ ਲੈਣਾ, ਤੁਸੀਂ ਆਪਣਾ ਕੰਮ ਕਰਦੇ ਰਹੋ, ਦੂਆਂ ਤੇ ਉਂਗਲ ਨਾ ਚੁੱਕੋ। ਸਿਰਫ ਆਪਣਾ ਡਿਫੈਂਸ ਕਰੋ, ਲੋਕਾਂ ਨੂੰ ਉਂਗਲ ਨਾ ਕਰੋ। ਪਰ ਮੈਂ ਕਹਿੰਦਾ ਵੀ ਜੇ ਕਿਤੇ ਗਲਤ ਹੋ ਰਿਹਾ ਤਾਂ ਜ਼ੁਲਮ ਨੂੰ ਦੇਖ ਕੇ ਅੱਖਾਂ ਮੀਚਣੀਆਂ, ਇਹ ਇਨਸਾਨ ਦੀਆਂ ਅੱਖਾਂ ਨੇ, ਕਬੂਤਰ ਦੀਆਂ ਨਹੀਂ ਹੈਗੀਆਂ। ਬੀਬੀ ਕਹਿ ਰਹੀ ਹੈ ਵੀ ਆਪਾਂ ਨੂੰ ਚੁੱਪ ਕਰਨਾ ਚਾਹੀਦਾ, ਸਾਨੂੰ ਆਪਣੇ ਕੰਮ ਨਾਲ ਮਤਲਬ ਰੱਖੋ, ਦੂਆਂ ਬਾਰੇ ਨਾ ਹੀ ਕਹੋ, ਉਹਦੇ ਨਾਲ ਸਾਨੂੰ ਨੁਕਸਾਨ ਹੁੰਦਾ। ਫਿਰ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨਹੀਂ ਸੀ ਹੋਣੀ ਜੇ ਅਸੀਂ ਇਹ ਚੀਜ਼ਾਂ ਨੂੰ ਦੇਖੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਨਹੀਂ ਸੀ, ਸਰਬੰਸ ਨਹੀਂ ਸੀ ਵਾਰਨਾ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਜਗਦੀਪ ਸਿੰਘ ਥਲੀ। ਦਰਸ਼ਕੋ, ਬੀਤੇ ਦਿਨੀ ਲੁਧਿਆਣਾ ਵਿਖੇ ਗੁਰੂ ਨਾਨਕ ਮੋਦੀਖਾਨਾ ਚਲਾਉਣ ਵਾਲੇ ਬਲਜਿੰਦਰ ਸਿੰਘ ਜਿੰਦੂ ਹੋਰਾਂ ਵੱਲੋਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਅਜਿਹੀ ਵੀਡੀਓ ਪਾਈ ਗਈ, ਜਿਸ ਤੋਂ ਬਾਅਦ ਲੋਕਾਂ ਨੇ ਉਸ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕੀਤਾ ਕਿ ਤਬਾਹੀ ਮਚ ਗਈ। ਇੱਥੋਂ ਤੱਕ ਕਿ ਮੈਡੀਕਲ ਲਾਈਨ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਜਾਂ ਫਿਰ ਜਿਹੜੇ ਮੈਡੀਕਲ ਸਟੋਰ ਚਲਾ ਰਹੇ ਨੇ, ਉਹ ਬਲਜਿੰਦਰ ਸਿੰਘ ਜਿੰਦੂ ਦੇ ਖਿਲਾਫ ਵੀ ਆਏ ਅਤੇ ਕਿਹਾ ਗਿਆ ਕਿ ਜਿੰਦੂ ਸਾਹਿਬ ਨੂੰ ਅਧੂਰੀ ਜਾਣਕਾਰੀ ਹੈ ਅਤੇ ਇਸ ਅਧੂਰੀ ਜਾਣਕਾਰੀ ਕਰਕੇ ਉਹ ਲੋਕਾਂ ਵਿੱਚ ਗਲਤ ਪ੍ਰਚਾਰ ਕਰ ਰਹੇ ਨੇ। ਪਰ ਗੱਲ ਇਹ ਵੀ ਆਉਂਦੀ ਹੈ ਵੀ ਜਿਸ ਦਵਾਈ ਦਾ ਜਾਂ ਜਿਨ੍ਹਾਂ ਦਵਾਈਆਂ ਦਾ ਜਿੰਦੂ ਨੇ ਜ਼ਿਕਰ ਕੀਤਾ ਅਤੇ ਉਹ ਦਵਾਈਆਂ ਜੇਕਰ ਘੱਟ ਮੁੱਲ 'ਤੇ ਮੈਡੀਕਲ ਸਟੋਰ ਵਾਲਿਆਂ ਨੂੰ ਪੈ ਰਹੀਆਂ ਨੇ ਤਾਂ ਕਿ ਉਹਨਾਂ ਦੇ ਉੱਤੇ ਮਾਰਜਨ ਵੱਧ ਕਰਕੇ ਦਿੱਤਾ ਜਾਂਦਾ ਹੈ, ਕਿ ਉਹਨਾਂ ਦੇ ਉੱਤੇ ਜੋ ਡਿਸਕਾਊਂਟ ਹੈ ਉਸ ਦੀ ਪਰਸੈਂਟੇਜ ਨੂੰ ਵਧਾਇਆ ਜਾਂਦਾ, ਜਾਂ ਆਮ ਦਵਾਈਆਂ ਵਾਂਗ ਹੀ 10% 20% ਡਿਸਕਾਊਂਟ ਇਹਨਾਂ ਦਵਾਈਆਂ ਦੇ ਉੱਤੇ ਵੀ ਦਿੱਤਾ ਜਾਂਦਾ ਹੈ। ਸੋ ਇਸ ਬਾਰੇ, ਇਸ ਦੇ ਵਿੱਚ ਦਵਾਈਆਂ ਦੇ ਵਿੱਚ ਕਿੰਨਾ ਕੁ ਲੁਕਾ ਹੈ ਜਾਂ ਮੈਡੀਕਲ ਖੇਤਰ ਦੇ ਵਿੱਚ ਕਿੰਨਾ ਕੁ ਘਪਲਾ ਹੋ ਰਿਹਾ ਹੈ, ਕਿੱਥੇ ਕਿੱਥੇ ਹੋ ਰਿਹਾ ਹੈ, ਉਸ ਦੇ ਲਈ ਅਸੀਂ ਗੱਲਬਾਤ ਅੱਜ ਕਰਨੀ ਹੈ। ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਡਾਕਟਰ ਦਲੇਰ ਸਿੰਘ ਮੁਲਤਾਨੀ, ਜਿਹੜੇ ਕਿ ਰਿਟਾਇਰਡ ਸਿਵਲ ਸਰਜਨ ਨੇ। ਅਤੇ ਮੈਂ ਇਹ ਵੀ ਦੱਸ ਦਿਆਂ ਕਿ ਡਾਕਟਰ ਦਲੇਰ ਸਿੰਘ ਮੁਲਤਾਨੀ ਸੱਚਮੁੱਚ ਇੱਕ ਦਲੇਰ ਸ਼ਖਸੀਅਤ ਨੇ, ਜਿਹੜੇ ਆਪਣੇ ਜਦੋਂ ਉਹ ਡਿਊਟੀ ਕਰਦੇ ਨੇ, ਡਿਊਟੀ 'ਤੇ ਰਹਿਣ ਦੇ ਜਦੋਂ ਮੌਜੂਦਾ ਵੀ ਹੁੰਦੇ ਨੇ, ਉਹ ਸਿਵਲ ਸਰਜਨ ਦੇ ਤੌਰ 'ਤੇ ਜਦੋਂ ਕੰਮ ਕਰਦੇ ਨੇ, ਤਾਂ ਉਹ ਸਰਕਾਰ ਦੇ ਖਿਲਾਫ ਜਾਂ ਫਿਰ ਜੋ ਕਰਪਟ ਏਰੀਆ ਇੱਕ ਮੈਡੀਕਲ ਲਾਈਨ ਦੇ ਵਿੱਚ, ਉਸ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਨੇ ਅਤੇ ਉਹਨਾਂ ਨੂੰ ਇਸ ਦਾ ਖਮਿਆਜ਼ਾ ਬਦਲੀਆਂ ਦੇ ਰੂਪ ਵਿੱਚ ਭੁਗਤਣਾ ਪਿਆ। ਸੋ ਗੱਲਬਾਤ ਅਸੀਂ ਉਹਨਾਂ ਦੇ ਨਾਲ ਕਰਨੀ ਹੈ, ਪਰ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ। ਸਤਿ ਸ਼੍ਰੀ ਅਕਾਲ। ਠੀਕ ਹੋ ਸਰ? ਹਾਂਜੀ, ਬਹੁਤ ਵਧੀਆ ਜੀ। ਔਰ ਮੈਂ ਸ਼ੁਰੂ 'ਚ ਆਪਣੇ ਜਿੰਨੇ ਵਿਊਅਰਸ ਹੈਗੇ ਉਹਨਾਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਨਮਸਤੇ ਐਂਡ ਗੁੱਡ ਮਾਰਨਿੰਗ ਤਾਂ ਬੀਤ ਚੁੱਕੀ ਹੈ, ਪਰ ਟੌਪਿਕ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਵੀ ਗੁੱਡ ਮਾਰਨਿੰਗ ਤੋਂ ਥੋੜ੍ਹਾ ਅੱਗੇ ਵਧੇਗਾ ਜ਼ਰੂਰ, ਗਰਮੀ ਵਾਲਾ ਟਾਈਮ ਆ ਚੁੱਕਿਆ ਜੀ। ਬਿਲਕੁਲ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ, ਇੱਕ ਗੁਰੂ ਨਾਨਕ ਮੋਦੀਖਾਨਾ ਚਲਾ ਰਹੇ ਤੁਸੀਂ, ਉਹ ਵੀਡੀਓ ਵੇਖੀ ਹੋਏਗੀ ਜੀ, ਅਤੇ ਉਸ ਵੀਡੀਓ ਨੂੰ ਤੁਸੀਂ ਕਿਵੇਂ ਲੈਂਦੇ ਹੋ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ? ਦੇਖੋ, ਇਹ ਗੱਲ ਆਪਾਂ ਨੂੰ ਕਹਿਣੀ ਪਏਗੀ ਕਿ ਉਹ ਜਾਣਕਾਰੀ ਅਧੂਰੀ ਹੈ, ਇਨਕੰਪਲੀਟ ਹੈ ਵਿੱਚ, ਠੀਕ ਹੈ। ਇਹ ਗੱਲ ਠੀਕ ਹੈ ਕਿ ਲੋਕਾਂ ਨੂੰ ਇਸ ਕਰਕੇ ਅਟਰੈਕਟ ਕਰਦੀ ਹੈ ਕਿ ਜਿਹੜਾ ਸਾਡਾ ਇਹ ਖਾਸ ਕਰਕੇ ਮੈਡੀਸਿਨ ਹੋਵੇ ਜਾਂ ਵੈਸੇ ਵੀ ਮੈਡੀਕਲ ਡਿਪਾਰਟਮੈਂਟ ਜਿਹੜਾ ਹੈਗਾ ਸਾਰਾ, ਉਹ ਹੁੰਦੀ ਘੜੀ ਪੈਸੇ ਨੂੰ ਲੈ ਕੇ, ਪੈਸੇ ਦੀ ਗਲਤ ਜਿਹੜੀ ਹੈਗੀ ਹੈ, ਆਪਾਂ ਕਹੀਏ ਕਿ ਉਹਦੇ ਵਿੱਚ ਫਸ ਗਿਆ, ਗਲਤੀ ਦੇ ਵਿੱਚ ਫਸਿਆ ਹੋਇਆ। ਉਹਦੇ 'ਚ ਕਿੰਨਾ ਸੱਚ ਅਤੇ ਕਿੰਨਾ ਝੂਠ, ਇਹ ਬਹੁਤ ਇੱਕ ਲੰਬੀ ਸਟੋਰੀ ਹੈ ਜੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਜਿਸ ਤੱਕ ਇਹ ਲੁਧਿਆਣੇ ਵਾਲੇ ਜਿਹੜੇ ਗੁਰੂ ਨਾਨਕ ਮੋਦੀਖਾਨਾ ਦੀ ਜਿੱਥੇ ਗੱਲ ਸਟਾਰਟ ਹੋਈ ਹੈ ਜੀ, ਉਹ ਜੇ ਉਹਦਾ ਕਰੈਕਸ ਆਪਾਂ ਕੱਢ ਦਈਏ, ਸ਼ੁਰੂ 'ਚ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਸਾਰੀਆਂ ਗੱਲਾਂ ਵਾਸਤੇ ਸਰਕਾਰ ਜ਼ਿੰਮੇਵਾਰ ਹੈ। ਅੱਛਾ। ਹਾਂ, ਉਹ ਜਿਹੜਾ ਬੰਦਾ ਹੈਗਾ ਉਹ ਆਪਣੇ ਮੂੰਹ ਮੰਨ ਰਿਹਾ ਕਿ ਮੈਂ ਮਤਲਬ ਮੈਡੀਕਲ ਡਿਪਾਰਟਮੈਂਟ ਦੀ ਬੈਕਗਰਾਊਂਡ ਤੋਂ ਨਹੀਂ ਆ, ਮੈਨੂੰ ਨਹੀਂ ਪਤਾ, ਇੰਨਾ ਨਹੀਂ ਪਤਾ, ਪਰ ਜਿੰਨੇ ਰੇਟ ਦੇ ਵਿੱਚ ਜੋ ਦਵਾਈ ਆਈ ਹੈ ਤੇ ਵੇਚ ਜਾਂਦੀ ਹੈ। ਇੱਕ ਗੱਲ ਹੋਰ ਨਾਲ ਐਡ ਕਰਦਾ ਮੈਂ ਉਹਦੇ ਵਿੱਚ, ਇਹ ਜਿਹੜਾ ਬੰਦਾ ਹੈਗਾ, ਬੰਦਾ ਇਹ ਗੱਲ ਕਹਿ ਰਿਹਾ ਕਿ ਮੈਂ ਮੈਡੀਕਲ ਬੈਕਗਰਾਊਂਡ ਤੋਂ ਨਹੀਂ ਹਾਂ, ਇਹਦਾ ਮਤਲਬ ਹੈਗਾ ਕਿ ਉਸ ਦੀ ਕੋਈ ਵੀ ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਉਹ ਸਾਇੰਟੀਫਿਕ ਨਹੀਂ ਹੋਏਗੀ ਔਰ ਮਾਰਕੀਟ ਦੇ ਅਕੋਰਡਿੰਗਲੀ ਨਹੀਂ ਹੋਏਗੀ ਜੀ। ਔਰ ਇਹ ਮੈਂ ਤੁਹਾਨੂੰ ਦੱਸ ਦਾਂਗਾ, ਮੇਰੇ ਕੋਲ ਇੱਕ RTA ਦੀ ਇਨਫੋਰਮੇਸ਼ਨ ਪਈ ਹੈ, ਜਿਹੜੀ ਮੈਂ ਆਪ ਮੰਗੀ ਸੀ ਕਿ ਜਿਹੜੇ ਮੈਡੀਕਲ ਸਟੋਰ ਨੇ ਇਹਨਾਂ ਨੂੰ ਜਿਹੜੇ ਨਾਨ ਮੈਡੀਕਲ ਬੰਦੇ ਜਿਹੜੇ ਹੈਗੇ ਉਹ ਚਲਾਉਂਦੇ ਆ ਜੀ, ਔਰ ਤਕਰੀਬਨ 50% ਆਏ ਉਹਦੇ 'ਚ। ਅੱਛਾ ਜੀ। ਹਾਂ, ਤਾਂ ਸੋ ਇਹ ਜਿਹੜਾ ਨਾਨ ਮੈਡੀਕਲ ਬੰਦਾ ਜਦੋਂ ਗੱਲ ਕਰੇਗਾ ਉਹ ਤਾਂ ਫਿਰ ਸਿਰਫ ਪੈਸਿਆਂ ਦੀ ਗੱਲ ਕਰੇਗਾ, ਇਸ ਤੋਂ ਅੱਗੇ ਉਸ ਨੂੰ ਕੁਝ ਨਹੀਂ ਪਤਾ ਲੱਗਣਾ, ਜੋ ਮੇਰੀ ਆਬਜ਼ਰਵੇਸ਼ਨ ਕਹਿੰਦੀ ਹੈ। ਸੋ ਉਸ ਕੰਮ ਵਾਸਤੇ ਵੀ ਸਰਕਾਰ ਜ਼ਿੰਮੇਵਾਰ ਹੈ ਜੀ। ਨਾਨ ਟੈਕਨੀਕਲ ਬੰਦੇ ਜਿਹੜੇ ਹੈਗੇ ਨੇ, ਜਿਹੜੇ ਨਾਨ ਪ੍ਰੋਫੈਸ਼ਨਲ ਬੰਦੇ ਨੇ, ਉਹਨਾਂ ਨੂੰ ਅਗਰ ਉਹ ਕੈਮਿਸਟ ਸ਼ਾਪ ਚਲਾਉਂਦੇ ਨੇ ਤਾਂ ਉਹ ਤਾਂ ਫਿਰ ਪੈਸੇ ਦੀ ਗਿਣਤੀ ਮਿੱਤੀ ਕਰ ਸਕਦੇ ਆ ਜੀ। ਉਹ ਜਿਹੜੀ ਦਵਾਈ ਉਹਦੇ ਬਾਰੇ ਤਾਂ ਫਿਰ ਕੁਝ ਵੀ ਨਹੀਂ ਕਰ ਸਕਦੇ। ਤਾਂ ਇਸ ਕਰਕੇ ਇਹ ਇਨਕੰਪਲੀਟ ਹੈ, ਪੈਸੇ ਦੇ ਹਿਸਾਬ ਨਾਲ ਲੋਕਾਂ ਨੂੰ ਅਟਰੈਕਟ ਕਰਦੀ ਹੈ, ਇਸ ਕਰਕੇ ਲੋਕਾਂ ਨੇ ਉਸ ਨੂੰ ਪਸੰਦ ਵੀ ਕੀਤਾ, ਉਹ ਵਾਇਰਲ ਵੀ ਹੋਈ ਹੈ, ਉਸ 'ਤੇ ਬਹੁਤ ਸਾਰੇ ਸਵਾਲ ਵੀ ਉੱਠੇ ਆ ਵਿੱਚ। ਪਰ ਡਾਕਟਰ ਸਾਹਿਬ, ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਉਹਨਾਂ ਨੇ ਤਾਂ ਸਿਰਫ ਉਹੀ ਗੱਲਾਂ ਦੱਸੀਆਂ ਵੀ ਦੇਖੋ ਜੀ ਯਾਰ, ਇਹ ਸਾਨੂੰ ਦਵਾਈ ਹੈ, ਇਹ 5 ਰੁਪਏ ਦੀ ਪਈ ਹੈ, ਪਰ ਮਾਰਕੀਟ ਦੇ ਵਿੱਚ ਇਹ 254 250 ਦੀ ਵਿਕ ਰਹੀ ਹੈ ਜੀ। ਚਾਹੇ ਉਹ ਲੋਕ ਕਹਿੰਦੇ ਨੇ ਜੈਨਰਿਕ ਹੈ ਜੀ, ਉਹ ਪਰ ਉਸ ਦਵਾਈ ਦਾ ਤਾਂ ਨਾਂ ਹੀ ਜੈਨਰਿਕ, ਤੇ ਉਹ ਸਾਲਟ ਹੋ ਗਿਆ ਨਾ ਜੀ, ਉਹ ਜੈਨਰਿਕ ਮੰਨਿਆ ਜਾਂਦਾ ਜੀ? ਨਹੀਂ, ਜੈਨਰਿਕ ਨਹੀਂ ਮੰਨਿਆ। ਜਿਹਦੇ ਉੱਤੇ ਤੁਸੀਂ ਆਪਣਾ ਟ੍ਰੇਡ ਨੇਮ ਲਿਖ ਲਿਆ ਉਹ ਜੈਨਰਿਕ ਨਹੀਂ ਮੰਨਿਆ ਜਾਂਦਾ ਵਿੱਚ। ਜਿਵੇਂ ਆਪਾਂ ਕਹਿੰਦੇ ਨਾ ਆਦਮੀ ਦੀ, ਜਦੋਂ ਆਪਾਂ ਹਿਊਮਨ ਦੀ ਗੱਲ ਕਰਦੇ ਹਾਂ, ਬੰਦੇ ਦੀ ਗੱਲ ਕਰਦੇ ਹਾਂ, ਤਾਂ ਆਪਾਂ ਉਹਨੂੰ ਹੋਮੋ ਸੀਪੀਅੰਸ ਕਹਿ ਦਿੰਦੇ ਹਾਂ ਜੀ। ਕਿਸੇ ਬੰਦੇ ਨੂੰ ਹੋਮੋ ਸੀਪੀਅੰਸ ਕਹਿੰਦੇ, ਨਾਨ ਟੈਕਨੀਕਲ ਬੰਦੇ ਨੂੰ ਤਾਂ ਵੈਸੇ ਨਹੀਂ ਪਤਾ ਲੱਗਣਾ ਜੀ, ਨਾਨ ਟੈਕਨੀਕਲ
ਨਾਨ ਟੈਕਨੀਕਲ ਬੰਦੇ ਨੂੰ ਤਾਂ ਵੈਸੇ ਪਤਾ ਨਹੀਂ ਲੱਗਣਾ ਵੀ ਇਹ ਹੋ ਕੀ ਰਿਹਾ। ਇਸ ਕਰਕੇ ਇਹ ਜਿਹੜਾ ਬੰਦੇ ਦੀ ਬਲਜਿੰਦਰ ਸਿੰਘ ਵਾਲੀ ਗੱਲ ਕਿ ਮੈਂ ਜੈਨਰਿਕ ਵਰਡ ਜਿਹੜਾ ਹੈਗਾ ਯੂਜ਼ ਕਰਕੇ, ਜਿਹਨੂੰ ਲੋਕ ਵੈਸੇ ਅਟਰੈਕਸ਼ਨ ਹੈ ਬਹੁਤ ਜੈਨਰਿਕ ਦੀ ਨਾ, ਕਿਉਂਕਿ ਸਰਕਾਰ ਨੇ ਵੀ ਇਹ ਗੱਲਾਂ ਕਹਿੰਦੀ, ਪਰ ਸਰਕਾਰ ਨੇ ਆਪ ਤਾਂ ਕਦੀ ਕੀਤਾ ਨਹੀਂ। ਸਰਕਾਰ ਤੇ ਆਪ ਟ੍ਰੇਡ ਨੇਮ ਦੇ ਨਾਲ ਦਵਾਈਆਂ ਜਿਹੜੀ ਖਰੀਦੀ ਹੈ, ਔਰ ਜਿਸ ਦੇ ਉੱਤੇ ਤੁਸੀਂ ਟ੍ਰੇਡ ਨੇਮ ਇੱਕ ਵਾਰੀ ਕੰਪਨੀ ਦਾ ਨਾਮ ਲਿਖਤਾ, ਉਹ ਤਾਂ ਫਿਰ ਜੈਨਰਿਕ ਵਾਲੀ ਤਾਂ ਗੱਲ ਉਹਦੇ 'ਚ ਰਹੀ ਨਹੀਂ ਵਿੱਚ ਜਿਹੜੀ ਹੈਗੀ। ਉਹ ਤਾਂ ਫਿਰ ਇੱਕ ਪ੍ਰਮੋਸ਼ਨ ਹੈਗੀ ਹੈ, ਚਾਹੇ ਉਸ ਦਾ ਰੇਟ ਘੱਟ ਹੈ ਚਾਹੇ ਉਸ ਦਾ ਰੇਟ ਵੱਧ ਹੈ ਜੀ। ਤਾਂ ਇਸ ਕਰਕੇ ਨਾ ਇਹ ਸਰਕਾਰ ਦੀ 100% ਬੇਈਮਾਨੀ ਹੈ ਜਿਸ ਤਰ੍ਹਾਂ ਮੈਂ ਕਹੂੰਗਾ, ਕਿਉਂਕਿ ਉਹ ਦੇਖਣ ਵਾਲੀ ਗੱਲ ਹੈ ਕਿ ਇੱਕ ਸਾਲਟ ਜਿਹੜਾ ਹੈਗਾ ਜੀ, ਮੰਨ ਵੀ ਲਓ ਆਪਾਂ ਜਿਹੜਾ ਹੈਗਾ ਉੱਥੋਂ ਮੋਦੀ ਖਾਨੇ ਤੋਂ ਖਰੀਦ ਲਿਆ ਹੈ ਨਾ ਜੀ, ਉਹੀ ਸਾਲਟ ਸਰਕਾਰ ਵੀ ਤਾਂ ਖਰੀਦੀ ਹੈ। ਚਾਹੀਦਾ ਇਹ ਹੈ ਕਿ ਇਹ ਜਿਹੜੀ 3 ਚੀਜ਼ਾਂ ਨੇ ਹੁਣ ਇਹਦੇ 'ਚ, ਇੱਕ ਸਰਕਾਰ ਹੈ ਜੀ, ਇੱਕ ਕੈਮਿਸਟ ਸ਼ਾਪ ਹੈ, ਇੱਕ ਕੈਮਿਸਟ ਸ਼ਾਪ ਦੇ ਨਾਲ ਇੱਕ ਫਿਰ ਕਈ ਕੰਪਨੀਆਂ ਹੈਗੀਆਂ ਨੇ, ਬ੍ਰਾਂਡਡ ਹੋ ਗਈ ਕੰਪਨੀਆਂ 2 ਕਿਸਮ ਦੀਆਂ ਆ ਜਾਣਗੀਆਂ ਨਾ ਜੀ। ਇੱਕ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਮੈਂ ਜੈਨਰਿਕ ਤਿਆਰ ਕਰਦੀ ਹਾਂ, ਇੱਕ ਕਹਿੰਦੀ ਹੈ ਕਿ ਮੈਂ ਐਥੀਕਲ ਹੈਗੀ ਹਾਂ, ਮੇਰਾ ਤਾਂ ਇੱਕ ਬਿਜ਼ਨਸ ਮੋਡਿਊਲ ਹੈ ਜੀ, ਮੈਂ ਮੈਡੀਸਿਨ ਤਿਆਰ ਕੀਤੀ ਹੈ, ਉਹਦੇ 'ਚ ਫਿਰ ਮੈਂ ਉਸ ਨੂੰ ਸਾਰਾ ਗਵਰਨਮੈਂਟ ਨੂੰ GST ਵੀ ਦਿੱਤੀ ਹੈ, ਫਿਰ ਮੈਂ ਥੱਲੇ ਉਸ ਨੂੰ ਜਿਹੜੀ ਹੈਗੀ ਹੈ ਹੋਲਸੇਲ ਰਿਟੇਲਰ ਨੂੰ ਦਿੱਤੀ, ਬ੍ਰਾਂਡ ਮਾਰਕੀਟਿੰਗ ਕੀਤੀ ਹੈ, ਮਤਲਬ ਹਾਂ ਮਾਰਕੀਟਿੰਗ ਕੀਤੀ ਹੈ, ਥੱਲੇ ਬ੍ਰਾਂਡ ਮਾਰਕੀਟਿੰਗ ਕੀਤੀ ਹੈ, ਤੇ ਉਹਦੀ ਰਿਸਪੌਂਸਿਬਿਲਿਟੀ ਵੀ ਮੇਰੀ ਹੈ ਜੀ। ਜਿਹੜੀ ਇਹ ਜਿਸ ਨੂੰ ਆਪਾਂ ਜੈਨਰਿਕ ਮੈਡੀਸਿਨਸ ਬੇਸਿਕਲੀ ਜੀ ਕਹਿ ਕੇ ਚੱਲਦੇ ਹਾਂ ਨਾ, ਲੋਕਾਂ ਦੇ ਦਿਮਾਗ 'ਚ ਕਨਸੈਪਟ ਫਸੀ ਹੋਈ ਹੈ ਵੀ ਇਹ ਸਸਤੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਇੱਥੇ ਕਿ ਪਿੱਛੇ ਜੇ ਮੈਂ ਉਦੋਂ SMO ਲਾਲੂ ਸੀ ਜੀ, ਉਹਨਾਂ ਦਿਨਾਂ ਦੇ ਵਿੱਚ ਇਹ 2000 ਇਹ ਮੈਨੂੰ ਲੱਗਦਾ ਕਿ 14-15 ਦੇ ਆਸੇ-ਪਾਸੇ ਦੀ ਗੱਲ ਜੀ, ਜਨ ਔਸ਼ਧੀ ਥੋੜ੍ਹੀਆਂ ਜ਼ਿਆਦਾ ਸਾਹਮਣੇ ਆਈਆਂ ਜੀ। ਇੱਕ ਜਨ ਔਸ਼ਧੀ ਨੇ ਅੰਮ੍ਰਿਤਸਰ ਤਾਂ 98% ਡਿਸਕਾਊਂਟ ਦੀ ਗੱਲ ਕਰਤੀ। ਅੱਛਾ ਜੀ, ਕਿ ਮੈਡੀਸਿਨ ਮੈਂ 98% ਡਿਸਕਾਊਂਟ ਦੇ ਦਊਂਗਾ। ਤੁਸੀਂ ਆਪੇ ਹਿਸਾਬ ਲਾ ਲਓ ਕਿ ਜਿਹੜਾ ਟੈਂਡਰ ਭਰ ਰਿਹਾ 98% ਦਾ, ਉਹ ਲੋਕਾਂ ਨੂੰ ਕੀ ਦੇਵੇਗਾ। ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸਾਂ ਕਿ ਅਸੀਂ ਇੱਕ ਮੈਡੀਸਿਨ ਪਰਚੇਜ ਕੀਤੀ ਜੀ, ਫਿਰ ਮੈਂ ਆਪਣੇ ਫਾਰਮਾਸਿਸਟ ਕਿਉਂਕਿ SMO ਕੁਛ ਪਾਵਰ ਹੈਗੇ ਨੇ ਮੈਡੀਸਿਨ ਪਰਚੇਜ ਕਰਨ ਦੀ ਜੀ, ਉਹ ਮੈਡੀਸਿਨ ਜਦੋਂ ਪਰਚੇਜ ਕੀਤੀ ਤਾਂ ਫਿਰ ਮੈਂ ਉਹਨੂੰ ਕਿਹਾ ਯਾਰ ਤੂੰ ਜਨ ਔਸ਼ਧੀ ਤੋਂ ਕਿਉਂ ਨਹੀਂ ਖਰੀਦੀ। ਉਹਨੇ ਮੈਨੂੰ ਵਰਡ ਯੂਜ਼ ਕਰ ਲਿਆ, ਕਹਿੰਦੇ ਜੀ ਜਨ ਔਸ਼ਧੀ ਤੋਂ ਮਹਿੰਗੀ ਮਿਲਦੀ ਹੈ। ਅਸੀਂ ਉਹ ਮੈਡੀਸਿਨ ਜਨ ਔਸ਼ਧੀ ਦਾ ਬਿੱਲ ਵੀ ਲੈ ਲਿਆ, ਅਸੀਂ ਜਿਹੜੀ ਬਾਹਰੋਂ ਖਰੀਦੀ ਹੈ ਉਸ ਦਾ ਬਿੱਲ ਵੀ ਲੈ ਲਿਆ। ਅੱਛਾ ਜੀ, ਉਹ ਜਿਹੜੀ ਬਾਹਰ ਵਾਲੀ ਸੀ ਉਹ ਸਸਤੀ ਸੀ ਜਨ ਔਸ਼ਧੀ ਨਾਲ। ਅੱਛਾ, ਜਦੋਂ ਮੈਂ ਇਹ ਸਵਾਲ ਜਿਹੜੀ ਸਾਡੀ ਡਿਸਟ੍ਰਿਕਟ ਹੈਲਥ ਸੁਸਾਇਟੀ ਹੁੰਦੀ ਹੈ, ਕਿਉਂਕਿ ਮੈंने DC ਨੂੰ ਲਿਖਤਾ, DC ਦੇ ਕੰਟਰੋਲ 'ਚ ਹੈ ਉਹ ਜੀ ਜਨ ਔਸ਼ਧੀ ਜਿਹੜੀ ਹੈਗੀ ਆ, ਮੈਂ ਉਹਨਾਂ ਨੂੰ ਰੈੱਡ ਕਰਾਸ ਦੇ ਥਰੂ ਮੈਂ ਉਹਨਾਂ ਨੂੰ ਉਹ ਸਾਡੀ ਮੀਟਿੰਗ ਦੇ ਵਿੱਚ ਸਵਾਲ ਉੱਠਿਆ। ਜਦੋਂ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਦੇ ਜਿਹੜਾ ਕੋਆਰਡੀਨੇਟਰ ਸੀ ਜੀ ਡਿਸਟ੍ਰਿਕਟ ਦਾ, ਕਹਿੰਦਾ ਜੀ ਅਸੀਂ ਉੱਥੇ ਬਿਜਲੀ ਪਾਣੀ ਦਾ ਬਿੱਲ ਆਉਂਦਾ ਹੈ ਜੀ, ਅਸੀਂ ਉੱਥੇ ਬੰਦੇ ਰੱਖੇ ਹੋਏ ਹੈ ਜੀ, ਉਹਨਾਂ ਨੂੰ ਅਸੀਂ ਤਨਖਾਹ ਦੇਣੀ ਹੈ, ਅਤੇ ਇਹ ਜਿਹੜੇ ਬਾਹਰ ਕੈਮਿਸਟ ਸ਼ਾਪਸ ਵਾਲੇ ਜਿਹੜੇ ਹੈਗੇ ਨੇ ਉਹ ਕੋਈ ਫ੍ਰੀ 'ਚ ਫਿਰਦੇ ਆ, ਉਹਨਾਂ ਨੂੰ ਫ੍ਰੀ ਬਿਜਲੀ ਹੈ, ਉਹਨਾਂ ਦੇ ਕੋਲ ਵੀ ਉਸੇ ਬੰਦੇ ਆ। ਸੋ ਇਸ ਕਰਕੇ ਇਹ ਜਿਹੜਾ ਮੈਂ ਤਾਂ ਕਰਕੇ ਤੁਹਾਨੂੰ 2 ਐਗਜ਼ਾਮਪਲ ਦਿੱਤੀਆਂ ਨੇ ਕਿ ਇਹ ਨਾ ਸਾਰਾ ਇਸ ਤਰ੍ਹਾਂ ਦਾ ਕਾਲਾ ਮਾਲਾ ਜਿਹਾ ਕੀਤਾ ਹੋਇਆ ਸਰਕਾਰ ਨੇ ਜੀ। ਮੈਂ ਸਰਕਾਰ ਨੂੰ ਬਹੁਤ ਵਾਰੀ ਲਿਖ ਲਿਆ ਕਿ ਯਾਰ ਕਿਉਂ ਤੁਸੀਂ, ਕਿਉਂਕਿ ਉਹਦਾ ਸਾਰੇ ਦਾ ਸਾਰਾ ਨਾ ਕੋਈ ਵੀ ਕੰਪਨੀ ਚੰਗੀ ਦਵਾਈ ਬਣਾ ਦੇਵੇ, ਕੁਆਲਿਟੀ ਵਾਲੀ ਬਣਾ ਦੇਵੇ, ਨਾ ਕੁਆਲਿਟੀ ਵਾਲੀ ਬਣਾ ਦੇਵੇ, ਰੇਟ ਉਹਦਾ ਵੱਧ ਜਾਵੇ, ਉਹਦਾ ਰੇਟ ਘੱਟ ਜਾਵੇ, ਸਾਰੇ ਦਾ ਸਾਰਾ ਜਿਹੜਾ ਹੈਗਾ ਨਾ ਉਹ ਭਾਰ ਆਣ ਕੇ ਡਾਕਟਰ 'ਤੇ ਪੈਂਦਾ, ਜਦੋਂ ਕਿ ਡਾਕਟਰ ਦਾ ਤਾਂ ਉਹਨਾਂ ਸੰਬੰਧ ਹੀ ਹੈ ਨਹੀਂ ਕੋਈ ਜੀ। ਮੈਡੀਸਿਨ ਤਾਂ ਕਿਤੇ ਬਣੀ ਹੋਰ। ਔਰ ਮੈਂ ਫਿਰ ਇੱਕ ਆਪਣੇ ਵਿਊਅਰਸ ਨੂੰ ਗੱਲ ਕਲੀਅਰ ਕਰ ਦੇਵਾਂ ਕਿ ਇਹਨੂੰ ਹੈਲਥ ਡਿਪਾਰਟਮੈਂਟ ਤਾਂ ਬਣਾਉਂਦਾ ਹੀ ਨਹੀਂ ਹੈ ਮੈਡੀਸਿਨ। ਮੈਡੀਸਿਨ ਦਾ ਤਾਂ ਇੱਕ ਵੱਖਰਾ ਮੰਤਰਾਲਿਆ ਹੈਗਾ, ਵੱਖਰਾ ਮੰਤਰੀ ਹੁੰਦਾ ਜਿਹੜਾ ਕੈਮੀਕਲ ਐਂਡ ਫਰਟੀਲਾਈਜ਼ਰਸ ਵਾਲਾ ਹੈ, ਉਹਦੇ ਅੰਦਰ ਆਉਂਦੀਆਂ ਨੇ ਫਾਰਮਾਸਿਊਟੀਕਲ ਕੰਪਨੀਜ਼ ਜਿਹੜੀਆਂ ਹੈਗੀਆਂ ਨੇ, ਅਤੇ ਇਲਜ਼ਾਮ ਸਾਰੇ ਦਾ ਸਾਰਾ ਡਾਕਟਰ 'ਤੇ ਟੁੱਕਦਾ ਵਿੱਚ ਜਿਹੜਾ ਹੈ। ਜੇ ਉਹਦੇ 'ਚ ਕੋਈ ਦਵਾਈ ਤੁਸੀਂ ਦੇਖੋ ਨਾ, ਆਪਾਂ ਦਵਾਈ ਸਸਤੀ ਦੇ ਦਈਏ ਜਾਂ ਮਹਿੰਗੀ ਦੇ ਦਈਏ, ਅਤੇ ਜਿਹੜਾ ਡਾਕਟਰ ਜਿਸ ਨੇ ਦਵਾਈ ਲਿਖੀ ਹੁੰਦੀ ਹੈ ਉਹਦੇ 'ਤੇ ਸਾਰਾ ਉਹਦੀ ਕੁਆਲਿਟੀ ਦਾ ਵੀ ਅਸਰ ਉੱਥੇ ਪੈਣਾ ਜੀ ਜੀ। ਜੇ ਮੈਡੀਸਨ ਜਿਵੇਂ ਹੁਣ ਜਿਹੜੀ ਸਰਕਾਰ ਮੈਡੀਸਿਨਸ ਖਰੀਦੀਆਂ ਸੀਗੀਆਂ, ਇਹਨਾਂ ਨੇ ਤਾਂ ਇੰਨੀ ਮਿੱਟੀ ਖਰੀਦਦੇ ਰਹੇ ਹੈ, ਇਹਨਾਂ ਕੋਲ ਤੁਸੀਂ ਆਪਣੀ ਕੰਪਨੀ ਦੱਸੋ ਪਹਿਲਾਂ, ਬਾਕੀ ਦੀ ਗੱਲਾਂ ਛੱਡ ਦਿਓ। ਮੈਂ ਤਾਂ ਸਰਕਾਰ ਨੂੰ ਪੁੱਛਣਾ ਚਾਹਾਂਗਾ ਅੱਜ ਕਿ ਸਰਕਾਰ ਇਹ ਦੱਸ ਦੇਵੇ ਵੀ ਉਹ ਕਿਹੜੀ ਕੰਪਨੀ ਤੋਂ ਦਵਾਈ ਖਰੀਦੀ ਹੈ, ਕਿਹੜੀ ਐਥੀਕਲ ਕੰਪਨੀ ਹੈ, ਕਿਸ ਨੇ ਉਹਦਾ ਸਟੈਂਡਰਡ ਮੇਨ ਕੀਤਾ। ਮੈਂ ਤੁਹਾਨੂੰ ਦੱਸਾਂ ਵਿੱਚ ਕੀ ਹੈ, ਪੰਜਾਬ ਸਰਕਾਰ ਦੀਆਂ ਜਿਹੜੇ ਵੱਡੇ ਪ੍ਰੋਗਰਾਮ ਨੇ, ਨੈਸ਼ਨਲ ਪ੍ਰੋਗਰਾਮ, ਜਿਹਦੇ ਵਿੱਚ ਖਾਸ ਕਰਕੇ ਟੱਟੀਆਂ ਉਲਟੀਆਂ ਵਾਲੀ ਗੱਲ ਆਉਂਦੀ ਹੈ, ਡਾਇਰੀਆ ਕੰਟਰੋਲ ਪ੍ਰੋਗਰਾਮਾਂ ਦਾ, ਇਹਨਾਂ ਦਾ ORS ਦਾ ਸੈਂਪਲ ਫੇਲ ਹੋਇਆ। TB ਆਪਾਂ ਸਾਰੇ ਸੁਣਦੇ ਹਾਂ ਜੀ, ਇਹਨਾਂ ਦਾ INH ਦਾ ਸੈਂਪਲ ਫੇਲ ਹੋਇਆ। ਆਪਾਂ ਲੇਡੀਜ਼ ਪ੍ਰੈਗਨੈਂਟ ਮਦਰਸ ਹੁੰਦੀਆਂ ਨੇ, ਉਹਨਾਂ ਨੂੰ ਆਇਰਨ ਫਾਸਫੋਲੇਟ ਦੀਆਂ ਗੋਲੀਆਂ ਦੇਣੀਆਂ ਹੁੰਦੀਆਂ ਨੇ, ਇਹਨਾਂ ਦਾ ਕੈਲਸ਼ੀਅਮ ਦੀਆਂ ਗੋਲੀਆਂ ਦੀ, ਇਹਨਾਂ ਦਾ ਕੈਲਸ਼ੀਅਮ ਦਾ ਸੈਂਪਲ ਫੇਲ ਹੋਇਆ। ਇਕੱਲੇ ਇੱਦਾਂ ਦੀ ਗੱਲ ਨਹੀਂ ਹੈਗੀ, ਹੋਰ ਛੱਪੜ ਦਾ ਪਾਣੀ ਵੀ ਇਹਨਾਂ ਦਾ ਆਇਆ ਹੋਇਆ ਸੀਗਾ ਜੈਂਟਾਮਾਈਸਿਨ ਦੇ ਵਿੱਚ ਜੀ। ਮੇਰਾ ਕਹਿੰਦਾ ਹੈਗਾ ਵੀ ਸਰਕਾਰ ਜਿਹੜੀ ਹੈਗੀ ਆ, ਦੇਖੋ ਥੱਲੇ ਵਾਲੇ ਬੰਦੇ ਜਿਹੜਾ ਹੈਗਾ ਉਹ ਤਾਂ ਇੱਕ ਸਿਸਟਮ ਦੇ ਵਿੱਚ ਹੈਗਾ, ਉਹਨੂੰ ਕੰਟਰੋਲ ਕਰਨ ਵਾਲਾ ਸਿਸਟਮ ਤਾਂ ਹੈਲਥ ਡਿਪਾਰਟਮੈਂਟ ਬੈਠਾ, ਅਤੇ ਹੈਲਥ ਡਿਪਾਰਟਮੈਂਟ ਦੇ ਆਪਣੇ ਸਾਰੇ ਸੈਂਪਲਸ ਫੇਲ ਨੇ, ਜਾਂ ਇਹਨਾਂ ਕੋਲ ਇਹ ਮੁੱਕਰ ਜਾਣ
ਸਰਕਾਰ ਕੋਲੋਂ ਤੁਸੀਂ ਸਵਾਲ ਕਰਕੇ ਦੇਖ ਲਿਓ ਕਿ ਮੁੱਕਰ ਜੋ ਕੁਝ ਡਾਕਟਰ ਮਲਤਾਨੀ ਕਹਿ ਰਿਹਾ ਕਿ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ, ਤੁਹਾਡੇ ਤਾਂ ਆਪਣੇ ਸੈਂਪਲ ਫੇਲ ਹੋ ਜਾਂਦੇ ਨੇ ਵਿੱਚ ਜਿਹੜੇ ਹੈਗੇ ਨੇ। ਇਹ ਤਾਂ ਮੈਂ ਤੁਹਾਨੂੰ ਮੋਟੇ-ਮੋਟੇ ਦੱਸਿਆ ਜਿਹੜੇ ਨੈਸ਼ਨਲ ਪ੍ਰੋਗਰਾਮ ਜਿਹਦੇ ਵਿੱਚ ਡੇਲੀ ਹਰ ਰੋਜ਼ ਕਿੰਨੇ ਟੀਵੀ ਦੇ ਮਰੀਜ਼ ਹੁੰਦੇ ਉਹਨਾਂ ਨੂੰ ਆਪਾਂ ਦੇਣੀ ਹੈ, ਕਿੰਨੇ ਬੱਚੇ ਜਿਹੜੇ ਹੈਗੇ ਨੇ ਜਾਂ ਵੱਡਾ ਵੀ ਹੋਵੇ ਟੱਟੀਆਂ ਉਲਟੀਆਂ ਨਾਲ, ਪ੍ਰੈਗਨੈਂਟ ਮਦਰਸ ਕਿੰਨੀਆਂ ਆਉਂਦੀਆਂ ਨੇ, ਉਹਨਾਂ ਨੂੰ ਆਪਾਂ ਕਿੰਨੀ ਦਵਾਈ ਦੇਣੀ ਹੈ, ਉਹਨਾਂ ਦੇ ਆਪਣੇ ਸੈਂਪਲ ਫੇਲ ਹੁੰਦੇ ਨੇ ਵਿੱਚ। ਇਸ ਦਾ ਮਤਲਬ ਹੈਗਾ ਕਿ ਇਹਨਾਂ ਦਾ ਜਿਹੜਾ ਸਟੇਟ ਡਰੱਗ ਡਿਪਾਰਟਮੈਂਟ ਹੈ ਜਿਹੜਾ ਇੱਕ ਸੈਪਰੇਟ ਕੈਡਰ ਹੁੰਦਾ, ਇਹਦਾ ਮਤਲਬ ਉਹ ਕੰਮ ਨਹੀਂ ਕਰ ਰਿਹਾ। ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਹੁਣੇ ਦੇ ਦੇਵਾਂ, ਆਹ ਹੁਣ ਕੋਵਿਡ ਦੇ ਵਿੱਚ ਹੋਇਆ ਜੀ, 3 ਰੁਪਏ ਦਾ ਮਾਸਕ ਮਿਲਦਾ, 15 ਰੁਪਏ ਦਾ ਤਾਂ ਮੈਨੂੰ ਦਿੱਤਾ, ਸਾਰੇ ਥਾਂ ਮੈਂ ਕੰਪਲੇਂਟ ਕਰ ਲਈ, ਡਾਇਰੈਕਟਰ ਨੂੰ ਕੰਪਲੇਂਟ ਕਰ ਲਈ, ਸਿਵਲ ਸਰਜਨ ਨੂੰ ਕੰਪਲੇਂਟ ਕਰ ਲਈ, ਮੈਨੂੰ 30 ਦਿਨ ਆ ਜਾਣਗੇ, ਹਾਂਜੀ ਅਸੀਂ ਚੈੱਕ ਕਰਕੇ ਆਏ ਹਾਂ ਜੀ, ਮੈਨੂੰ ਇੱਕ ਵਾਰੀ ਨਹੀਂ ਦੱਸਿਆ ਵੀ ਉੱਥੇ ਚੈਕਿੰਗ ਕੀਤੀ ਕੀ ਹੈ, ਕੀ ਜਵਾਬ ਹੈ ਇਹਨਾਂ ਦੇ ਕੋਲ। ਸੋ ਇਹ ਜਿਹੜਾ ਉੱਥੇ ਮੋਦੀ ਖਾਨੇ ਦੀ ਗੱਲ ਹੋ ਰਹੀ ਹੈ, ਮੈਂ ਤਾਂ ਚਾਹਾਂਗਾ ਕਿ ਸਾਰੇ ਪੰਜਾਬ ਵਿੱਚ, ਸਾਰੇ ਵਰਲਡ ਵਿੱਚ ਹੀ ਮੋਦੀ ਖਾਨੇ ਹੋਣ ਵਿੱਚ, ਠੀਕ ਹੈ, ਜਿੱਥੇ ਲੋਕਾਂ ਨੂੰ ਸਹੀ ਰੇਟ 'ਤੇ ਦਵਾਈ ਜਿਹੜੀ ਮਿਲ ਸਕੇ, ਲੇਕਿਨ ਇਕੱਲਾ ਰੇਟ ਹੀ ਫਿਰ ਇਸ਼ੂ ਨਹੀਂ ਹੈ। ਇਸ ਕਰਕੇ ਮੈਂ ਕਹਿ ਵੀ ਇਹ ਜਿਹੜੀ ਵੀਡੀਓ ਹੈ ਇਨਕੰਪਲੀਟ ਹੈ। ਪਰ ਸਰ ਇਹਦੇ ਵਿੱਚ ਤੁਸੀਂ ਮਲਤਾਨੀ ਸਾਹਿਬ ਇਹ ਕਿਵੇਂ ਵੇਖਦੇ ਹੋ ਬਈ ਕਈ, ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਚੰਗੇ ਵੀ ਹੋਣਗੇ, ਜੇ ਮੈਂ ਚਲੋ ਸਾਰੀ ਗਿਣਤੀ 100% ਚੋਂ ਮੈਂ 2% ਲਗਾਉਂਦਾ ਜੀ, ਵੀ ਜਿਹੜੇ ਸਟੋਰ ਇਹੋ ਜਿਹੇ ਆ ਵੀ ਬ੍ਰਾਂਡ ਉਹਨਾਂ ਨੇ ਰੱਖਿਆ ਹੀ ਨਹੀਂ ਹੋਇਆ, ਤੇ ਜਦੋਂ ਉਹਨਾਂ ਕੋਲ ਦਵਾਈ ਲੈਣ ਜਾਂਦੇ ਉਹ ਕਹਿੰਦੇ ਜੀ ਨਹੀਂ ਜੀ ਇਹਦੇ ਨਾਲ ਦੀ ਉਹ ਸਾਲਟ ਹੈ ਹੋਰ ਕੰਪਨੀ ਦੀ ਹੈ, ਤੇ ਜੇ ਇਹ ਜਿੰਦੂ ਨੇ ਹੋਰ ਕੰਪਨੀ ਦੀਆਂ ਦਵਾਈਆਂ ਦਿਖਾਤੀਆਂ, ਇਹਨੂੰ ਲੋਕ ਜੈਨਰਿਕ ਕਹਿੰਦੇ, ਪਰ ਇਹ ਜੈਨਰਿਕ ਨਹੀਂ ਹੈ, ਤੇ ਇਹ 5 ਰੁਪਏ ਦੀ ਦਵਾਈ ਆਉਣ ਵਾਲੀ ਜਿਹੜੀ 250 ਰੁਪਏ ਦੀ ਵਿਕਦੀ ਹੈ, 2% ਮੈਡੀਕਲ ਸਟੋਰਾਂ ਨੇ ਵੀ ਵੇਚ ਲਈ, ਲੋਕਾਂ ਨਾਲ ਤਾਂ ਲੁੱਟ ਹੋ ਗਈ ਜੀ, ਉੱਥੇ ਸਰਕਾਰ ਫੇਲ। ਲੋਕਾਂ ਨਾਲ ਤਾਂ ਸਾਰੀ ਲੁੱਟ ਹੀ ਹੈ ਨਾ। ਹਾਂ, ਲੋਕਾਂ ਨਾਲ ਤਾਂ ਮੈਂ ਤੁਹਾਨੂੰ ਦੱਸਿਆ ਕਿ ਸਰਕਾਰ ਵੀ ਲੁੱਟ ਰਹੀ ਹੈ, ਆਪਣੇ ਉੱਥੇ ਬੈਠ ਕੇ ਲੁੱਟ ਰਹੀ ਹੈ। ਜੇ ਇਸ ਤਰ੍ਹਾਂ ਦਾ ਇਲਜ਼ਾਮ ਆਪਾਂ ਲਾਉਂਦੇ ਤਾਂ ਆਪਣੇ ਸਾਰੇ ਹੀ ਹੈਲਥ ਡਿਪਾਰਟਮੈਂਟ ਉੱਤੇ ਇਹ ਇਲਜ਼ਾਮ ਹੈਗਾ ਵਿੱਚ ਕਿ ਲੋਕਾਂ ਦੀ ਲੁੱਟ ਵਾਲੀ ਜਦ ਤੱਕ ਗੱਲ ਹੁੰਦੀ ਹੈ, ਕਿਉਂਕਿ ਉਹਦਾ ਕਾਰਨ ਸਭ ਤੋਂ ਵੱਡਾ ਸਰਕਾਰ ਹੈ ਨਾ ਜੀ। ਸਰਕਾਰ ਸੁੱਤੀ ਪਈ ਹੈ, ਸਰਕਾਰ ਕਦੀ ਇਸ ਗੱਲ 'ਤੇ ਬੋਦਰ ਹੀ ਨਹੀਂ ਕਰਦੀ। ਤੁਸੀਂ ਦੇਖੋ ਕਿ ਜੇ ਅੱਜ ਹੁਣ GST ਦੀ ਗੱਲ ਹੋਈ ਹੈ, ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਉਸ ਨੂੰ ਪਸੰਦ ਵੀ ਨਾ ਕੀਤੀ ਹੋਵੇ, ਕਈਆਂ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਸੀਗਾ, ਪਰ ਮੈਂ ਅੱਜ ਵੀ ਇਹ ਗੱਲ ਕਹਾਂਗਾ ਕਿ ਮੈਡੀਸਿਨ ਦਾ ਰੇਟ ਜੇ ਕੰਟਰੋਲ ਸਰਕਾਰ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਇੱਕ ਸਾਲਟ ਦਾ ਰੇਟ ਸਾਰੇ ਇੰਡੀਆ 'ਚ ਬਰਾਬਰ ਰੱਖਣਾ ਪਏਗਾ, ਤਾਂ ਉਸ 'ਤੇ ਕੰਟਰੋਲ ਹੋ ਸਕਦਾ। ਹੁਣ ਤਾਂ ਇਹ ਹੋਇਆ ਕਿ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ ਨੇ ਕੁਝ, ਜਾਂ ਫਿਰ ਮਤਲਬ ਕਿ ਮੈਡੀਕਲ ਜਿਹੜੀਆਂ ਜਾਂ ਫਿਰ ਜਿਹੜੀਆਂ ਮੈਡੀਸਿਨ ਕੰਪਨੀਆਂ ਹੈਗੀਆਂ ਉਹ ਇੱਕ ਡਾਟਾ ਸਰਕਾਰ ਨੂੰ ਦੇਣ ਵੀ ਇਹ ਦਵਾਈ ਦੇ ਉੱਤੇ ਸੇਮ ਸਾਲਟ ਹੈ, ਉਹਨਾਂ ਦਾ ਇਹ ਸਾਲਟ ਹੈ, ਵੀ ਅਸੀਂ ਬ੍ਰਾਂਡ ਦੇ ਉੱਤੇ ਇਹ ਖਰਚਾ ਕੀਤਾ ਜੀ ਲੋਕਾਂ ਨੂੰ ਅਵੇਅਰ ਕਰਨ ਦੇ ਲਈ, ਇਹਨੇ ਨਹੀਂ ਕੀਤਾ, ਉਹ ਵੀ ਮੰਨਣਾ ਨਹੀਂ। ਅੱਛਾ ਜੀ, ਉਹਦਾ ਕਾਰਨ ਹੈਗਾ, ਮੈਂ ਤਾਂ ਅਗਲੀ ਗੱਲ ਦੱਸਣ ਲੱਗਿਆ ਸੀਗਾ, ਥੋੜ੍ਹੀ ਜਿਹੀ ਮੈਡੀਸਿਨ ਨੇ ਜਿਹਨੂੰ ਆਪਾਂ ਐਸੈਂਸ਼ੀਅਲ ਮੈਡੀਸਿਨਸ ਕਹਿੰਦੇ ਹਾਂ, ਜਿਹਨੂੰ ਆਪਾਂ DPC ਕੰਟਰੋਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਉਹਨਾਂ ਦੀ ਮੈਡੀਸਿਨ ਸਰਕਾਰ ਵੱਲੋਂ ਕੰਟਰੋਲਡ ਹੈ, ਬਾਕੀ ਤਾਂ ਓਪਨ ਮਾਰਕੀਟ ਹੈ, ਜਿੰਨਾ ਮਰਜ਼ੀ ਰੇਟ ਰੱਖ ਲਓ ਤੁਸੀਂ। ਅੱਛਾ ਜੀ, ਇਸੇ ਕਰਕੇ ਇਹ ਹੋ ਰਿਹਾ ਕਿ ਕੰਪਨੀ ਆਪਣੇ ਆਪ ਨੂੰ ਜੈਨਰਿਕ ਕਹਿ ਕੇ ਆਪਣਾ ਨਾਮ ਪ੍ਰਮੋਟ ਕਰਦੀ ਹੈ, ਬਾਹਰ ਵੱਡਾ ਰੇਟ ਉੱਤੇ ਲਿਖ ਕੇ ਲਾ ਦਿੰਦੀ ਹੈ, ਫਿਰ ਉਹਦੀ ਕੁਆਲਿਟੀ ਦਾ ਕੌਣ ਜ਼ਿੰਮੇਵਾਰ ਬਣੇਗਾ, ਫਿਰ ਉਹ ਜਿਹੜਾ ਸਾਲਟ ਹੁੰਦਾ ਵਿੱਚ ਉਹਦਾ ਕੌਣ ਜ਼ਿੰਮੇਵਾਰ ਬਣੇਗਾ ਕਿ ਕਿੰਨੇ % ਹੈਗਾ ਵਿੱਚ ਜਿਹੜਾ ਹੈਗਾ, ਉਹ ਸਾਲਟ ਆਇਆ ਕਿੱਥੋਂ ਹੈ। ਹੁਣ ਤੁਸੀਂ ਵੀ ਸ਼ਰਟ ਪਾਈ ਹੋਈ ਹੈ, ਮੈਂ ਵੀ ਸ਼ਰਟ ਪਾਈ ਹੋਈ ਹੈ, ਠੀਕ ਹੈ, ਤੁਹਾਡੀ ਟੋਮੀ ਹਿਲਫਾਈਜ਼ਰ ਦੀ ਹੈਗੀ ਆ, ਮੇਰੇ ਵਾਲੀ ਕੁਛ ਹੋਰ ਹੈਗੀ ਹੈ ਵਿੱਚ, ਪਰ ਟੈਕਸਸ ਵਿੱਚ ਫਰਕ ਹੈ, ਰੇਟ ਵਿੱਚ ਵੀ ਫਰਕ ਹੈ। ਸੋ ਇਹ ਜਿਹੜਾ ਮੈਡੀਸਿਨ ਦਾ ਇਸ਼ੂ ਹੈ ਇਹ ਕੰਪਲੀਕੇਟਡ ਇਸ਼ੂ ਹੈ, ਸਰਕਾਰ ਗਲਤ ਲੋਕਾਂ ਨੂੰ ਗਾਈਡ ਕਰਦੀ ਹੈ। ਤੁਸੀਂ ਦੇਖੋ ਇਹਨਾਂ ਨੇ ਸਾਡੇ ਕੁਝ ਡਾਕਟਰਸ ਜਿਹੜੇ ਹੈਗੇ ਆ ਉਹਦੇ ਉੱਤੇ ਵੀ ਇਲਜ਼ਾਮ ਲਗਾਏ ਜੀ, ਸਰਕਾਰ ਕੋਲੋਂ ਪੁੱਛੋ ਕਿ ਜੈਨਰਿਕ ਨਾਮ ਦਾ, ਪਹਿਲੀ ਗੱਲ ਤਾਂ ਜੈਨਰਿਕ ਹੈ ਕੀ ਹੈ ਵਿੱਚ, ਠੀਕ ਹੈ, ਫਿਰ ਉਹ ਮੈਡੀਸਿਨਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਕਈ ਸਾਰੇ ਸਾਲਟ ਹੁੰਦੇ ਆ, ਇੱਕ ਮੈਡੀਸਿਨਸ ਦੇ ਵਿੱਚ ਸਰਕਾਰ ਆਪ ਪ੍ਰਮੋਟ ਕਰਦੀ ਹੈ। ਜੈਨਰਿਕ ਤੇ ਇੱਕ ਵਾਰ ਸਮਝਾ ਵੀ ਦਿਓ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ। ਜਿਹੜਾ ਤੁਹਾਡਾ ਓਰੀਜਨਲ ਸਾਲਟ ਹੈਗਾ ਤੁਹਾਡਾ ਸਿਰਫ ਸਾਲਟ ਤੱਕ ਸੰਬੰਧਿਤ ਹੈ, ਬਸ ਟ੍ਰੇਡ ਨੇਮ ਨਹੀਂ ਹੋਊਗਾ ਨਾ, ਉਹ ਟ੍ਰੇਡ ਨੇਮ ਨਹੀਂ ਹੈ, ਜਦੋਂ ਕਿ ਉੱਥੇ ਜਿਹੜੇ ਮੋਦੀ ਖਾਨੇ ਦੀ ਗੱਲ ਉਹ ਟ੍ਰੇਡ ਨੇਮ ਦੀ ਹੋ ਰਹੀ ਹੈ ਵਿੱਚ। ਜੀ ਜੀ ਜੀ। ਤਾਂ ਇਸ ਕਰਕੇ ਜਿਹੜਾ ਇਹ ਸਾਲਟ ਹੈ ਸਿਰਫ ਜਾਂ ਤਾਂ ਉਹਦਾ ਨਾਮ ਲਿਖ, ਜਿਵੇਂ ਆਪਾਂ ਹੁਣ ਸਾਰੇ ਕਰੋਸਨ ਦੀ ਗੱਲ ਕਰਦੇ ਹਾਂ, ਡੋਲੋ ਬੜੀ ਮਸ਼ਹੂਰ ਹੋ ਗਈ ਹੈ, ਫਿਰ ਤੁਹਾਡਾ ਪੈਰਾਸਟਾਮੋਲ ਗੋਲੀ ਮਸ਼ਹੂਰ ਹੋ ਗਿਆ। ਅਸਲ ਸਾਲਟ ਜਿਹੜਾ ਹੈਗਾ ਉਹ ਹੈਗਾ 5 ਅਮਾਈਨੋਸਿਟੋਫੈਨ ਜੀ। ਜੇ ਤਾਂ 5 ਅਮਾਈਨੋਸਿਟੋਫੈਨ ਲਿਖਿਆ ਹੋਵੇ ਕਿਤੇ ਨਾ, ਤਾਂ ਕਿਸੇ ਨੂੰ ਪਤਾ ਲੱਗਣਾ ਉੱਥੇ ਕੀ ਹੈ, ਠੀਕ ਹੈ, ਪਰ ਉਹ ਹੈਗਾ ਉਹਦਾ ਸਾਲਟ। ਇਹ ਬਾਕੀ ਸਾਰੇ ਟ੍ਰੇਡ ਨੇਮ ਨੇ, ਕਰੋਸਨ ਦੀ ਗੱਲ ਕਰ ਲਈਏ ਆਪਾਂ, ਡੋਲੋ ਦੀ ਗੱਲ ਕਰ ਲਈਏ, ਦੂਜੀ ਤੀਜੀ ਚੀਜ਼ ਜੋ ਕਰ ਲਈਏ ਜੀ, ਉਹ ਸਾਰੇ ਜਿਹੜੇ ਹੈਗੇ ਟ੍ਰੇਡ ਨੇਮ ਨੇ ਉਸ ਨਾਮ ਦੇ ਉੱਤੇ, ਉਹਨੂੰ ਲਿਖਦਾ ਕੋਈ ਨਹੀਂ, ਲਿਖਦਾ ਹਾਂ, ਕਹੀ ਜਾਂਦੇ ਜੀ ਇਹ ਕੋਈ ਗੱਲ ਨਹੀਂ ਜੀ, ਇਹ ਜੈਨਰਿਕ ਹੈਗੀ ਹੈ ਜੀ, ਇਹ ਹੋ ਗਈ ਜੀ ਪੈਰਾਸਟਾਮੋਲ ਹੋ ਗਈ ਜੀ, ਇਹਨੂੰ ਵਿੱਚ ਖਰੀਦ ਲਓ। ਉਹਦੇ 'ਚ ਸਿਰਫ ਇੱਦਾਂ ਲਿਖਿਆ ਹੋਣਾ ਚਾਹੀਦਾ, ਜਿਵੇਂ ਆਪਾਂ ਜਿਹੜੀ ਮੌਕਸੀਕਲੈਬ ਦੀ ਆਪਾਂ ਵਰਡ ਸੌਖਾ ਜਿਹਾ ਕੈਪਸੂਲ ਜਿਹੜੇ ਆਪਾਂ ਯੂਜ਼ ਕਰਦੇ ਹਾਂ ਵਿੱਚ, ਜੀ ਜੀ ਹੈ ਨਾ, ਉਹਦੇ 'ਚ 2 ਸਾਲਟ ਹੁੰਦੇ ਆ ਵਿੱਚ। ਹੁਣ ਜਾਂ ਤਾਂ ਫਿਰ ਡਾਕਟਰ ਦੋ ਸਾਲਟ ਲੈ ਕੇ, ਫਿਰ ਇਕੱਲੇ ਸਾਲਟ ਦੀ ਇਸ਼ੂ ਨਹੀਂ ਹੈਗਾ,
ਫਿਰ ਉਹ ਹੁੰਦਾ ਵੀ ਉਹ ਕਿੰਨੀ ਅਮਾਊਂਟ ਉਹਦੇ 'ਚ ਇਹ ਹੈਗੀ ਆ, ਜਿਵੇਂ ਦੋ ਸਾਲਟ ਨੇ ਵਿੱਚ, ਕਿ ਇੱਕ 500 ਹੈਗਾ ਜੀ, ਇੱਕ 125 ਹੈਗਾ ਜੀ, ਇੱਕ 25 ਹੈ ਜੀ, ਇੱਕ 30 ਹੈ, ਇੱਕ 40 ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਹੜੇ ਡਾਕਟਰ ਨੇ ਹਸਪੀਟਲ ਦੇ ਵਿੱਚ 100 200 ਮਰੀਜ਼ ਦੇਖਣਾ ਹੋਵੇ, ਆਪਣੀ ਪਾਪੂਲੇਸ਼ਨ ਕਿੰਨੀ ਹੈ ਜੀ, ਤੁਸੀਂ ਪ੍ਰੈਕਟੀਕਲੀ ਸੋਚ ਸਕਦੇ ਹੋ ਵੀ ਉਹ ਸਾਰੀ ਇੰਗਰੀਡੀਐਂਟ ਲਿਖੇਗਾ। ਉਹ ਤਾਂ ਇੱਕ ਪਰਚੀ ਤੋਂ ਉਹਦੀ ਫਿਰ ਇੱਕੋ ਇੰਗਰੀਡੀਐਂਟ। ਹੁਣ ਆਪਾਂ B ਕੰਪਲੈਕਸ ਲਿਖਣਾ ਹੋਵੇ ਜੀ, ਹੈ ਨਾ, ਤਾਂ ਉਹ B ਕੰਪਲੈਕਸ ਦੇ ਵਿੱਚ B1 B6 B12 ਹੈ ਕਿੰਨਾ, ਫਿਰ ਉਹ ਲਿਖਣਾ ਪਊਗਾ ਉਹ ਕਿੰਨਾ। ਹੁਣ ਇਹ ਜਿਹੜੇ ਬੰਦੇ ਨੇ ਤਾਂ ਕਹਿ ਦੇਣਾ B ਕੰਪਲੈਕਸ ਖਰੀਦਿਆ ਜੀ, ਇਹਦੇ 'ਚ ਵੀ ਮੇਰੇ ਖਿਆਲ ਸ਼ਾਇਦ ਥੋੜ੍ਹਾ ਮਲਟੀਵਿਟਾਮਿਨ ਦੀ ਵੀ ਗੱਲ ਹੋ ਰਹੀ ਹੈ। ਹੁਣ ਉਹ 'ਚ ਹੁੰਦਾ ਕੀ ਹੈ ਕਿ ਜਿਹੜਾ ਸਾਲਟ ਜਿਹੜਾ ਹੈਗਾ, ਉਹਦੇ 'ਚੋਂ ਇੱਕ ਅੱਧਾ ਸਾਲਟ ਜਿਹੜਾ ਹੈਗਾ ਉਹ ਕੋਸਟਲੀ ਹੁੰਦਾ ਅਤੇ ਇੰਪੋਰਟੈਂਟ ਬਹੁਤ ਹੁੰਦਾ। ਉਹਨੂੰ ਫਿਰ ਉਹਦੀ ਇੰਪੋਰਟੈਂਸ ਜਿਹੜਾ ਹੈਗਾ ਉਹਦੀ ਅਮਾਊਂਟ ਕੱਟ ਕਰ ਦਿੰਦੇ ਆ, ਅਤੇ ਰੇਟ ਹੀ ਘਟ ਗਿਆ, ਜਿੱਥੋਂ ਆਪਣਾ ਆਟੋਮੈਟਿਕਲੀ ਘਟ ਗਿਆ ਉਹਦਾ ਰੇਟ, ਦੂਜੇ ਨਾਲੋਂ ਤਾਂ ਵਿੱਚ ਵੈਸੇ ਹੀ ਘਟ ਗਿਆ ਉਹਦਾ, ਕਿਉਂਕਿ ਤੁਸੀਂ ਕੁਆਲਿਟੀ ਦੇ ਵਿੱਚ ਇੰਸ਼ੋਰ ਹੀ ਨਹੀਂ ਕੀਤੀ ਜੀ। ਫਿਰ ਇਕੱਲਾ ਸਾਲਟ ਤੱਕ ਸੰਬੰਧਿਤ ਨਹੀਂ ਨਾ ਹੈ, ਉਸ ਸਾਲਟ ਨੂੰ ਕਿੰਨਾ ਬਾਈਂਡ ਕਰਕੇ ਰੱਖਣਾ ਹੈ। ਮਤਲਬ ਉਹ ਤੁਹਾਡੇ ਜਿਹੜਾ ਤੁਸੀਂ ਗੋਲੀ ਕੈਪਸੂਲ ਜਿਹੜੀ ਹੈਗੀ ਆ, ਤੁਹਾਡੇ ਮੂੰਹ 'ਚ ਖੁੱਲੇਗੀ, ਤੁਹਾਡੇ ਪੇਟ 'ਚ ਜਾਏਗੀ, ਪੇਟ ਦੇ ਅੰਦਰ ਵਾਲੇ ਹਿੱਸੇ 'ਚ ਜਾਏਗੀ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਉਹ ਵੀ ਬਾਈਂਡਿੰਗ ਜਿਹੜਾ ਆਉਂਦੀ ਹੈ ਨਾ, ਇਕੱਲਾ ਸਾਲਟ ਨਹੀਂ ਆਉਣਾ, ਸਾਲਟ ਤਾਂ ਪਹਿਲਾਂ ਤਾਂ ਆਉਣਾ, ਉਹਦੀ ਅਮਾਊਂਟ ਆਉਣੀ ਹੈ, ਫਿਰ ਆਉਣਾ ਕਿ ਉਹ ਤੁਸੀਂ ਖਰੀਦਿਆ ਕਿਵੇਂ। ਜਿਵੇਂ ਬਹੁਤ ਸਾਰਾ ਰੌਲਾ ਪੈਂਦਾ ਸੀਗਾ ਕਿ ਇਹ ਤਾਂ ਚਾਈਨੀਜ਼ ਸਾਲਟ ਨੇ ਜੀ ਸਾਰੇ, ਚਾਈਨੀਜ਼ ਸਾਲਟ ਬਹੁਤ ਸਸਤੇ ਹੈਗੇ ਆ। ਜੇ ਯੂਰਪ ਵਿੱਚੋਂ ਕਿਸੇ ਫਾਰਮਾਸਿਊਟੀਕਲ ਕੰਪਨੀ ਨਾਲ ਮੇਰੀ ਗੱਲ ਹੋ ਰਹੀ ਸੀ, ਜਿਹੜੇ ਯੂਰਪ ਵਿੱਚੋਂ ਸਾਲਟ ਮੰਗਾਏ ਜਾਂਦੇ ਉਹ ਮਹਿੰਗੇ ਮਿਲਦੇ ਆ, ਜਿਹੜੇ ਚਾਈਨਾ ਤੋਂ ਮੰਗਾਏ ਜਾਂਦੇ ਉਹ ਸਸਤੇ ਮਿਲਦੇ ਆ ਜੀ। ਹੁਣ ਇਹ ਤਾਂ ਕੀ ਪਤਾ ਕਿ ਜਿਹਨੂੰ ਜੈਨਰਿਕ ਕਹਿ ਰਹੇ ਆ ਜਾਂ ਜਿਹੜੀ ਕੰਪਨੀ ਆਪਾਂ ਕਹਿ ਰਹੇ ਹਾਂ ਉਹ ਸਾਲਟ ਮੰਗਾਉਂਦੀ ਕਿੱਥੋਂ ਹੈ। ਫਿਰ ਉਸ ਨੂੰ ਇਕੱਠਾ ਕਰਕੇ ਬਣਾਉਣਾ, ਫਿਰ ਉਸ ਨੂੰ ਜੋੜ ਕੇ ਰੱਖਣਾ, ਫਿਰ ਉਹਦੇ ਉੱਤੇ ਕਵਰਿੰਗ ਦੇਣੀ ਜਿਹੜੀ ਆਪਾਂ ਵੀ ਉਹ ਗੋਲੀ ਹੈ, ਕੈਪਸੂਲ ਹੈ, ਕਿਵੇਂ ਦਾ ਹੈ। ਉਹ ਫਿਰ ਗੋਲੀ ਕੈਪਸੂਲ ਜਿਹੜਾ ਹੈਗਾ ਉਸ ਨੂੰ ਪੈਕ ਕਰਕੇ ਰੱਖਣਾ। ਉਹ ਪੈਕਿੰਗ ਵੀ ਵੱਖਰੀ ਹੁੰਦੀ ਹੈ, ਪੇਪਰ ਪੈਕਿੰਗ ਉਹ ਬਹੁਤ ਸਸਤੀ ਪੈਂਦੀ ਹੈ। ਕਿਉਂਕਿ ਮੈਨੂੰ ਯਾਦ ਆ, ਮੈਂ ਇੱਕ ਦਿਨ ਆਪਣੇ ਮੈਡੀਕਲ ਸਟੋਰ ਦੇ ਵਿੱਚ MD ਪੰਜਾਬ ਜੀ ਉਹਨਾਂ ਨੂੰ ਲੈ ਗਿਆ। ਮੈਂ ਕਿਹਾ ਜੀ ਸਾਨੂੰ ਕਿਉਂ ਜੁੱਤੀਆਂ ਪਾਉਣੇ ਤੁਸੀਂ, ਆਹ ਦੇਖੋ ਤੁਹਾਡੀ ਕੁਆਲਿਟੀ। ਉਹਨੂੰ ਜਦੋਂ ਫੜ ਕੇ ਹੱਥ 'ਚ ਫੜਾਇਆ, ਨਾਲ ਡਾਇਰੈਕਟਰ ਵੀ ਸੀਗੇ ਜੀ, ਉਹਦੇ ਨਾਲ ਸਟੇਟ ਦਾ ਕੰਟਰੋਲਰ ਵੀ ਸੀਗਾ ਵਿੱਚ, ਮੈਂ ਉਹਨਾਂ ਦੇ ਹੱਥ 'ਚ ਫੜਾਤਾ। ਮੈਂ ਕਿਹਾ ਸਰ ਆਹ ਜਿਹੜੀ ਮੈਡੀਸਨ ਤੁਸੀਂ ਦੇ ਰਹੇ ਹੋ ਲੋਕਾਂ ਨੂੰ, ਇਹਦੇ ਵਾਸਤੇ ਇੰਡਸਟਰੀ ਲਗਾਉਣ ਦੀ ਜ਼ਰੂਰਤ ਨਹੀਂ ਹੈ, ਇਹ ਕੋਠੇ 'ਤੇ ਬਣ ਜਾਂਦੀ ਜੀ। ਅਤੇ ਆਪਾਂ ਫਿਰ ਕਿਹੜੀ ਜੈਨਰਿਕ ਦੀਆਂ ਅਤੇ ਕਿਹੜੇ ਆਪਾਂ ਮੋਦੀ ਖੰਨੇ ਦੀਆਂ ਅਤੇ ਕਿਹੜੇ ਤੀਜੇ ਬੰਦੇ ਦੀਆਂ ਗੱਲਾਂ ਕਰਦੇ ਹਾਂ, ਜੇ ਹੁਣ ਤੁਹਾਡਾ ਸਿਸਟਮ ਹੀ ਨਹੀਂ ਹੈ ਤੁਹਾਡੇ ਕੋਲ ਵਿੱਚ ਹੈਗਾ। ਬਿਲਕੁਲ ਠੀਕ ਹੈ। ਫਿਰ ਤਾਂ ਦੇਖੋ ਜਿਹਦੇ ਹੱਥ ਆ ਗਿਆ ਬਸ ਉਹੀ ਇਹਨਾਂ ਦੇ ਹੱਥ ਹੁਣ ਇਹ ਆ ਗਿਆ ਕਿ ਇੱਕ ਨਾਨ ਟੈਕਨੀਕਲ ਬੰਦਾ ਜਿਹਨੂੰ ਵੈਸੇ ਹੀ ਮੈਡੀਸਿਨ ਬਾਰੇ ਕੋਈ ਨੌਲੇਜ ਨਹੀਂ ਹੈ, ਇੱਕ ਤਾਂ ਉਸਨੂੰ ਵੇਚਣ ਦਾ ਹੀ ਹੱਕ ਨਹੀਂ ਜੀ, ਠੀਕ ਹੈ, ਪਰ ਉਹਨਾਂ ਅੱਗੇ ਲਾਇਸੈਂਸੀ ਬੰਦੇ ਰੱਖੇ ਹੋਏ ਆ, ਉਹ ਗਲਤ ਹੈ ਨਾ ਫਿਰ ਅੱਗੇ। ਇਹੀ ਤਾਂ ਮੈਂ ਕਿਹਾ, ਮੇਰੇ ਕੋਲ ਤਾਂ 50% ਮੇਰੇ ਕੋਲ ਤਾਂ ਇਨਫੋਰਮੇਸ਼ਨ 50% ਦੀ ਹੈ ਕਿ ਹੋਲਸੇਲ ਦਾ ਲਾਇਸੈਂਸ ਲੈ ਕੇ ਅਤੇ ਰਿਟੇਲਿੰਗ ਕਰੀ ਜਾਂਦੇ ਆ। ਅੱਛਾ ਜੀ। ਹਾਂ, ਇੱਕ ਲਾਇਸੈਂਸ ਜਿਹੜਾ ਹੈਗਾ ਉਹ ਪਤਾ ਨਹੀਂ ਕਿੰਨੇ ਸਮਾਂ ਦੇ ਚੱਲੀ ਜਾਂਦਾ ਇੱਕੋ। ਸੋ ਇਸ ਕਰਕੇ ਮੇਰਾ ਕਹਿੰਦਾ ਹੈਗਾ ਵੀ ਸਰਕਾਰ ਨੂੰ ਅੱਜ ਚਾਹੀਦਾ, ਮੈਂ ਤਾਂ ਕਹਾਂਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਮੈਂ ਇਹ ਵੀ ਬੜੀ ਯੂਜ਼ ਕਰਾਂਗਾ ਕਿ ਮੋਦੀ ਖਾਨਾ ਹਰ ਪਿੰਡ 'ਚ ਹਰ ਸ਼ਹਿਰ 'ਚ ਖੁੱਲ੍ਹ ਜਾਵੇ। ਸ਼ਾਇਦ ਲੋਕਾਂ ਦੀ ਜਿਹੜੀ ਹੈਗਾ, ਮੈਂ ਲੁੱਟ ਤਾਂ ਨਹੀਂ ਕਹਾਂਗਾ, ਪਰ ਲੋਕਾਂ ਨੂੰ ਜਿਹੜੀ ਕੋਈ ਮਹਿੰਗੀ ਨਾਮ ਦੀ ਕਿਸੇ ਵੀ ਖਾਤੇ 'ਚ ਬਣਾਈ ਹੋਈ ਹੈ, ਕਿਉਂਕਿ ਦੇਖੋ ਜਿਹੜਾ ਉਹਦੇ 'ਤੇ ਰੇਟ ਲਿਖਿਆ ਹੋਇਆ ਉਹ ਤਾਂ ਜੇ 5 ਰੁਪਏ ਵਾਲੀ ਚੀਜ਼ 250 'ਚ ਫਿਰ ਤਾਂ ਲੁੱਟ ਕਹਿਣਾ ਜਾਇਜ਼ ਹੈ ਨਹੀਂ। ਉਹ ਲੁੱਟ ਇਸ ਕਰਕੇ ਨਹੀਂ ਨਾ, ਕਿਉਂਕਿ ਉਹ 2500 ਜਿਹੜਾ 500 ਵਾਲੀ ਵੀ ਤੁਸੀਂ ਗੱਲ ਕਰਦੇ ਹੋ, 5 ਵਾਲੀ 500 'ਚ ਲਿਖੀ ਹੈ ਜੀ, ਸਰਕਾਰ ਜ਼ਿੰਮੇਵਾਰ ਹੈ ਉਹਦੇ ਵਾਸਤੇ ਜੀ। ਨਹੀਂ ਫਿਰ ਜਦੋਂ ਨਾ ਸਰ ਆਪਾਂ ਕਿਸੇ ਵੀ ਚੀਜ਼ 'ਚ ਜਾਈਏ, ਕਿਸੇ ਵੀ ਫੀਲਡ, ਮੈਂ ਮੈਡੀਕਲ ਦੀ ਨਹੀਂ ਗੱਲ ਕਰਦਾ, ਕਿਸੇ ਵੀ ਚੀਜ਼ 'ਤੇ ਜਦੋਂ ਸਾਨੂੰ ਮਾਰਜਨ ਸਰਕਾਰਾਂ ਘੱਟ ਦਿੰਦੀਆਂ ਤਾਂ ਅਸੀਂ ਧਰਨੇ ਪ੍ਰਦਰਸ਼ਨ ਵੀ ਕਰ ਲੈਂਦੇ ਹਾਂ। ਬਿਲਕੁਲ ਕਰਦੇ ਹਾਂ। ਅਤੇ ਜਦੋਂ 5 ਰੁਪਏ ਵਾਲੀ ਚੀਜ਼ ਸਾਨੂੰ 250 'ਚ ਵੇਚਣੀ ਪੈ ਰਹੀ ਹੈ, ਫਿਰ ਨੈਤਿਕਤਾ ਦੇ ਆਧਾਰ 'ਤੇ ਅਸੀਂ ਮੈਡੀਕਲ ਸਟੋਰਾਂ ਵਾਲੇ ਕਿਉਂ ਚੁੱਪ ਹੈ ਜੀ? ਨੈਤਿਕਤਾ ਕਿੱਥੇ ਹੈ ਜੀ? ਨੈਤਿਕਤਾ ਕਿੱਥੇ ਹੈ? ਤੁਸੀਂ ਅੱਜ ਹੁਣ ਆਪਾਂ ਲਾਲੜੂ ਬੈਠੇ ਨਾ, ਚਲੋ ਤੁਹਾਨੂੰ ਨੈਤਿਕਤਾ ਦਿਖਾਉਣਾ। ਹਸਪੀਟਲ ਦੇ ਵਿੱਚ 50 ਬਿਸਤਰਿਆਂ ਦਾ ਹਸਪਤਾਲ ਬਣਿਆ, 50 ਕਮਰੇ ਉਹਦੇ 'ਚ ਕੋਈ ਮੈਂ ਦੱਸਣ ਲੱਗਿਆ ਸਰਕਾਰ ਦੀ ਨੈਤਿਕਤਾ ਦੱਸਣ ਲੱਗਿਆ। ਨੈਤਿਕਤਾ ਫਿਰ ਉੱਪਰੋਂ ਹੀ ਸਟਾਰਟ ਹੋਣੀ ਹੈ ਨਾ ਜੀ, ਜਿਹਨੇ ਉਸ ਸਿਸਟਮ ਨੂੰ ਬਣਾਇਆ। ਨੈਤਿਕਤਾ ਜੇ ਹੁਣ ਪਿਓ ਹੈਗਾ ਜੀ, ਜੇ ਉਹ ਆਪ ਹੀ ਸਾਰੇ ਪੁੱਠੇ ਕੰਮ ਕਰਦਾ ਤੇ ਬੱਚਿਆਂ ਨੇ ਤਾਂ ਆਪੇ ਕਰਨ ਲੱਗ ਜਾਣੇ। ਹੁਣ ਬੱਚਾ ਕੋਈ ਸਿਆਣਾ ਨਿਕਲਿਆ ਵੇ, ਮੋਦੀ ਖਾਨੇ ਵਾਲਾ ਸਿਆਣਾ ਬੰਦਾ ਨਿਕਲਿਆ, ਮੈਨੂੰ ਤਾਂ ਉਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੈ, ਠੀਕ ਹੈ, ਚੰਗਾ, ਮੈਂ ਐਪਰੀਸ਼ੀਏਟ ਕਰਦਾ ਅਗਰ ਉਹ ਸਾਰਿਆਂ ਸਹੀ ਢੰਗ ਦੇ ਨਾਲ ਮੈਡੀਸਿਨ ਦੇ ਦੇਵੇ ਤਾਂ ਐਪਰੀਸ਼ੀਏਟ ਕਰਨਾ ਬਣਦਾ ਉਸ ਨੂੰ। ਪਰ ਪ੍ਰੋਬਲਮ ਇਹ ਜਿਹੜਾ ਤੁਹਾਡਾ ਪਿਓ ਬੈਠਾ ਉੱਤੇ, ਉਹ ਤਾਂ 2500 ਲਿਖਾ ਕੇ ਬੈਠਾ ਸੀ ਨਾ, ਉਸਨੇ 400 ਦੀ 500 ਦੀ ਦੇਤੀ, ਉਸ ਦੀ ਨੈਤਿਕਤਾ ਦਾ ਪਾਰਟ ਹੈ ਜੀ, ਸਰਕਾਰ ਦੀ ਨੈਤਿਕਤਾ ਥੋੜੀ ਪਾਰਟ ਹੈ ਵਿੱਚ ਜਿਹੜੀ ਹੈਗੀ। ਤੁਸੀਂ ਕਿਸੇ ਮੈਂ ਤੁਹਾਨੂੰ ਦੱਸਣ ਲੱਗਾ ਸੀ 50 ਕਮਰਿਆਂ ਦਾ ਹਸਪਤਾਲ ਜੀ, ਉਹਦੇ ਉੱਤੇ ਨਾਲ ਹੀ ਲੱਗਦੀ ਕੰਧ ਨਾਲ ਫਿਰ 50 ਕਮਰਿਆਂ ਦਾ ਹਸਪਤਾਲ, ਤੇ ਵਿਚਕਾਰ ਇੱਕ ਹੋਰ ਹਾਥੀ ਵੀ ਖੜਾ, ਛੋਟਾ ਜਿਹਾ ਬੱਚਾ ਵੀ ਖੜਾ ਵਿੱਚ,
ਜੀ ਕਿਹੜੀ ਸਰਕਾਰ ਕਿਸ ਗੱਲ ਦੇ ਕਿਸ ਦੀ ਨੈਤਿਕਤਾ ਦੀ ਤੁਸੀਂ ਗੱਲ ਕਰਦੇ ਹੋ? ਲੋਕਾਂ ਦੀ ਨੈਤਿਕਤਾ ਦੀ ਗੱਲ ਕਰਦੇ ਹੋ ਕਿ ਜਾਂ ਸਰਕਾਰ ਦੀ ਨੈਤਿਕਤਾ ਦੀ ਗੱਲ ਕਰਦੇ ਹੋ? ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਮੈਂ ਤੇ ਲੋਕਾਂ ਦੀ ਕਰਦੇ, ਮੈਡੀਕਲ ਸਟੋਰ ਵਾਲਿਆਂ ਦੀ, ਵੀ ਉਹ ਸਰਕਾਰ ਨੂੰ ਕਹਿੰਦੇ ਵੀ ਦੇਖੋ ਜੀ, ਜਾਂ ਇਹ ਬੋਲਦੇ ਵੀ ਸਰਕਾਰਾਂ ਕੀ ਕਰ ਰਹੀਆਂ, ਆ ਸਾਨੂੰ 5 ਰੁਪਏ ਦੀ ਦਵਾਈ ਜਿਹੜੀ 250 ਰੇਟ ਹੈ, ਅਸੀਂ ਠੀਕ ਹੈ, ਸਾਡਾ ਜ਼ਮੀਰ ਜਾਗਦਾ, ਅਸੀਂ ਇਹਨੂੰ 15 ਦੀ ਵੇਚਦੇ ਹਾਂ, 20 ਦੀ, ਪਰ ਸਰਕਾਰ ਕੀ ਕਰ ਰਹੀ ਹੈ? ਕਿਸੇ ਨੇ ਨਹੀਂ ਬੋਲਿਆ ਜੀ। ਕਿੰਨੇ ਬੰਦੇ ਬੋਲਣਗੇ? ਮੈਂ ਕਹਿੰਦਾ 10 ਬੋਲਣ ਜੀ, ਪਿੱਛੇ ਲੋਕ ਤਾਂ ਲੱਗਣ। ਨਹੀਂ ਬੋਲਦੇ। ਜਿਸ ਬੰਦੇ ਨੂੰ ਪ੍ਰੋਫਿਟ ਆਉਂਦਾ ਹੋਵੇ, ਜਦੋਂ ਲੜਾਈ ਹੁੰਦੀ ਨਾ ਕਦੀ, ਜੀ ਉਹ ਲਾਸ ਵਿੱਚ ਲੜਾਈ ਹੁੰਦੀ, ਕਦੀ ਪ੍ਰੋਫਿਟ ਵਿੱਚ ਲੜਾਈ ਹੁੰਦੀ, ਦੇਖੀ ਉਹੀ ਤਾਂ ਗਲਤ ਹੈ ਨਾ ਜੀ। ਫਿਰ ਦੇਖੋ, ਇੱਕ ਕੁਝ ਸਮਾਜ ਨੇ ਇੱਕ ਨੋਰਮਸ ਵੀ ਬਣੇ ਹੁੰਦੇ ਨੇ ਸਮਾਜ ਦੇ, ਜਿਵੇਂ ਆਪਾਂ ਕਹਿੰਦੇ ਰੂਲਸ ਬਣੇ ਹੁੰਦੇ ਆ ਵਿੱਚ ਜੀ। ਪ੍ਰੋਫਿਟ ਤੇ ਲੜਾਈ ਹੁੰਦੀ, ਮੈਂ ਤਾਂ ਕਦੀ ਅੱਜ ਤੱਕ ਦੇਤੀ ਲੜਾਈ ਸਿਰਫ ਜਿਹੜੀ ਹੈਗੀ ਉਹ ਲਾਸ ਤੇ ਹੁੰਦੀ ਆ ਕੇ। ਹੁਣ ਇਹਦੇ 'ਚ ਜਿਹੜਾ ਇਹ ਮੋਦੀਖਾਨੇ ਨੇ ਗੱਲ ਜਿਹੜੀ ਜਿੱਤੇ ਆਪਾਂ ਗੱਲ ਸਟਾਰਟ ਕੀਤੀ ਆ ਹੁਣ ਬਲਜਿੰਦਰ ਸਿੰਘ ਦੀ, ਉਹ ਇਸ ਕਰਕੇ ਐਪਰੀਸ਼ੀਏਬਲ ਹੈਗੀ ਹੈ ਕਿ ਇੱਕ ਗੱਲ ਸਾਹਮਣੇ ਤਾਂ ਆ ਗਈ ਜੀ, ਆ ਗਈ, ਠੀਕ ਹੈ। ਇਸੇ ਕਰਕੇ ਇਹ ਡਿਸਕਸ਼ਨ ਦਾ ਪਾਰਟ ਬਣਿਆ, ਭਾਵੇਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਹ ਇਨਫੋਰਮੇਸ਼ਨ ਥੋੜੀ ਇਨਕੰਪਲੀਟ ਹੈਗੀ ਹੈ, ਲੇਕਿਨ ਡਿਸਕਸ਼ਨ ਦਾ ਪਾਰਟ ਬਣ ਗਿਆ। ਔਰ ਇਹ ਚੰਗੀ ਗੱਲ ਹੈ ਜੀ ਕਿ ਅੱਜ ਵੀ ਸਰਕਾਰ ਜਾਗ ਜਾਵੇ। ਸਰਕਾਰ ਨੂੰ ਪਤਾ ਕਿ ਕੰਟਰੋਲਿੰਗ ਅਥਾਰਟੀ ਤਾਂ ਬੇਸਿਕਲੀ ਸਰਕਾਰ ਹੀ ਹੈ ਨਾ ਜੀ। ਲੋਕਾਂ ਦੇ ਜਾਗਣ ਨਾਲ ਤਾਂ ਰੌਲਾ ਹੀ ਹੋ ਸਕਦਾ ਜੀ, ਸਰਕਾਰ ਦੇ ਜਾਗਣ ਨਾਲ ਸੁਧਾਰ ਹੋ ਸਕਦਾ ਜੀ। ਦੋ ਗੱਲਾਂ ਦਾ ਵੱਖਰਾ ਰੌਲਾ ਹੁੰਦਾ, ਜਿਵੇਂ ਤੁਸੀਂ ਵੀ ਕਿਹਾ, ਪ੍ਰੋਟੈਸਟ ਕਰਨਗੇ ਜੀ, ਲੋਕ ਜਾਗ ਜਾਣਗੇ, ਪ੍ਰੋਟੈਸਟ ਕਰਨਗੇ, ਲੇਕਿਨ ਸਰਕਾਰ ਜਾਗ ਜਾਏਗੀ ਤੇ ਲੋਕਾਂ ਦਾ ਸੁਧਾਰ ਹੋ ਜਾਏਗਾ ਵਿੱਚ ਹੈਗੇ। ਸੋ ਇਸ ਪੁਆਇੰਟ ਆਫ ਵਿਊ ਦੇ ਨਾਲ ਇਹ ਵੀਡੀਓ ਵੀ ਐਪਰੀਸ਼ੀਏਬਲ ਹੈਗੀ ਹੈ, ਭਾਵੇਂ ਇਨਕੰਪਲੀਟ ਹੈ ਜੀ, ਲੇਕਿਨ ਸਰਕਾਰ ਨੂੰ ਜਾਗਣਾ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਆਪਾਂ ਕਰ ਕੀ ਰਹੇ ਜੀ। ਹਾਂ, ਤਾਂ ਹੀ ਮੈंने ਕਿਹਾ ਕਿ ਜੇ ਅਸਲੀ ਸਰਕਾਰ ਜ਼ਿੰਮੇਵਾਰ ਹੈ, ਇਸ ਮੀਡੀਆ ਦੇ ਥਰੂ ਵੀ ਮੈਂ ਕਹਾਂਗਾ, ਇੱਕ ਸਾਲਟ ਉੱਥੋਂ ਮੋਦੀਖਾਨੇ ਤੋਂ ਲੈ ਲਿਆ ਜਾਵੇ ਜੀ, ਸੇਮ ਸਾਲਟ ਜੋ ਸਰਕਾਰ ਨੇ ਪੈਸੇ ਖਰਚ ਕੀਤੇ, ਟੈਕਸ ਦੇ ਪੈਸੇ ਜਿਹੜੇ ਖਰਚ ਕਰਕੇ ਖਰੀਦੀ ਹੋਈ ਹੈ, ਇੱਕ ਜਿਹੜੀ ਆਪਣੇ ਆਪ ਨੂੰ ਐਥੀਕਲ ਕੰਪਨੀ ਕਹਿੰਦੀ ਹੈ, ਤਿੰਨਾਂ ਨੂੰ ਕੰਪੇਅਰ ਕੀਤਾ ਜਾਵੇ, ਫਿਰ ਆਪਾਂ ਨੂੰ ਪਤਾ ਲੱਗੇਗਾ ਵੀ ਕਿੰਨੀ ਕੁ ਵੱਡੀ ਬੇਈਮਾਨੀ ਤੇ ਕੌਣ ਕਰਦਾ ਵੀ ਹੁਣ। ਠੀਕ ਹੈ, ਹੁਣ ਸਿਰਫ ਆਪਾਂ ਕੈਮਿਸਟ ਸ਼ਾਪਸ ਨੂੰ ਹੀ ਇਕੱਲੇ ਨੂੰ ਉਹਦੇ 'ਤੇ ਟਾਰਗੇਟ ਨਹੀਂ ਕਰ ਸਕਦੇ ਜੀ। ਹਾਂ, ਕਿ ਦੂਸਰੇ ਕਿਉਂਕਿ ਉਹਦੇ ਗੱਲ ਜਿਵੇਂ ਤੁਸੀਂ ਕੈਮੀਕਲ ਦੀ ਵੀ ਕੀਤੀ ਹੈ ਵੀ ਉਹ ਅਲੱਗ-ਅਲੱਗ ਹੈਗੇ ਨੇ, ਪਰ ਸੇਮ ਨੇਮ, ਮੈਂ ਕੈਮੀਕਲ ਦੀ ਨਹੀਂ ਗੱਲ ਕਰਦਾ, ਬ੍ਰਾਂਡ ਨੇਮ ਹੀ ਗੱਲ ਕਰ ਦਿੰਦਾ ਜੀ ਸਿੱਧਾ ਹੀ। ਲੋਕਲ ਕੰਪਨੀਆਂ, ਚਲੋ ਉਹ ਲੋਕਲ ਕੰਪਨੀ ਜਿਹੜਾ ਨਾਮ ਹੈ ਜੀ ABC, ਤੇ ABC ਹੀ ਜੇ ਇੱਕ ਮੋਦੀਖਾਨੇ ਤੋਂ ਖਰੀਦਦੇ ਆ ABC, ਤਾਂ ਉਹ ਸਾਨੂੰ ਮਿਲ ਰਹੀ ਹੈ ਜੀ 16 ਰੁਪਏ ਦੀ। ਜੇ ABC ਮੈਡੀਕਲ ਸਟੋਰ ਤੋਂ ਖਰੀਦ ਰਹੇ ਆ, ਉਹ 250 ਦੀ ਮਿਲ ਰਹੀ ਹੈ ਜੀ। ਮੇਰੇ ਆਪਣੇ ਨਾਲ ਹੋਇਆ ਜੀ, ਮੈਂ ਇੱਕ ਮੈਡੀਸਿਨ ਜਿਹੜੀ ਹੈਗੀ ਹੈ ਉਹ ਖਰੀਦੀ, ਉਹਦਾ 585 ਰੇਟ ਲਿਖਿਆ ਹੋਇਆ ਸੀਗਾ। ਉਸ ਕੈਮਿਸਟ ਸ਼ਾਪ ਨੇ ਮਾੜੀ ਮੋਟੀ ਪਹਿਚਾਣ ਕਰਕੇ ਮੈਨੂੰ 85 ਰੁਪਏ ਦਾ ਡਿਸਕਾਊਂਟ ਦੇ ਕੇ 500 ਰੁਪਏ 'ਚ ਦਿੱਤੀ ਜੀ। ਹਫ਼ਤੇ ਬਾਅਦ ਉਹ ਮੈਡੀਸਿਨ ਖਤਮ ਹੋ ਗਈ ਜੀ। मैंने दूसरी केमिस्ट शॉप तो खरीदी, सेम टाइप ऑफ मेडिसिन जी हैगी है जी। उसने 550 रेट उपर लिखा होया सीगा ते 250 रुपए का डिस्काउंट दे के मैंने 300 की दे दी। अच्छा जी, तुम आप हिसाब ला लो, लुट चल रही कि नहीं चल रही? बिल्कुल चल रही। हाँ, ये जी सरकारी लुट है बेसिकली, ठीक है। सरकार सुत्ती पई है, जागदी नहीं। और मैं इस करके ये वर्ड यूज़ कर रहा क्योंकि मैं सरकार नूं उन्हां दे मूँह ते कह चुका हाँ। जिंदू जरिया तो बनया जी, जिंदू जरिया बनया हुण सरकारां नूं जगाउण लई। ठीक है, मैडिकल स्टोरां दे खिलाफ ना बोलो, सरकारां ने जिन्हां नाल पॉलिसियां बनाउणीਆਂ। मैं तो ये गल कहांगा कि मैं तां ही मैं कहा कि चंगी गल हुई है जी, भावें इनकंप्लीट हैगी है लेकिन चंगी गल हुई है कि सामने आई है। एक पक्ष तो है ना जी सामने, दूजा पक्ष लुकिया होया। चलो दूजा पक्ष भी हैगा विच, हाँ जी, कि वो सामने आ गया कि नॉन टैक्नीकल बंदे जिहड़े हैगे ने कैमरा शॉप चलाउंदे ने। मैं फिर अज सरकार नूं ये गल कहां कि मेरी RTI की इन्फॉर्मेशन जिहड़ी हैगी जिहड़ी अपने डिपार्टमेंट दे इन्हां दे थ्रू आई हुई है। 50% के आसे पासे जिहड़े हैगे ने वो होलसेल का लाइसेंस लैके और कैमरा शॉप चलाउंदे ने, किसी दा होर दा मैडिकल सर्टिफिकेट। अजकल तो वैसे भी वो सर्टिफिकेट जिहड़े फार्मेसी वाले भी मिल जाते हैं। पहला मिलते थे जिहड़े लोग प्रैक्टिस करते हैं बाहर, हाँ जी, वो कंप्लेंटेंट भी मैं ही है। अच्छा जी, हाँ, ਜਿਹੜੇ ਉਹ ਸਰਟੀਫਿਕੇਟ ਮੈਡੀਕਲ ਸਰਟੀਫਿਕੇਟ ਬਣਾ ਕੇ ਦਿੰਦੇ ਨਾ ਲੋਕਾਂ ਨੂੰ ਪ੍ਰੈਕਟਿਸ ਕਰਨ ਵਾਸਤੇ, ਤਾਂ ਕੰਪਲੇਂਟਡ ਵੀ ਮੈਂ ਹੀ ਆ। ਔਰ ਤੁਹਾਨੂੰ ਪਤਾ ਕਿੰਨੇ ਸਾਲ ਲੱਗੇ ਮੈਨੂੰ ਜੀ ਸਰਕਾਰ ਨਾਲ ਮੱਥਾ ਮਾਰਨ ਵਾਸਤੇ। ਇੱਥੋਂ ਸ਼ੁਰੂ ਹੋ ਕੇ 2014 ਤੋਂ ਸ਼ੁਰੂ ਕਰਦਾ ਹੋਇਆ 2017 ਚ ਜਾ ਕੇ ਉਹ ਪਾਕਿਸਤਾਨ ਦੇ ਬਾਰਡਰ, ਜਿਵੇਂ ਤੁਸੀਂ ਦੱਸਿਆ ਮੇਰੀਆਂ ਕਿੰਨੀ ਸਾਰੀਆਂ ਬਦਲੀਆਂ ਹੋਈਆਂ। ਕਿੰਨੀਆਂ ਹੋਈਆਂ ਜੀ ਬਦਲੀਆਂ, ਇਹ ਵੀ ਦੱਸ ਦਿਓ। ਚਲੋ ਅਣਗਿਣਤੀ ਹੈਗੇ ਨੇ, ਸਾਰਾ ਪੰਜਾਬ ਘੁੰਮਿਆ ਹੈ, ਇਸ ਕਰਕੇ ਆਪਣੇ ਹਿਸਾਬ ਨਾਲ ਤੁਸੀਂ ਵੀ ਮੋਹਾਲੀ 'ਚ ਵੀ ਉਹੀ ਸਰਟੀਫਿਕੇਟ ਤੇ ਉਧਰ ਪਾਕਿਸਤਾਨ ਦੇ ਬਾਰਡਰ 'ਤੇ ਵੀ ਉਹੀ ਸਰਟੀਫਿਕੇਟ। ਫਿਰ ਮੈਂ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਲਿਖਿਆ ਵੀ ਤੁਸੀਂ ਥੋੜ੍ਹੀ ਜਿਹੀ ਤਾਂ ਖੋਜ ਕਰੋ ਕਿ ਇੱਕ ਤਰ੍ਹਾਂ ਦੇ ਸਰਟੀਫਿਕੇਟ ਜਿਹੜੇ ਹੈਗੇ ਨੇ ਮੋਹਾਲੀ 'ਚ ਬਣਦੇ ਸੀ ਉਹ ਜੀ। ਅੱਛਾ ਜੀ, ਹਾਂ, ਮੋਹਾਲੀ 'ਚ ਬਣਦੇ ਸੀਗੇ ਤੇ ਸਾਰੇ ਪੰਜਾਬ 'ਚ ਘੁੰਮਦੇ ਆ ਉਹ। ਅੱਛਾ ਜੀ, ਤੇ ਸਰਕਾਰ ਸੁੱਤੀ ਪਈ ਸੀ। ਉਹ ਫਿਰ ਮੈਂ ਜਦੋਂ ਬਹੁਤ ਜ਼ਿਆਦਾ ਰੌਲਾ ਪਾਇਆ, ਫਿਰ ਉਸ ਬੰਦੇ ਦੇ ਅਗੇਂਸਟ FIR ਦਰਜ ਹੋਈ ਹੈ। ਇਹ ਜਿਹੜੀ ਪ੍ਰਾਈਵੇਟ ਵਾਲਿਆਂ ਨੂੰ ਦੇਣ ਵਾਲੀ ਜਿਹੜੀ ਹੈਗੀ ਹੈ ਵਿੱਚ ਜਿਹੜੀ ਹੈਗੀ ਹੈ
ਇਹੀ ਇਸੇ ਤਰ੍ਹਾਂ ਦੇ ਉਹ ਜਿਹੜੇ ਹੈਗੇ ਆ ਉਹ ਇਕੱਲੇ ਡਾਕਟਰਾਂ ਦੇ ਸਰਟੀਫਿਕੇਟ ਨਹੀਂ ਬਣਾਉਂਦੇ, ਫਾਰਮੇਸੀ ਦੇ ਵੀ ਬਣਾਉਂਦੇ ਆ। ਤੁਸੀਂ ਡਾਕਟਰ ਹੈ ਉਹ, ਤੇ ਤਾਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਲੋਕ ਕਹਿੰਦੇ ਜੀ ਵੀ ਡਾਕਟਰਾਂ ਦਾ ਕੰਪਨੀ ਦੇ ਨਾਲ ਸਿੱਧਾ ਰਾਬਤਾ ਵੀ ਹੁੰਦਾ। ਕਈ ਕੰਪਨੀਆਂ ਉੱਥੇ ਆਉਂਦੀਆਂ ਜੀ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ, ਵੀ ਸਾਡੇ ਬ੍ਰਾਂਡ ਨੇਮ ਲਿਖਿਓ ਜੀ, ਤੁਹਾਨੂੰ ਇੰਨੇ % ਵਿੱਚੋਂ ਆਊਗਾ, ਜਿਸ ਤਰ੍ਹਾਂ ਦਾ ਹੁੰਦਾ ਜੀ ਕੁਛ? ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈਗੀ ਹੈ ਜੀ। ਇਸ ਨੂੰ ਆਪਾਂ ਇੱਕ ਬਿਜ਼ਨਸ ਮੋਡਿਊਲ ਦਾ ਵਰਡ ਯੂਜ਼ ਕਰਾਂਗੇ। ਅੱਛਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਇਹ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਨਾ, ਬੇਸਿਕਲੀ ਇਹ ਆਪਾਂ ਨੂੰ ਥੋੜ੍ਹਾ ਜਿਹਾ ਕੁਝ ਸਿਖਾ ਦਿੰਦੀਆਂ ਨੇ। ਸਰਕਾਰ ਤਾਂ ਕੁਝ ਵੀ ਨਹੀਂ ਸਿਖਾਉਂਦੀ ਜੀ। ਜਿਵੇਂ ਹੁਣ ਸਪੋਜ਼ ਮੈਂ 1987 'ਚ ਨੌਕਰੀ ਜੁਆਇਨ ਕੀਤੀ ਸੀ, ਇੱਕ ਡਿਸਪੈਂਸਰੀ 'ਚ ਨੌਕਰੀ ਮੈਂ ਜੁਆਇਨ ਕੀਤੀ, ਠੀਕ ਹੈ। ਡਿਸਪੈਂਸਰੀ ਦੇ ਵਿੱਚ ਗੋਲੀਆਂ ਇਹਨਾਂ ਨੇ ਭੇਜੀਆਂ 3 ਘੁੰਮ ਘੁਮਾ ਕੇ, ਉਹ ਵੀ ਬਰਨਾਲੇ ਦੀਆਂ ਬਣੀਆਂ ਹੁੰਦੀਆਂ ਸੀ ਸਾਰੀਆਂ। ਅੱਛਾ ਜੀ। ਠੀਕ ਹੈ, ਮਤਲਬ ਜਿਹਦੀ ਸਰਕਾਰ ਉਹਦੀਆਂ ਦਵਾਈਆਂ, ਉਹਦੇ ਰਿਸ਼ਤੇਦਾਰਾਂ ਦੀਆਂ ਦਵਾਈਆਂ ਹੁੰਦੀਆਂ ਸੀ ਬੇਸਿਕਲੀ। ਅੱਜ ਵੀ ਕਰਿਆ ਮੈਨੇ, ਸਰਕਾਰ ਮੁੱਕਰ ਨਹੀਂ ਸਕਦੀ ਇਸ ਗੱਲ ਦੇ ਉੱਤੇ। ਸਰਕਾਰ ਦੇ ਉੱਤੇ ਹਰ ਥਾਂ ਇਲਜ਼ਾਮ ਲੱਗਦਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਰਿਸ਼ਤੇਦਾਰਾਂ ਦੀਆਂ ਕੰਪਨੀਆਂ ਤੋਂ ਦਵਾਈਆਂ ਖਰੀਦੀਆਂ ਜਾਂਦੀਆਂ ਨੇ, ਠੀਕ ਹੈ। ਉਹ ਕੋਈ ਵੈਕਸੀਨ ਵਾਲੀਆਂ ਨਹੀਂ ਖਰੀਦੀਆਂ ਜਾਂਦੀਆਂ ਵਿੱਚ, ਜੇ ਕਹਿਣ ਦਾ ਵਿੱਚ। ਹਾਂ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ, ਸਪੋਜ਼ ਮੈਂ ਡਿਸਪੈਂਸਰੀ 'ਚ ਪੋਸਟਡ ਸੀ ਜੀ, ਸਰਕਾਰ ਦੀਆਂ ਤਾਂ 3 ਹੀ ਦਵਾਈਆਂ ਸੀਗੀਆਂ, ਤੇ ਮੇਰੇ ਜਿਹੜੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ, ਇੱਕ ਬੰਦੇ ਦੇ ਸਰੀਰ ਨੂੰ 30,000 ਬਿਮਾਰੀਆਂ ਲੱਗ ਸਕਦੀਆਂ ਨੇ ਜੀ। ਔਰ ਜਿਹੜੀਆਂ ਕੋਈ 8,000 ਦੇ ਕਰੀਬ ਤਾਂ FDA ਅਪਰੂਵਡ ਸਾਲਟ ਹੈਗੇ ਆ ਜੀ, ਅਜੇ ਤੱਕ ਹੋਰ ਵੀ ਹੈਗੇ ਆ, ਮਤਲਬ ਲੱਖਾਂ ਦੇ ਹਿਸਾਬ ਨਾਲ ਸਾਲਟ ਜਿਹੜੇ ਟ੍ਰੇਡ ਜੀ। ਫਿਰ ਉਹਨਾਂ ਨੂੰ ਉਹ ਡਾਕਟਰ ਜਿਹੜੀ ਪ੍ਰੈਕਟਿਸ ਕਰਦੇ ਕੌਣ ਪਹੁੰਚਾਏਗਾ ਉਹਨਾਂ ਤੱਕ? ਉਹ ਤਾਂ ਫਿਰ ਫਾਰਮਾਸਿਊਟੀਕਲ ਕੰਪਨੀ ਪਹੁੰਚਾਉਣਗੀਆਂ। ਤਾਂ ਫਾਰਮਾਸਿਊਟੀਕਲ ਦੀ ਕੰਪਨੀ ਦਾ ਫਿਰ ਇਹ ਹੁੰਦਾ ਹੈ ਕਿ ਡਾਕਟਰ ਦਾ ਜਿਸ ਤੱਕ ਜਦੋਂ ਉਹ ਕੰਪਨੀ ਉਸ ਨੂੰ ਪ੍ਰਮੋਟ ਕਰਦੀ ਹੈ ਆਪਣੇ ਸਿਸਟਮ ਦੇ ਵਿੱਚ, ਉਹ ਆਪਣੀ ਸਾਰੇ ਗੁੱਡ ਪੁਆਇੰਟਸ ਹੀ ਦੱਸਦੀ ਹੈ, ਬੈਡ ਪੁਆਇੰਟ ਤਾਂ ਵੈਸੇ ਨਹੀਂ ਦੱਸਦੀ ਜੀ ਜੀ, ਠੀਕ ਹੈ। ਉਹ ਫਿਰ ਡਾਕਟਰ ਦੇ ਕੋਲ ਇੱਕ ਜ਼ਰੀਆ ਹੈ ਕਿ ਉਹ ਮੈਡੀਸਿਨ ਜਿਹੜੀ ਹੈਗੀ ਹੈ ਨਵੀਂ ਵੀ ਆ ਰਹੀ ਹੈ ਵਿੱਚ, ਉਸ ਨੂੰ ਸਿੱਖ ਜਾਵੇ ਵਿੱਚ, ਠੀਕ ਹੈ, ਉਸ ਨੂੰ ਵਰਤ ਵੀ ਲਵੇ। ਤਾਂ ਹੋਰ ਤਾਂ ਉਹਦਾ ਕੋਈ ਤਰੀਕਾ ਹੀ ਨਹੀਂ ਕੋਈ ਵੀ ਵਿੱਚ ਜਿਹੜੀ ਹੈਗੀ ਹੈ ਜੀ। ਜਿੱਥੇ ਤੱਕ ਬਿਜ਼ਨਸ ਦੇ ਵਿੱਚ ਇਹ ਜਿਹੜਾ ਕਮਿਸ਼ਨ ਵਾਲੀ ਗੱਲ ਹੈ, ਇਹ ਮੈਂ ਕਹਾਂਗਾ ਕਿ ਇਹ ਤਾਂ ਹੁਣ ਸਾਰੇ ਦੇ ਹੱਡਾਂ 'ਚ ਰਚੀ ਹੋਈ ਹੈ ਜੀ। ਸਵਾਲ ਕਮਿਸ਼ਨ ਦਾ ਨਹੀਂ ਹੈ। ਤੁਹਾਡੀ ਗੱਲ ਨਾਲ ਮੈਂ ਯੈਸ ਕਹਿੰਦਾ ਹੋਇਆ, ਸਵਾਲ ਕਮਿਸ਼ਨ ਦਾ ਨਹੀਂ ਹੈ। ਸਵਾਲ ਇਹ ਹੈਗਾ ਕਿ ਕੀ ਉਹ ਪ੍ਰੈਸਕ੍ਰਿਪਸ਼ਨ ਉਨੀ ਕੀ ਦਿੰਦੇ ਆ ਕਿ ਜਿੰਨੀ ਮਰੀਜ਼ ਨੂੰ ਜ਼ਰੂਰਤ ਹੈ, ਕਿ ਉਸ ਤੋਂ ਜ਼ਿਆਦਾ ਦੇ ਦਿੰਦੇ ਆ? ਉਹ ਸਵਾਲ ਹੈ ਸਭ ਤੋਂ ਵੱਡਾ। ਜਾਂ ਟੈਸਟ ਜਿਹੜਾ ਹੈਗਾ ਉਹ ਟੈਸਟ ਵੀ ਕਰਦੇ ਆ, ਉਹਦੇ 'ਚ ਤਾਂ ਕਮਿਸ਼ਨ ਆਉਂਦਾ ਹੀ ਹੈ ਨਾ ਜੀ ਜੀ ਜੀ। ਇਹ ਤਾਂ ਹੁਣ ਇਹਦੇ 'ਚ ਲੋਕ ਸਭਾ ਕੀ ਹੈ, ਸਾਰਿਆਂ ਨੂੰ ਪਤਾ ਕਮਿਸ਼ਨ ਆਉਂਦਾ ਉਹਦੇ 'ਚ, ਠੀਕ ਹੈ। ਲੇਕਿਨ ਕੀ ਟੈਸਟ ਜਿਹੜਾ ਸੀਗਾ ਉਹ ਕਮਿਸ਼ਨ ਵਾਸਤੇ ਕਰਾਇਆ ਕਿ ਮਰੀਜ਼ ਦੇ ਫਾਇਦੇ ਵਾਸਤੇ ਕਰਾਇਆ? ਰੌਲਾ ਇੱਥੇ ਇਸ ਗੱਲ ਦਾ ਹੈ। ਇੱਥੇ ਐਥਿਕਸ ਦੀ ਗੱਲ ਹੈ ਸਾਰੀ ਜਿਹੜੀ ਹੈਗੀ, ਜਦੋਂ ਆਪਾਂ ਐਥਿਕਸ ਦੀ ਗੱਲ ਕਰਦੇ ਜੀ ਜੀ ਜੀ। ਦੇਖੋ ਹੁਣ ਟੈਸਟ ਤਾਂ ਕਰਾਉਣਾ ਹੀ ਪਏਗਾ ਬੱਚੇ, ਜੇ ਤਾਂ ਤੁਹਾਨੂੰ ਤੁਸੀਂ ਬਿਮਾਰੀ ਲੱਭਣ ਵਾਸਤੇ ਕਰਾਇਆ ਫਿਰ ਤਾਂ ਪ੍ਰੋਬਲਮ ਨਹੀਂ ਕੋਈ ਜੀ। ਜੇ ਕਮਿਸ਼ਨ ਵਾਸਤੇ ਕਰਾਇਆ ਤਾਂ ਫਿਰ ਬਹੁਤ ਗਲਤ ਗੱਲ ਹੈ। ਇਸੇ ਤਰ੍ਹਾਂ ਮੈਡੀਸਿਨ ਤਾਂ ਤੁਹਾਨੂੰ ਕੋਈ ਨਾ ਕੋਈ ਤਾਂ ਲਿਖਣੀ ਪਏਗੀ। ਇਹ ਕੰਪਨੀ ਦੀ ਨਹੀਂ ਲਿਖੋਗੇ, B ਦੀ ਲਿਖਣ ਲੱਗ ਜਾਓ, B ਦੀ ਨਹੀਂ ਲਿਖੋਗੇ, C ਦੀ ਲਿਖਣ ਲੱਗ ਜਾਓ, ਕੁਛ ਨਾ ਕੁਛ ਤਾਂ ਲਿਖਣਾ ਹੀ ਹੈ ਨਾ ਤੁਸੀਂ ਜੀ ਜੀ ਜੀ। ਉਹਦੇ 'ਚ ਵੀ ਕਮਿਸ਼ਨ ਦਾ ਇਸ਼ੂ ਨਹੀਂ ਹੈ, ਉਹਦੇ 'ਚ ਵੀ ਇਸ਼ੂ ਜਿਹੜਾ ਹੈਗਾ ਕਿ ਓਵਰ ਪ੍ਰਸਕ੍ਰਿਪਸ਼ਨ ਹੈ, ਅਨਵਾਂਟਡ ਮੈਡੀਸਿਨ ਦਾ ਇਸ਼ੂ ਹੈ। ਪਲੱਸ ਡਾਕਟਰ ਭਾਵੇਂ ਸਾਰੀ ਪ੍ਰਾਈਸ ਨੂੰ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕੰਪਨੀ ਆਣ ਕੇ ਆਪਣੇ ਸਿਸਟਮ 'ਚ ਕਰਨ ਲੱਗ ਜਾਂਦੀ ਨਾ ਜੀ। ਲੇਕਿਨ ਡਾਕਟਰ ਇੰਨਾ ਥੋੜ੍ਹਾ ਇੰਸ਼ੋਰ ਕਰ ਸਕਦਾ ਵੀ ਜਿਹੜਾ ਬੰਦਾ ਤੁਹਾਡੇ ਕੋਲ ਆਇਆ ਉਹਨੂੰ ਕਹੇ ਯਾਰ ਮਾੜਾ ਮੋਟਾ ਲੋਕਾਂ ਦਾ ਖਿਆਲ ਰੱਖ ਲਈ, ਕੋਈ ਰੇਟ ਇੰਨਾ ਜ਼ਿਆਦਾ ਨਾ ਤੇਰੀ ਕੰਪਨੀ ਦਾ ਹੋਵੇ, ਕਿਉਂਕਿ ਕੰਪੇਅਰ ਤਾਂ ਹੁੰਦਾ ਨਹੀਂ ਨਾ ਸਾਲਟ ਦਾ ਜੀ। ਡਾਕਟਰ ਦੇ ਕੋਲ ਐਸਾ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਤੂੰ ਕੰਪੇਅਰ ਹੋ ਜਾਵੇ। ਪਰ ਜਿਹੜੀ ਤੁਸੀਂ ਐਥਿਕਸ ਦੀ ਗੱਲ ਕੀਤੀ, ਇੰਨਾ ਕੁ ਤਾਂ ਆਪਾਂ ਕਹਿ ਹੀ ਸਕਦੇ ਕਿ ਯਾਰ ਮਾਰਕੀਟ ਦੇ ਵਿੱਚ ਨਾ ਜਿਹੜਾ ਸਭ ਤੋਂ ਮਹਿੰਗਾ ਰੇਟ ਆ ਉਹ ਨਾ ਲਾਈ, ਸਸਤੇ ਵਾਲਾ ਰੇਟ ਜਿਹੜਾ ਹੈਗਾ ਉਹ ਰੱਖ ਲੈ, ਠੀਕ ਹੈ। ਹੁਣ ਫਿਰ ਇਹ ਇੱਕ ਸਰਕਲ ਬਣਿਆ ਹੋਇਆ, ਇੱਕ ਬਿਜ਼ਨਸ ਮੋਡਲ ਜਿਹੜਾ ਹੈਗਾ ਉਹਨੂੰ ਅਤੇ ਨੈਤਿਕਤਾ ਜਿਹੜੀ ਹੈਗੀ ਹੈ, ਉਹ ਦੋ ਗੱਲਾਂ ਆਪਾਂ ਕੰਬਾਈਨ ਨਹੀਂ ਕਰ ਸਕਦੇ ਵਿੱਚ ਜੀ ਜੀ। ਐਥੀਕਲੀ ਤਾਂ ਫਿਰ ਹੁਣ ਲੋਕ ਕਰਦੇ ਹੀ ਆ, ਲੋਕਾਂ ਨੇ ਤੁਸੀਂ ਦੇਖੋ ਕਰੋੜਾਂ ਰੁਪਏ ਦਾ ਲੰਗਰ ਲਾਉਂਦੇ ਆ, ਕਰੋੜਾਂ ਰੁਪਏ ਦੀਆਂ ਮੈਡੀਸਿਨਸ ਫ੍ਰੀ ਦੇ ਜਾਂਦੇ ਆ ਵਿੱਚ ਜਿਹੜੀ ਹੈਗੀ ਹੈ। ਮਤਲਬ ਕਿ ਲੋਕ ਇੱਕ ਸਵਾਲ ਕਰਦੇ ਆ, ਉਹ ਵੀ ਸ਼ਾਇਦ ਫਿਰ ਲੋਕ ਉੱਥੇ ਗਲਤ ਹੈ ਜੀ। ਲੋਕ ਕਹਿੰਦੇ ਡਾਕਟਰ ਬ੍ਰਾਂਡ ਨੇਮ ਲਿਖ ਦਿੰਦਾ, ਡਾਕਟਰ ਨੂੰ ਕਿਵੇਂ ਉਹ ਲਿਖਣਾ ਚਾਹੀਦਾ ਜੀ, ਵੀ ਸਾਲਟ ਲਿਖਣਾ ਚਾਹੀਦਾ? ਉਹ ਜਿਹੜਾ ਕਹਿੰਦਾ ਕਿ ਉਹਨੂੰ ਤੈਨੂੰ ਆਪਾਂ ਕੁਰਸੀ 'ਤੇ ਬਿਠਾ ਦਿੰਦੇ ਆ, ਤੂੰ ਲਿਖ ਲਾ। ਇਸ ਗੱਲ ਦੇ ਉੱਤੇ ਮੇਰੀ ਇੱਕ ਵਾਰੀ ਡਿਸਟ੍ਰਿਕਟ ਹੈਲਥ ਸੁਸਾਇਟੀ ਦੇ ਵਿੱਚ ADC ਚੇਅਰ ਕਰ ਰਿਹਾ ਸੀਗਾ ਮੀਟਿੰਗ ਦੇ ਵਿੱਚ, ਉਸ ਟਾਈਮ 'ਤੇ ਮੈਂ ਮਾਨਸਾ ਪੋਸਟਡ ਸੀ ਵਿੱਚ ਜੀ। ਉਦੋਂ ਫਿਰ ਮੈਨੂੰ ਕਿਹਾ, ਮੈਂ ਉਹਨੂੰ ਕਿਹਾ ਮਿਸਟਰ ADC, ਡਾਕਟਰੀ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਤੂੰ ਵੀ ਆਪਣੇ ਲੈਵਲ ਦੇ ਉੱਤੇ ਕਹਿਤਾ ਜੈਨਰਿਕ ਲਿਖਿਆ, ਤੈਨੂੰ ਪਤਾ ਪਹਿਲੀ ਗੱਲ ਜੈਨਰਿਕ ਹੁੰਦੀ ਕੀ ਹੈ ਜੀ। ਨੰਬਰ 2, ਜਾਂ ਤੂੰ ਡਾਕਟਰ ਬਣ ਜਾ ਅਤੇ ਮੈਂ ਮਰੀਜ਼ ਬਣ ਜਾਣਾ, ਜਾਂ ਤੂੰ ਮਰੀਜ਼ ਬਣ ਜਾ ਤਾਂ ਫਿਰ ਮੈਂ ਡਾਕਟਰ ਬਣ ਜਾਣਾ। ਫਿਰ ਤੈਨੂੰ ਪਤਾ ਲੱਗੂਗਾ ਵੀ ਕਿਸ ਪਾਪ ਬੀਤਦੀ ਹੈ ਉੱਥੇ ਜਿਹੜੀ ਹੈਗੀ। ਡਾਕਟਰੀ ਪ੍ਰੋਫੈਸ਼ਨ ਇੰਨਾ ਸਿੰਪਲ ਪ੍ਰੋਫੈਸ਼ਨ ਨਹੀਂ ਹੈ ਵਿੱਚ। ਸਾਲਟ ਲਿਖਣਾ ਕੋਈ ਹੋ ਜਾ, ਸਾਲਟ ਸੇਮ ਸਾਲਟ ਖਰੀਦ ਲਿਆ, ਉਹਦੇ ਸਾਈਡ ਇਫੈਕਟ ਵੀ ਹੋ ਸਕਦੇ। ਉਹਦੇ ਇੰਡਸਟਰੀ ਤਾਂ ਬਣੀ ਕਮਾ ਗਿਆ ਅਤੇ ਕੁਝ ਹੋਰ ਖਾ ਗਿਆ, ਕੋਈ ਹੋਰ ਨਾਮ ਤਾਂ ਡਾਕਟਰ ਦਾ ਹੀ ਲੱਗ ਜਾਣਾ ਉੱਥੇ ਫਿਰ ਆਣ ਕੇ। ਸੋ ਇੱਥੇ ਕਈ ਵਾਰੀ ਇਸ ਤਰ੍ਹਾਂ ਕਰਕੇ ਦੇਖਿਆ
ਕਿ ਜੇ ਤੁਸੀਂ ਅੱਜ ਸਿਰਫ ਸਾਲਟ ਦਾ ਲਿਖਣ ਲੱਗ ਜਾਓ, ਮੰਨ ਵੀ ਲਓ ਆਪਾਂ ਜੀ, ਤੇ ਉਹ ਸਾਰੇ ਦਾ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੈਮਿਸਟ ਸ਼ਾਪ ਦੀ ਮਰਜ਼ੀ ਹੈ। ਫਿਰ ਭਾਵੇਂ ਉਹ 5 ਰੁਪਏ ਦਾ ਦੇਵੇ, ਭਾਵੇਂ ਉਹ 25 ਰੁਪਏ ਵਾਲਾ ਦੇਵੇ, ਭਾਵੇਂ ਉਹਨੇ 5 ਰੁਪਏ 'ਚ ਖਰੀਦੀ ਆ 25 'ਚ ਵੇਚੇ, ਜਾਂ 25 ਵਾਲੀ ਖਰੀਦ ਕੇ 95 'ਚ ਵੇਚੇ, ਫਿਰ ਤਾਂ ਉਹਦੀ ਮਰਜ਼ੀ ਬਣ ਜਾਣੀ ਹੈ। ਜੇ ਤੁਸੀਂ ਟ੍ਰੇਡ ਨੇਮ ਲਿਖਿਆ ਹੋਇਆ, ਬਲਕਿ ਸਗੋਂ ਉਹਦੇ 'ਚ ਥੋੜ੍ਹੀ ਬਹੁਤੀ ਰਿਸਪੌਂਸਿਬਿਲਿਟੀ ਡਾਕਟਰ ਦੀ ਬਣ ਜਾਂਦੀ ਹੈ, ਕਿਉਂਕਿ ਕੋਈ ਬੰਦੇ ਨੇ ਤੁਹਾਨੂੰ ਕਿਹਾ ਸੀ ਆਣ ਕੇ ਵੀ ਮੈਂ ਇਹ ਕੰਪਨੀ ਹੈ, ਤੁਸੀਂ ਤਾਂ ਹੀ ਉਹਦਾ ਨਾਮ ਲਿਖਿਆ ਨਾ, ਇਹਦਾ ਮਤਲਬ ਤੁਸੀਂ ਉਸ ਕੰਪਨੀ ਤੋਂ ਜਾਣੂ ਹੋ, ਹੈ ਨਾ, ਤਾਂ ਹੀ ਤੁਸੀਂ ਉਸ ਦਾ ਨਾਮ ਲਿਖਿਆ ਨਾ। ਜੀ ਜੀ। ਫਿਰ ਉਹ ਉਸ ਦੀ ਜੇ ਉਹ ਦਵਾਈ ਲਿਖੀ ਹੋਈ ਤੇ ਫਿਰ ਕੈਮਿਸਟ ਸ਼ਾਪ ਵੀ ਵਾਇਲੇਟ ਕਰੇ ਤਾਂ ਡਾਕਟਰ ਦੀ ਵੀ ਰਿਸਪੌਂਸਿਬਿਲਿਟੀ ਆਏਗੀ ਵਿੱਚ। ਠੀਕ ਹੈ, ਉਹਨੇ ਇੱਕ ਟ੍ਰੇਡਰ ਨੇਮ ਲਿਖਿਆ ਹੋਇਆ, ਉਹਦੇ ਵਾਸਤੇ ਉਹਦੀ ਜ਼ਿੰਮੇਵਾਰੀ ਫਿਰ ਬਣ ਜਾਣੀ ਹੈ ਵਿੱਚ ਜੀ, ਕਿ ਉਸ ਨੂੰ ਲਿਖਣ ਤੋਂ ਪਹਿਲਾਂ ਥੋੜ੍ਹਾ ਬਹੁਤਾ ਤਾਂ ਇਨਸ਼ੋਰ ਕਰੇਗਾ ਹੀ ਨਾ ਵਿੱਚ ਜੀ, ਕਿ ਵਾਕਈ ਇਹ ਸਹੀ ਕੁਆਲਿਟੀ ਹੈ, ਜਾਂ ਇਹਦੇ 'ਚ ਜਿਹੜੇ ਅੰਦਰ ਇੰਗਰੀਡੀਐਂਟਸ ਹੈਗੇ ਨੇ ਉਹ ਵੀ ਬਹੁਤ ਇੰਪੋਰਟੈਂਟ ਨੇ, ਕਿ ਸਾਲਟ ਦੇ ਅੰਦਰ ਵੀ ਨਾਲ ਮਲਟੀਪਲ ਸਾਲਟ ਜਿਹੜੇ ਨੇ ਉਹ ਕਿਹੜੇ ਕਿਹੜੇ ਹੈਗੇ ਵਿੱਚ, ਜਿਹੜੇ ਉਹ ਹੈ ਵੀ ਹੈ ਕਿ ਨਹੀਂ ਹੈ ਵਿੱਚ। ਜੇ ਆਪਾਂ ਇਦਾਂ ਲਿਖਣ ਲੱਗੇ ਤਾਂ ਫਿਰ ਤਾਂ ਸਿਸਟਮ ਹੀ ਸਾਰਾ ਤੈਸ਼ਨ ਹੋ ਜਾਊਗਾ। ਇੱਕ ਕਿਉਂਕਿ ਸਾਡੀ ਪੜ੍ਹਾਈ ਵੀ ਉਹਨਾਂ ਦੀ ਹੈ, ਸਾਡਾ ਜਿਹੜਾ ਹੁਣ ਘੜੀ ਬਿਜ਼ਨਸ ਮਾਡਲ ਬਣਿਆ ਹੋਇਆ ਉਹ ਵੀ ਇਸੇ ਤਰ੍ਹਾਂ ਹੀ ਬਣਿਆ ਹੋਇਆ, ਔਰ ਇਹ ਜਿਹੜਾ ਕੈਮਿਸਟ ਸ਼ਾਪ ਦਾ ਇੱਕ ਰੋਟੇਸ਼ਨ ਬਣੀ ਹੋਈ ਹੈ ਵਿੱਚ ਜਿਹੜੀ ਹੈਗੀ ਉਹ ਵੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਸੋ ਮੈਂ ਇਹ ਨਹੀਂ ਜਸਟੀਫਾਈ ਨਹੀਂ ਕਰੂੰਗਾ ਕਮਿਸ਼ਨ ਕੁਸ਼ਨ ਕਿਸੇ ਵੀ ਸਿਸਟਮ ਦੇ ਵਿੱਚ ਜੀ, ਲੇਕਿਨ ਇੱਕ ਐਕਸੈਪਟੇਬਲ ਨੋਰਮ ਬਣ ਗਿਆ ਹੋਇਆ ਵਿੱਚ। ਸੋ ਉਸ ਨੋਰਮ ਦੇ ਵਿੱਚ ਰਹਿ ਕੇ ਆਪਾਂ ਨੂੰ ਕੰਮ ਕਰਨਾ ਪਏਗਾ ਜੀ। ਤੇ ਇਸ ਚੀਜ਼ ਨੂੰ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਜਿਹੜੀਆਂ ਕੰਪਨੀਆਂ ਜੀ, ਚਾਹੇ ਬੇਸ਼ੱਕ ਫਿਰ ਗੱਲ ਸਰਕਾਰ ਦੀ ਹੋਣੀ ਹੈ ਇਸ ਦੇ ਜਵਾਬ ਵਿੱਚ ਵੀ, ਪਰ ਕਹਿੰਦੇ ਜਦੋਂ ਕੰਪਨੀ ਕੋਈ ਲੋਕਲ ਕੰਪਨੀਆਂ ਜਿਹੜੀਆਂ ਦਵਾਈ ਤਿਆਰ ਕਰਕੇ ਮੈਡੀਕਲ ਸਟੋਰ ਦੇ ਉੱਤੇ ਕੈਮਿਸਟ ਨੂੰ ਵੇਚਣੀ ਹੁੰਦੀ, ਤਾਂ ਕਹਿੰਦੇ ਕੈਮਿਸਟ ਵਾਲੇ ਕਹਿੰਦੇ ਆ ਵੀ ਠੀਕ ਹੈ ਬਾਈ, ਅਸੀਂ ਤੁਹਾਡੀ ਦਵਾਈ ਲੈਣ ਨੂੰ ਤਿਆਰ ਆ ਜੇ ਸਾਨੂੰ 5 ਰੁਪਏ ਦੀ ਦਵਾਈ ਪੈਂਦੀ ਹੈ, ਪਰ ਇਹਦਾ MRP ਆ 250 ਰੱਖ ਦਿਓ, 200 ਰੱਖ ਦਿਓ, ਹੈ ਜੀ। ਦੱਸੋ, ਇਹੀ ਤੇ ਰੌਲਾ ਪਿਆ ਹੋਇਆ ਕਿ ਸਰਕਾਰ ਨੇ ਓਪਨ ਮਾਰਕੀਟ ਛੱਡੀ ਹੋਈ ਹੈ, ਜਿਹੜਾ ਮਰਜ਼ੀ ਜੋ ਮਰਜ਼ੀ ਲਿਖ ਲਵੇ ਉੱਥੇ। ਜੇ ਕਿਸੇ ਬੰਦੇ ਨੇ, ਜਿਵੇਂ ਆਪਾਂ ਕਿਹਾ, ਕਿਸੇ ਬੰਦੇ ਨੂੰ ਉਹ ਵੀ ਕਹਿੰਦੇ ਵੀ ਅਸੀਂ ਕਿਹਾ ਸਾਨੂੰ ਤਾਂ ਪ੍ਰਿੰਟੇ ਕਰਨਾ, ਉਹਦਾ ਇਹ ਠੱਪਾ ਹੀ ਲੱਗਣਾ ਜੀ, ਚਾਹੇ 500 ਰਖਵਾ ਲਓ। ਠੱਪਾ ਤੇ ਇਹਨਾਂ ਨੇ ਫਿਰ ਕੈਮਿਸਟ ਸ਼ਾਪ ਤੇ ਲਾਇਆ ਹੋਇਆ। ਆਪਣੀ ਮੈਡੀਸਿਨ ਕਿਹੜੀ ਖਰੀਦਦੇ ਆ? ਕਦੀ ਇਹਨਾਂ ਨੇ ਕਦੀ ਕੁਝ ਇੰਟਰਨੈਸ਼ਨਲ ਕੰਪਨੀ ਦੀ ਕੋਈ ਮੈਡੀਸਿਨ ਖਰੀਦੀ ਹੈ? ਜਿਹੜੇ ਮਰਜ਼ੀ ਹਸਪੀਟਲ ਜਾ ਕੇ ਚਲ ਜਾਓ। ਅਸੀਂ ਤਾਂ ਇਹਨਾਂ ਦੀ ਜਿਹੜੇ ਖਰੀਦੀਆਂ ਹੋਈਆਂ ਮੈਡੀਸਿਨ ਸੀ ਨਾ, ਬ੍ਰਾਂਡਡ ਕੰਪਨੀ ਦੀ ਕੋਈ ਨਹੀਂ ਜੀ, ਪਤਾ ਨਹੀਂ ਇਹਨਾਂ ਦੇ ਬ੍ਰਾਂਡ ਵੀ ਕਿੱਥੋਂ ਆਉਂਦੇ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਜਿਹੜੇ ਇਹਨਾਂ ਦੇ ਬ੍ਰਾਂਡ ਹੈ ਉਹ ਤਾਂ ਕਦੀ ਅਸੀਂ ਜਨਰਲ ਪ੍ਰੈਕਟਿਸ ਸੁਣਦੇ ਨਹੀਂ ਹੈਗੇ। ਇਹ ਲੈ ਕੇ ਪਤਾ ਨਹੀਂ ਕਿਹੜੀ ਕੰਪਨੀ ਕਿਹੜੀ ਖੁੱਡੇ 'ਚੋਂ ਕੱਢ ਕੇ ਲਿਆਉਂਦੇ ਨੇ ਕੰਪਨੀ, ਤੇ ਉਸ ਨੂੰ ਫਿਰ ਜਿਹੜਾ ਹੈਗਾ ਉਸ ਨੂੰ ਕੰਟਰੈਕਟ ਦਿੰਦੇ ਆ ਵਿੱਚ ਜਿਹੜੀ ਹੈਗੀ। ਸੋ ਮੇਰਾ ਕਹਿਣਾ ਹੈਗਾ ਕਿ ਇਹ ਸਾਰੀਆਂ ਗੱਲਾਂ ਵਾਸਤੇ ਸਰਕਾਰ ਜ਼ਿੰਮੇਵਾਰ ਹੈ 100%। ਕੁਆਲਿਟੀ ਇੰਸ਼ੋਰੈਂਸ ਵਾਸਤੇ ਵੀ ਜ਼ਿੰਮੇਵਾਰ ਹੈ, ਕੀਮਤ ਉਹਦੀ ਜਿਹੜੀ ਰੇਟ ਲਿਖਿਆ ਉਹਦੇ ਵਾਸਤੇ ਵੀ ਉਹੀ ਜ਼ਿੰਮੇਵਾਰ ਹੈ। ਕਿਉਂਕਿ ਰੇਟ, ਮੈਂ ਤਾਂ ਤੁਹਾਨੂੰ ਸਿੱਧੀ ਗੱਲ ਕਰ ਰਿਹਾ, ਸਰਕਾਰ ਜਵਾਬ ਦੇ ਦੇਵੇ ਮੈਨੂੰ। ਮੋਦੀ ਖਾਨੇ ਦਾ ਸਾਲਟ, ਸਰਕਾਰ ਦਾ ਖਰੀਦਿਆ ਹੋਇਆ ਸਾਲਟ, ਤੇ ਇੱਕ ਐਥੀਕਲ ਕੰਪਨੀ ਜਿਹੜੀ ਆਪਣੇ ਆਪ ਨੂੰ ਸੋ ਕਾਲਡ ਐਥੀਕਲ ਆਪਾਂ ਕਹਾਂਗੇ, ਉਹਦਾ ਤਿੰਨਾਂ ਦਾ ਜਵਾਬ ਦੇ ਦੇਵੇ ਬਸ। ਸਰਕਾਰ ਦੀ ਠੱਗੀ ਤਾਂ ਸਾਹਮਣੇ ਨਿਕਲਿਆ ਨਹੀਂ, ਹੁਣੇ ਨਿਕਲਿਆ ਨਹੀਂ ਹੈ ਵਿੱਚ ਹੀ। ਅਜੇ ਕੁਆਲਿਟੀ ਦੀ ਗੱਲ ਮੈਂ ਬਾਅਦ 'ਚ ਕਰੂੰਗਾ, ਕੁਆਲਿਟੀ ਵੀ ਛੱਡਦਾ। ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਹੀ ਦੱਸੇਗਾ ਵੀ ਕਿੰਨੇ ਸੈਂਪਲਸ ਇਹਨਾਂ ਦੇ ਫੇਲ, ਉਸ ਦੀ ਗੱਲ ਵੀ ਨਹੀਂ ਕਰੂੰਗਾ, ਸਿਰਫ ਕੀਮਤ ਦੀ ਗੱਲ ਕਰੂੰਗਾ ਬਸ। ਉਹਦਾ ਜਵਾਬ ਦੇ ਦੇਵੇ ਸਾਲਟ ਸਰਕਾਰ। ਬੇਈਮਾਨ ਸਰਕਾਰ ਜਿਹੜੀ ਹੈਗੀ ਹੈ ਅੱਜ ਲੋਕਾਂ ਨੂੰ ਲੁੱਟ ਰਹੀ ਹੈ। ਜਿਹੜੀ ਲੁੱਟ ਵਟ ਚਲ ਮੈंने ਯੂਜ਼ ਨਹੀਂ ਕਰਨਾ ਚਾਹੁੰਦਾ ਸੀਗਾ, ਲੋਕਾਂ ਨੂੰ ਲੁੱਟ ਰਹੀ ਹੈ, ਲੋਕਾਂ ਨੂੰ ਲੁਟਾ ਰਹੀ ਹੈ। ਜ਼ਿੰਮੇਵਾਰੀ ਸਾਰੀ ਸਰਕਾਰ ਦੀ ਹੈ। ਤੋ ਇਸ ਕਰਕੇ ਨਾ ਇਹ ਮੈਡੀਕਲ ਦਾ ਇਸ਼ੂ ਥੋੜਾ ਕੰਪਲਿਕੇਟਡ ਇਸ਼ੂ ਹੈ। ਇਕੱਲਾ ਆਪਾਂ ਜੈਨਰਿਕ ਵਰਡ ਕਹਿ ਕੇ ਤਾਂ ਫਿਰ ਜਿਹੜੇ ਮੈਂ ਤੁਹਾਨੂੰ ADC ਵਾਲੀ ਗੱਲ ਦੱਸੀ ਨਾ, ਕੁਰਸੀ ਤੋਂ ਭੱਜਣ ਨੂੰ ਫਿਰਦਾ ਸੀਗਾ, ਫਿਰ ਮੈਨੂੰ ਕਿਹਾ ਨਹੀਂ ਅੱਜ ਤੈਨੂੰ ਮੈਨੂੰ ਜਾਣ ਵੀ ਨਹੀਂ ਦੇਣਾ, ਤੈਨੂੰ ਇੱਥੇ ਬਿਠਾਊਂਗਾ, ਤੈਨੂੰ ਸਾਰੀ ਡਿਟੇਲਿੰਗ ਪੁੱਛੂਗਾ ਤੈਨੂੰ ਪਹਿਲਾਂ ਕਿ ਤੂੰ ਕੈਪਸੂਲ ਤਾਂ ਲੈ ਲਿਆ, ਮੈਨੂੰ ਇਹ ਤਾਂ ਦੱਸ ਦੇ ਕਿ ਇਹ ਜੈਨਰਿਕ ਹੈਗਾ, ਕਿ ਇਹ ਖੁੱਲ੍ਹਦਾ ਕਿੱਥੇ ਹੈ, ਇਹ ਬੰਦਾ ਕਿੱਥੇ ਹੈ, ਕੋਠੇ ਵਾਲੀ ਦੁਕਾਨ 'ਤੇ ਬੰਦਾ ਹੈ, ਸਲਾਮੇ 'ਚ ਬੰਦਾ ਹੈ, ਕਿ ਕਿਸੇ ਫੈਕਟਰੀ 'ਚ ਬੰਦਾ ਹੈ, ਕੀ ਚੀਜ਼ ਪਾਈ ਹੋਈ ਹੈ ਉਹਦੇ 'ਚ, ਉਹਨੂੰ ਚੀਜ਼ ਪਾ ਕੇ ਤੁਸੀਂ ਬੰਦ ਕਿਵੇਂ ਕੀਤੀ ਹੋਈ ਹੈ। ਠੀਕ ਹੈ, ਮੈਂ ਛੋਟੀ ਜਿਹੀ, ਚਲੋ ਇਹ ਇੱਕ ਵਧੀਆ ਟੌਪਿਕ ਹੈਗਾ ਬੰਦ ਕਰਨ ਵਾਲਾ, ਮੈਂ ਤੁਹਾਨੂੰ ਲੋਕਾਂ ਦੀ ਜਾਣਕਾਰੀ ਵਾਸਤੇ ਦੱਸਣਾ। ਜਿਵੇਂ ਥਾਇਰਾਇਡ ਵਾਲੀ ਆਪਾਂ ਗੱਲ ਕਰਦੇ ਹਾਂ, ਥਾਇਰਾਇਡ ਦੀ ਬਿਮਾਰੀ ਦੀ, ਉਹਦੇ 'ਚ ਇਹ ਹੁੰਦਾ ਹੈ ਕਿ ਇਹ ਜਿਹੜਾ ਨਮਕ ਹੈ ਉਹਦੇ 'ਚ ਆਇਓਡੀਨ ਜ਼ਰੂਰੀ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਦੀ ਪੈਕਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ ਜੀ। ਜੇ ਉਸ ਨੂੰ ਲੂਜ਼ ਛੱਡਤਾ ਆਪਾਂ ਜੀ, ਹਾਂਜੀ, ਸਲਾਬ ਜਾਊਗਾ ਜਾਂ ਉਹ ਆਇਓਡੀਨ ਉੱਡ ਜਾਂਦੀ ਹੈ ਵਿੱਚ, ਹਾਂਜੀ। ਹੁਣ ਜੇ ਫਿਰ ਆਪਾਂ ਬਾਜ਼ਾਰ 'ਚੋਂ ਲੂਣ ਦਾ ਇੱਕ ਪੈਕਟ ਲੈਣ ਜਾਈਏ ਤੇ ਇੱਕ ਨੇ ਬੋਰੀ ਭਰ ਕੇ ਬਾਹਰ ਰੱਖਿਆ ਹੋਵੇ ਤੇ ਆਪਾਂ ਦੋਵੇਂ ਬਰਾਬਰ ਹੋ ਕੇ ਇੱਦਾਂ ਨਹੀਂ ਨਾ ਹੋਣਾ। ਇੱਥੇ ਵੀ ਇਹੀ ਸਟੋਰੀ ਹੈ। ਅਸਲੀ ਸਟੋਰੀ ਜਿਹੜੀ ਹੈਗੀ ਆ ਉਹ ਇਹੀ ਹੈ ਕਿ ਜਿਹੜੀਆਂ ਆਪਣੀਆਂ, ਤਾਂ ਤੁਸੀਂ ਦੇਖੋ
ਈਵਨ ਆਪਣੀ ਇੱਕ ਕੰਪਨੀ ਦੀਆਂ, ਚਲੋ ਮੈਂ ਨਾਮ ਨਾ ਲੈਂਦਾ ਹੋਇਆ ਗੱਲ ਕਹਾਂਗਾ ਕਿ ਫੋਰਨ ਵਾਲਿਆਂ ਨੇ ਰਿਟਰਨ ਕਰਤੀ ਸੀ ਮੈਡੀਸਿਨ, ਆਪਣੀ ਘਰ ਲੈ ਜਾਓ। ਗੱਲ ਸਾਡੇ ਤੇ ਚੌਲ ਵੀ ਵਾਪਸ ਹੋਏ ਆ, ਸਾਡੀ ਕਣਕ ਵੀ ਵਾਪਸ ਹੋ ਜਾਂਦੀ ਹੈ। ਜਿਵੇਂ ਤੁਸੀਂ ਗੱਲ ਕਿਹਾ ਜਿੰਦੂ ਦੀ ਵੀ ਤੁਸੀਂ ਗੱਲ ਕਿਹਾ ਵੀ ਅਧੂਰੀ ਜਾਣਕਾਰੀ, ਮੈਂ ਤੁਸੀਂ ਬੋਰੀ ਦੀ ਗੱਲ ਕੀਤੀ, ਪਰ ਮੈਂ ਤਾਂ ਇਹ ਕਹਿੰਦਾ ਨਾ ਜੀ ਵੀ ਜੇ ਜਿੰਦੂ ਨੇ ਜਿਹੜੀਆਂ ਚੀਜ਼ਾਂ ਦਿਖਾਈਆਂ ਏ ਉਹ ਇੱਕ ਬੋਰੀ ਵਾਲੀ ਗੱਲ ਆ, ਉਹ ਬੋਰੀ ਵਾਲੀਆਂ ਦਵਾਈਆਂ ਹੈ ਵੀ ਠੀਕ ਹੈ ਉਹਨਾਂ ਠੀਕ ਹੈ ਜੀ, ਪਰ ਉਹ ਬੋਰੀ ਵੀ ਤਾਂ ਜੇ ਉਹ 5 ਵਾਲੀ ਬੋਰੀ ਹੈ ਤਾਂ ਉਹ 250 'ਚ ਵਿਕ ਰਹੀ ਹੈ ਜੀ ਬ੍ਰਾਂਡ ਦੇ ਬਰਾਬਰ। ਜੇ ਟਾਟਾ ਨਮਕ 15 ਦਾ ਤਾਂ ਸਿਰਫ ਉਹਦੇ ਕਹਿਣ ਮੁਤਾਬਕ ਹੀ ਹੈ, ਉਹ ਸਿਰਫ ਜਿੰਦੂ ਦੇ ਕਹਿਣ ਮੁਤਾਬਕ ਹੈਗੀ ਹੈ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਇਹ ਜਿਹੜੀਆਂ ਗੱਲਾਂ ਇਹ ਕਰ ਰਿਹਾ ਕਿ ਤੁਸੀਂ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ 30,000 ਬਿਮਾਰੀਆਂ ਲੱਗ ਸਕਦੀਆਂ ਨੇ, ਹਜ਼ਾਰਾਂ ਦੇ ਹਿਸਾਬ ਨਾਲ ਮੈਡੀਸਿਨਸ ਹੈਗੀਆਂ ਨੇ। ਇਹ ਗੁਰੂ ਨਾਨਕ ਸਟੋਰ ਵਾਲੇ ਨੂੰ ਵੀ ਇਹ ਗੱਲ ਦੱਸਣੀ ਪਊ ਵੀ ਕਿੰਨੀਆਂ ਦਵਾਈਆਂ ਉਹਨੇ ਦਿਖਾਈਆਂ ਘੱਟ ਵਾਲੀਆਂ, ਜਿਹੜੀ ਵਾਧੂ ਵਾਲੀਆਂ ਉਹ ਕਿਉਂ ਨਹੀਂ ਦਿਖਾਉਂਦਾ? ਉਹ ਜਦ ਕਿ ਉਹਦੇ ਕੋਲ ਸਾਰੀਆਂ ਹੀ ਬੋਰੀ ਵਾਲੀਆਂ ਨੇ ਜੀ, ਇਹ ਤਾਂ ਦੱਸਣਾ ਤਾਂ ਪਏਗਾ ਨਾ ਉਸਨੂੰ, ਤਾਂ ਹੀ ਗੱਲ ਕੰਪਲੀਟ ਹੋਏਗੀ ਨਾ। ਜੇ ਇਹ ਤਾਂ ਆਪਾਂ ਸ਼ੋਰੂਮ 'ਤੇ ਵੀ ਜਾਂਦੇ ਹਾਂ, ਸੇਲ ਲੱਗੀ ਹੁੰਦੀ ਹੈ ਕਈ ਵਾਰੀ, ਉਹ ਕਹਿੰਦਾ ਜੀ ਆਹ ਵਾਲੀ ਜਿਹੜੀ ਹੈਗੀ ਆ ਸ਼ਰਟ ਹੀ ਹੁੰਦੀ ਹੈ ਜਾਂ ਪੈਂਟ ਹੁੰਦੀ ਹੈ ਜਾਂ ਕੁਝ ਜੋ ਵੀ ਆਪਾਂ ਕਹਿ ਲਈਏ, ਆਹ ਲੈ ਜਾਓ ਜੀ, ਇਹ ਤਾਂ 5 ਰੁਪਏ ਦੀ ਹੈ, ਜੇ ਦੂਜੇ ਪਾਸੇ ਹੱਥ ਮਾਰੋ ਨਹੀਂ ਜੀ ਮੈਂ ਤਾਂ ਆਹ ਲੈ ਕੇ ਜਾਣੀ ਹੈ, ਉਹ ਕਹਿੰਦਾ ਜੀ ਇਹ ਤਾਂ 95 ਰੁਪਏ ਦੀ ਮਿਲਦੀ ਹੈ, ਇਹ ਤਾਂ ਨਵੀਂ ਹੈ। ਇਹਦੇ ਵਿੱਚ ਦਵਾਈਆਂ ਜਦੋਂ ਮੈਡੀਕਲ ਸਟੋਰ ਵਾਲੇ ਦਵਾਈਆਂ ਲੈਂਦੇ ਆ ਜੀ, ਜੇ ਉਹਨਾਂ ਨੇ 60 ਪੀਸ ਲਏ ਆ ਤਾਂ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਵੀ ਹੁੰਦੀਆਂ ਵੀ ਇੱਕ ਨਾਲ ਇੱਕ ਫਰੀ, ਉਹ ਕਿਹੜਾ ਉਹਨਾਂ ਨੂੰ ਦਿੰਦੇ ਆ ਜੀ ਵੀ ਇੱਕ ਨਾਲ ਇੱਕ ਫਰੀ ਹੈ। ਪਰ ਮੈਨੂੰ ਇੱਕ ਵੀਰ ਨੇ ਮੈਡੀਕਲ ਸਟੋਰ ਚਲਾਉਂਦੇ ਆ ਜੀ, ਉਹਨਾਂ ਨੇ ਮੈਨੂੰ ਰੇਟ ਲਿਸਟ ਭੇਜੀ ਜਿਹਦੇ ਵਿੱਚ ਉਹ ਕਹਿੰਦੇ ਵੀ ਮੇਰਾ ਨਾਂ ਨਾ ਆਵੇ, ਪਰ 60 ਜਿਵੇਂ ਇੱਕ ਡੈਕਸੋ ਰੇਂਜ ਹੈ ਜੀ, 60 ਪੀਸ ਮੰਗਵਾਏ ਹੋਏ ਆ, 60 ਦਾ ਰੇਟ ਲੱਗਿਆ ਹੋਇਆ ਤੇ ਉਹਦੇ ਵਿੱਚ ਵੀ ਚਲੋ ਮਾਰਜਨ ਹੈਗਾ, ਤੇ 60 ਪੀਸ ਥੱਲੇ ਇੱਕ ਹੋਰ ਲਿਖਿਆ ਜੀ ਉਹਨਾਂ ਨੇ 60 ਪੀਸ ਨਾਲ ਫ੍ਰੀ ਲਿਖੇ ਹੋਏ, ਮਤਲਬ ਕਿ ਇੱਕ ਨਾਲ ਇੱਕ ਫ੍ਰੀ ਸੀ। ਤੇ ਉਹ ਫਿਰ ਮਰੀਜ਼ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੀ? ਮਰੀਜ਼ ਨੂੰ ਦੇਣ ਦੀ ਬਜਾਏ ਪਹਿਲਾਂ ਸਰਕਾਰ ਦਾ GST ਖਾ ਗਏ ਫ੍ਰੀ ਵਾਲੇ ਖਾਤੇ 'ਚ, ਉਹਦੇ 'ਚ ਫਿਰ ਫ੍ਰੀ ਵਾਲਾ ਖਾਤਾ ਹੀ ਹੋ ਗਿਆ ਨਾ। ਇੱਦਾਂ ਦੇ ਸਟੋਰ ਵੀ ਮੈंने ਦੇਖੇ ਹੈ ਕਿ ਜਿਹੜੀ ਫ੍ਰੀ 'ਚ ਮਿਲੀ ਹੋਈ ਹੈ ਉਹਨਾਂ ਨੂੰ, ਮਤਲਬ ਕੰਪਨੀ ਦੀ ਪ੍ਰਮੋਸ਼ਨ ਦੀ ਆਪਾਂ ਗੱਲ ਕੀਤੀ ਹੈ, ਜਾਂ ਉਸ ਨੂੰ ਤੁਸੀਂ ਕਮਿਸ਼ਨ ਕਹੋ ਜਾਂ ਪ੍ਰਮੋਸ਼ਨ ਜੋ ਵੀ ਆਪਣਾ ਆਪਾਂ ਵਰਡ ਯੂਜ਼ ਕਰ ਸਕਦੇ ਹਾਂ। ਹੁਣ ਉਹ ਜਿਹੜੀ ਫ੍ਰੀ ਵਾਲਾ ਉਹਨੂੰ ਮਾਲ ਮਿਲਿਆ ਹੋਇਆ ਵਿੱਚ ਜੀ, ਉਹ ਤਾਂ ਫਿਰ ਜਿੰਨੇ ਰੁਪਏ ਮਰਜ਼ੀ 'ਚ ਵੇਚ ਲਵੇ, ਉਹ ਜੇ 5 'ਚ ਵੇਚ ਲਵੇ ਜਾਂ 95 'ਚ ਵੇਚ ਲਵੇ ਜੀ ਜੀ। ਇੱਕ ਵਾਰੀ ਮੇਰੇ ਨਾਲ ਵੀ ਹੋਇਆ ਸੀਗਾ ਇੱਦਾਂ, ਇੱਕ ਬੰਦਾ ਮੈਨੂੰ ਕਹਿੰਦਾ ਜੀ ਇਸ ਦੁਕਾਨ ਤੋਂ ਮਿਲਦੀ ਹੈ 3 ਰੁਪਏ ਦੀ ਮਿਲਦੀ ਹੈ, ਫਲਾਣੀ ਦੁਕਾਨ ਤੋਂ ਮਿਲਦੀ ਹੈ 3 ਰੁਪਏ ਦੀ ਮਿਲਦੀ ਹੈ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਕੋਈ ਬਿੱਲ ਤਾਂ ਲੈ ਕੇ ਆ, ਉਹ ਸੈਂਪਲ ਹੀ ਵੇਚੀ ਜਾਂਦਾ ਸੀਗਾ। ਅੱਛਾ, ਹੁਣ ਸੈਂਪਲ ਜਿਹੜੇ ਜੇ ਅੱਧੇ ਰੇਟ 'ਤੇ ਜਾਂ ਅੱਧੇ ਤੋਂ ਘੱਟ ਰੇਟ 'ਤੇ ਜਿਹੜੇ ਮਿਲ ਜਾਂਦੇ ਆ ਤੁਹਾਨੂੰ, ਤਾਂ ਉਹਦੇ 'ਚ ਤੁਸੀਂ ਆਪਣਾ ਮਾਰਜਨ ਪਾ ਕੇ ਅਤੇ ਤੁਸੀਂ ਆਪਣਾ ਗੱਲ ਜਿਹੜੀ ਹੈਗੀ ਵਧਾਈ ਹੈ। ਇਸ ਕਰਕੇ ਮੈਂ ਇਹ ਗੱਲ ਤੁਹਾਡੀ ਜ਼ਰੂਰ ਕਹਾਂਗਾ ਕਿ ਜਿਹੜੀ ਜਿੰਦੂ ਵਾਲੀ ਗੱਲ ਹੈ ਇਹ ਟੋਟਲੀ ਇਨਕੰਪਲੀਟ ਹੈਗੀ ਹੈ। ਇਹ ਮਿਸਲੀਡਿੰਗ ਤਾਂ ਨਹੀਂ ਕਹਾਂਗਾ, ਮਿਸ ਇਨਫੋਰਮੇਸ਼ਨ ਹੈਗੀ ਹੈ ਔਰ ਇਸ ਗੱਲ ਦੀ ਵੀ ਇਨਕੁਆਇਰੀ। ਪਰ ਇਸ ਚੀਜ਼ ਦੇ ਨਾਲ ਸਰਕਾਰਾਂ ਨੂੰ ਜਗਾਉਣ ਦਾ ਮੌਕਾ ਤਾਂ ਹੈ ਜੀ, ਲੋਕਾਂ ਕੋਲ ਬਹੁਤ ਵਧੀਆ ਮੌਕਾ ਹੈਗਾ। ਸਰਕਾਰ ਨੂੰ ਇਸ ਗੱਲ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਕਿ ਹੋ ਕੀ ਰਿਹਾ ਔਰ ਲੋਕਾਂ ਤੱਕ ਸਾਹਮਣੇ ਆਉਣਾ ਚਾਹੀਦਾ। ਮੈਂ ਇਹ ਗੱਲ ਐਂਡ 'ਚ ਇਹ ਗੱਲ ਜਿਹੜੀ ਹੈਗੀ, ਜੇ ਤੁਸੀਂ ਐਂਡ ਵੀ ਨਹੀਂ ਕਰੋਗੇ ਤਾਂ ਮੈਂ ਇਹ ਗੱਲ ਜੀ ਕਹਾਂਗਾ ਕਿ ਸਿਰਫ ਆਪਾਂ ਉੱਥੇ ਤੱਕ ਹੀ ਸੀਮਤ ਰੱਖੀਏ ਤਾਂ ਸਰਕਾਰਾਂ ਜ਼ਿੰਮੇਵਾਰ ਨੇ। ਲੋਕਾਂ ਦੀ ਲੁੱਟ ਹੋ ਰਹੀ ਹੈ ਜੀ, ਬਿਕੋਜ਼ ਚੋਰ ਕੁੱਤੀ ਸਾਰੇ ਰਲੇ ਹੋਏ। ਮੈਂ ਤੁਹਾਨੂੰ ਦੱਸਿਆ 15 ਰੁਪਏ ਦਾ ਮਾਸਕ ਜਿਹੜਾ ਹੈਗਾ ਉਸ ਦੀ ਅੱਜ ਤੱਕ ਇਨਕੁਆਇਰੀ ਨਹੀਂ ਹੋ ਸਕੀ। ਮੇਰੇ ਕੋਲ ਮੈਂ ਸਿਵਲ ਸਰਜਨ ਰਿਟਾਇਰ ਹੋਇਆ, ਕੋਵਿਡ ਦੇ ਫਰੈਂਡ ਸਿਵਲ ਸਰਜਨ ਨੇ, ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਇਨਕੁਆਇਰੀ ਤਾਂ ਕਰੋ ਜੀ, ਇਨਕੁਆਇਰੀ ਨਹੀਂ ਕੁਝ ਨਹੀਂ। ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਸੈਨੀਟਾਈਜ਼ਰ ਘਰ ਬਣਾਉਣਾ ਸ਼ੁਰੂ ਕਰ ਦਿੱਤੇ, ਉਹਨਾਂ ਦੀ ਤੁਸੀਂ ਬਹੁਤ ਪੋਲ ਖੋਲੀ, ਉਹ ਵੀ ਦੱਸਿਓ। ਛੱਡੋ ਉਹਨਾਂ ਨੂੰ, ਰਹਿਣ ਦਿਓ ਬਸ। ਲੋਕਾਂ ਨੇ ਤਾਂ ਬਹੁਤ ਕੁਝ ਕਰ ਲਿਆ ਵਿੱਚ ਜਿਹੜੀ ਹੈਗੀ ਹੈ, ਉਹ ਵੀ ਸਰਕਾਰ ਦੀ ਬੇਈਮਾਨੀ ਕਰਕੇ ਹੋਇਆ, ਕਿਉਂਕਿ ਸਰਕਾਰ ਨੇ ਇਹ ਮੈਸੇਜ ਤਾਂ ਦਿੱਤਾ ਹੀ ਨਹੀਂ ਕਿ ਸੈਨੀਟਾਈਜ਼ਰ ਦੀ ਤਾਂ ਜ਼ਰੂਰਤ ਨਹੀਂ ਸੀਗੀ। ਸੈਨੀਟਾਈਜ਼ਰ ਦੀ ਜ਼ਰੂਰਤ ਸੀਗੀ ਹੌਸਪੀਟਲਸ ਦੇ ਵਿੱਚ, ਇੰਸਟੀਟਿਊਸ਼ਨਸ ਵਿੱਚ। ਬੰਦਾ ਘਰ ਬੈਠਾ ਹੀ ਸੈਨੀਟਾਈਜ਼ਰ ਮਲੀ ਜਾਂਦਾ ਜਿਹੜਾ ਹੈ। ਲੋਕੀ ਪਾਗਲ ਹੋ ਗਏ। ਆ ਜਿਹੜਾ ਵਰਡ ਯੂਜ਼ ਕਰਦੇ ਨੇ ਨਾ ਹੁਣ ਵੀ ਕਿ ਬਾਰ-ਬਾਰ ਹੱਥ ਧੋਈ ਜਾਣੇ, ਉਹ ਇੱਦਾਂ ਥੋੜ੍ਹੀ ਕਿਹਾ ਸੀ ਕਿਸੇ ਨੇ ਬਾਰ-ਬਾਰ ਹੱਥ ਧੋਈ ਜਾਣੇ। ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿ ਹੱਥ ਧੋਣ ਵਾਸਤੇ ਉਦੋਂ ਕਿਹਾ ਸੀਗਾ, ਬੜੀਆਂ ਬਹੁਤ ਸਾਰੀਆਂ ਇੰਟਰਵਿਊਜ਼ ਵਿੱਚ ਸਾਹਮਣੇ ਵੀ ਆਈਆਂ, ਲਾਈਵ 'ਤੇ ਵੀ ਮੈंने ਦੱਸਿਆ ਵੀ ਪਹਿਲਾਂ ਹੱਥ ਧੋਣੇ ਕਿਵੇਂ ਨੇ, ਤੇ ਜਿਹੜਾ ਬੰਦਾ ਆਪਣੇ ਘਰ 'ਚ ਬੈਠਾ ਦੱਸੋ ਉਹ ਕਿਉਂ ਹੱਥ ਧੋਵੇ। ਉਹ ਤਾਂ ਆਪਣੇ ਘਰ 'ਚ ਹੀ ਬੈਠਾ ਹੈ। ਇਕੱਲਾ ਬੰਦਾ ਗੱਡੀ 'ਚ ਜਾ ਰਿਹਾ, ਮਾਸਕ ਨਹੀਂ ਪਾਇਆ, ਚਲਾਨ ਕਰੀ ਜਾ ਰਿਹਾ। ਮੈਂ ਵੀ ਇਹੀ ਗੱਲ ਕਹੀ, ਦੱਸ ਯਾਰ, ਚਲੋ ਇੱਕ ਬੰਦਾ ਉਹਦਾ ਤਾਂ ਚਲਾਨ ਕਰਨਾ ਵੈਸੇ ਨਹੀਂ ਬਣਦਾ। ਜਿਹੜੀ ਫੈਮਿਲੀ ਘਰੋਂ ਨਿਕਲ ਕੇ ਤਾਂ ਤੁਹਾਡੇ ਜਿਹੜੇ ਹੈਗੇ ਆ ਉਹ ਗੱਡੀ 'ਚ ਬੈਠ ਗਈ, ਦੱਸ ਉਸਨੇ ਕੀ ਗਲਤ ਕਰ ਲਿਆ, ਕਿੱਥੋਂ ਕੋਵਿਡ ਉਹਨੇ ਫੜ ਲਿਆ, ਵਿੱਚ ਜਿਹੜੀ ਹੈਗੀ ਉਹਦਾ ਵੀ ਚਲਾਨ ਕਰੀ ਜਾਂਦੇ ਵਿੱਚ ਜਿਹੜੇ ਮਾਸਕ। ਵੇਰੀਅਸ ਫੈਮਿਲੀਜ਼, ਮਤਲਬ ਕਿ ਅਲੱਗ-ਅਲੱਗ ਫੈਮਿਲੀ ਇੱਕ ਬੱਸ ਦੇ ਵਿੱਚ ਜਾ ਰਹੇ, ਉੱਥੇ ਤੇ ਮੰਨਿਆ, ਉੱਥੇ ਆਪਾਂ ਮੰਨ ਸਕਦੇ ਹਾਂ ਜਿਹੜੀ ਪਬਲਿਕ ਪਲੇਸ ਤੇ ਗਏ। ਲੇਕਿਨ ਫੈਮਿਲੀ ਘਰੋਂ ਉੱਠੀ ਹੈ ਤਾਂ ਕਾਰ 'ਚ ਬੈਠ ਕੇ ਕਹਿੰਦੇ ਤੇਰਾ ਵੀ ਚਲਾਨ ਕਰਾਂਗੇ ਜੀ। ਕਮਾਲ ਦੀ ਗੱਲ ਹੈ ਯਾਰ। ਸਰਕਾਰ, ਮੈਂ ਇਹ ਗੱਲ ਕਹਾਂਗਾ ਕਿ ਬੇਵਕੂਫ ਬਣਾ ਰਹੀ ਹੈ। ਬੇਈਮਾਨ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਲੋਕਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ
ਇਹ ਸਭ ਚੋਰ ਕੁੱਤੀ ਰਲੀਆਂ ਹੋਈਆਂ ਨੇ, ਸਿਰਫ ਪੈਸੇ ਕਮਾਉਣ। ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਮੇਂ ਦੌਰਾਨ ਇੱਕ ਬੂਥ ਟਾਈਪ ਦੇ ਸ਼ੁਰੂ ਕੀਤੇ ਸੀ, ਫ੍ਰੀ ਦਵਾਈਆਂ ਵਾਲੇ ਜੀ, ਉਹ ਬਣਾਏ ਸੀ ਉਹਨਾਂ ਨੇ, ਬਹੁਤ ਵਧੀਆ ਮੈਡੀਕਲ ਸਟੋਰ ਟਾਈਪ ਦੇ। ਤੇ ਉਹ ਕਿੱਥੇ ਤੱਕ ਹੈਗੇ ਜੀ? ਮਤਲਬ ਕਿ ਉੱਥੇ ਤਾਂ ਕੁਝ ਮਿਲ ਨਹੀਂ ਰਹੀਆਂ ਦਵਾਈਆਂ ਵਗੈਰਾ ਜੀ, ਮੇਰੇ ਖਿਆਲ ਉਹਨਾਂ ਦੇ ਟਾਈਮ ਤੇ ਬੰਦ ਹੋ ਗਏ ਸੀ। ਨਹੀਂ, ਜਿਹੜੇ ਹਸਪੀਟਲ ਦੀ ਗੱਲ ਕਰ ਰਹੇ? ਹਾਂਜੀ 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 ਹਾਂਜੀ, ਅਕਾਲੀ ਭਾਜਪਾ ਸਰਕਾਰ ਜਿਹੜੀ ਹਾਂਜੀ 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 2012 ਤੋਂ 17 ਵਾਲੀ, ਹਾਂਜੀ ਹਾਂਜੀ, ਇਹ ਤਾਂ ਬਹੁਤ ਵੱਡੇ ਠੱਗ ਸੀਗੇ। ਇਹਨਾਂ ਨੇ ਤਾਂ 1800 ਬਿਲਡਿੰਗ ਬਣਾਈਆਂ ਸੀਗੀਆਂ ਜਿਹਦੇ ਤੇ ਲਿਖਿਆ ਹੋਇਆ ਸੀਗਾ ਫ੍ਰੀ ਡਾਇਗਨੋਸਟਿਕ ਤੇ ਫ੍ਰੀ ਦਵਾਈਆਂ ਜੀ। ਤੇ ਦਵਾਈਆਂ ਦੀ ਜਗ੍ਹਾ ਤੇ ਲੋਕਾਂ ਨੂੰ ਇੱਟਾਂ ਖਵਾਈਆਂ। ਡਾਇਗਨੋਸਟਿਕਸ ਇਹਨਾਂ ਦੇ ਕੋਲ ਹੈ ਨਹੀਂ। ਜੇ ਤੁਸੀਂ ਪੰਜਾਬ ਵਿੱਚ ਕਿਸੇ ਵੀ ਸਿਸਟਮ ਦੇ ਵਿੱਚ ਘੁੰਮ ਕੇ ਦੇਖ ਲਓ ਤੇ ਉਹ ਜਿਹੜੀ ਸਟਰਕਚਰ ਬਣਾਈ ਹੋਈ ਹੈ ਨਾ, ਉਹ ਤਕਰੀਬਨ ਹੈਗੀ ਹੈ 8x8, ਕਈ ਥਾਵਾਂ ਤੇ 8x10 ਹੈ ਜੀ। ਤਾਂ 5 ਲੱਖ ਤੋਂ ਲੈ ਕੇ 10 ਲੱਖ ਤੱਕ ਉਹਦਾ ਰੇਟ ਹੈ ਜੀ, ਜਿਹੜਾ ਇਹਨਾਂ ਨੇ ਲੋਕਾਂ ਨੂੰ ਦਿੱਤਾ ਹੋਇਆ। ਇੰਨੇ ਉਹ ਤਕਰੀਬਨ ਮੈंने ਦੇਖਿਆ ਸੀਗਾ 150 ਕਰੋੜ ਰੁਪਏ ਖਰਚ ਹੋਇਆ ਉਹਨਾਂ 'ਤੇ। ਤੁਸੀਂ ਕਦੀ ਇੱਕ ਫੋਟੋ ਦੇਖੀ ਕਰੋਨਾ ਦੇ ਦੌਰਾਨ ਇਹਨਾਂ ਦੀ ਕਿਸੇ ਮਰੀਜ਼ ਦੇ ਨਾਲ ਖੜੇ ਹੋਏ? ਤੁਸੀਂ ਦੇਖੀ ਹੈ? ਨਹੀਂ। ਤੇ ਫਿਰ ਕਿਹੜੇ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ? ਡਾਕਟਰਾਂ ਨੂੰ ਨਾਲ ਸਟਾਫ ਨੂੰ N95 ਮਾਸਕ ਚਾਹੀਦਾ ਸੀ, ਜਿਹੜੇ ਮਰੀਜ਼ ਦੇ ਕੋਲ ਖੜੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜੇ ਆ ਜੀ, ਉਹਨਾਂ ਨੂੰ ਤਾਂ ਦਿੱਤੇ ਨਹੀਂ। ਆਪ ਆਪਣੇ ਬਾਥਰੂਮਾਂ 'ਚ ਪਾ ਕੇ ਬੈਠੇ ਆ। ਸਹੀ, ਠੀਕ ਹੈ। ਤੁਸੀਂ ਮੋਦੀਖਾਨੇ ਦੀ ਗੱਲ ਕੀਤੀ ਹੈ, ਹੋਰ ਵੀ ਬਹੁਤ ਸਾਰੇ ਮੋਦੀਖਾਨੇ ਹੋਣਗੇ ਔਰ ਹੋਣੇ ਚਾਹੀਦੇ ਆ। ਮੈਂ ਤਾਂ ਕਹਿੰਦਾ ਹੋਣੇ ਚਾਹੀਦੇ ਆ ਜੀ। ਔਰ ਅੱਜ ਆਪਾਂ ਨੂੰ ਜ਼ਰੂਰਤ ਹੈ ਇਸ ਗੱਲ ਦੀ। ਮੈਂ ਕਹਿੰਦਾ ਮੋਦੀਖਾਨੇ ਨਾ ਬਣਾਈਏ, ਜੇ ਆਪਾਂ ਵੀ ਮੈਡੀਕਲ ਸਟੋਰ ਵਾਲੀ ਥੋੜਾ ਸਮਝ ਲੈਣ ਨੈਤਿਕਤਾ ਦੇ ਆਧਾਰ ਤੇ, ਕਿਉਂਕਿ ਜੇ ਮੋਦੀਖਾਨੇ ਬਣੂਗੇ ਤਾਂ ਉਹਨਾਂ ਦਾ ਆਟੋਮੈਟਿਕ ਕੰਮ ਡਾਊਨ ਹੋ ਜਾਣਾ ਜੀ। ਜੇ ਉਹ ਉਸੇ ਮਾਰਜਨ ਨੂੰ ਘਟਾ ਲਵੇ ਤਾਂ ਉਹ ਉੱਥੇ ਹੀ ਆ ਜਾਣਾ ਤੇ ਉਹਨਾਂ ਦੀ ਛਵੀ ਵੀ ਬਚੀ ਰਹੇਗੀ। ਹਾਂ, ਛਵੀ ਜੇ ਉਹੀ ਮੈਂ ਕਹਿ ਰਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਵਰਡ ਸੀ, ਤੁਸੀਂ ਕਮਿਸ਼ਨ ਵਾਲਾ ਇੱਕ ਵਰਡ ਯੂਜ਼ ਕੀਤਾ ਸੀਗਾ। ਹਾਂਜੀ, ਕਮਿਸ਼ਨ ਇੱਕ ਬਿਜ਼ਨਸ ਮਾਡਲ ਬਣ ਗਿਆ ਹੋਇਆ ਹੈ। ਜੀ ਜੀ, ਐਕਸੈਪਟੇਬਲ ਮਾਡਲ ਜਿਹੜਾ ਹੈਗਾ, ਉਹ ਜਸਟੀਫਾਈਡ ਨਹੀਂ ਹੈ ਭਾਵੇਂ, ਲੇਕਿਨ ਐਕਸੈਪਟੇਬਲ ਮਾਡਲ ਬਣ ਗਿਆ ਹੈ। ਪਰ ਉਹਦੇ 'ਚ ਇਹ ਹੈਗਾ ਕਿ ਤੁਸੀਂ ਉਸ ਮਾਡਲ ਦੇ ਆਧਾਰ 'ਤੇ ਹੀ ਲੋਕਾਂ ਨੂੰ ਲੁੱਟੀ ਨਾ ਜਾਓ ਤੁਸੀਂ। ਸੋ ਇਸ ਤਰ੍ਹਾਂ ਦਾ ਮਾਹੌਲ ਹੈ ਆਪਣਾ ਅੱਜ ਦੀ ਡੇਟ 'ਚ। ਆਪਾਂ ਸੇਫ ਨਹੀਂ ਹੈਗੇ। ਸੇਫਟੀ ਇਹ ਹੈਗਾ ਜੇ ਆਪਾਂ ਬਚੇ ਰਹੇ ਤਾਂ ਠੀਕ ਹੈ, ਸੇਫ ਹੈ, ਨਹੀਂ ਤਾਂ ਅਦਰਵਾਈਜ਼ ਕਰੋਨਾ ਦੇ ਉੱਤੇ ਸਾਰਿਆਂ ਨੂੰ ਡਰਾਇਆ ਹੀ ਹੋਇਆ। ਤੇ ਉਹਦੀ ਸੇਫਟੀ ਵਾਸਤੇ ਇਹੀ ਹੈ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖ ਲਓ। ਜਿਹੜੀਆਂ ਕੋਈ ਗੱਲਾਂ ਜਿਹੜੀਆਂ ਹੈਗੀਆਂ ਸਰਕਾਰ ਨੇ ਕਹੀਆਂ ਨੇ ਉਸ ਨੂੰ ਮੰਨਣ ਲੱਗ ਜਾਓ ਵਿੱਚ। ਉਹ ਵੀ ਸਿਰਫ ਜਿਹੜੀਆਂ ਤੁਹਾਡੇ ਲੈਵਲ 'ਤੇ ਮੰਨਣ ਵਾਲੀਆਂ, ਸਰਕਾਰ ਨੇ ਕੁਝ ਨਹੀਂ ਕੀਤਾ ਹੋਇਆ। ਸਰਕਾਰ ਦਾ ਤਾਂ ਜਲੂਸ ਜਿਹੜਾ ਨਿਕਲਿਆ ਉਹ ਸਾਰਿਆਂ ਨੂੰ ਪਤਾ ਹੀ ਹੈ ਵਿੱਚ ਜਿਹੜੀ ਹੈਗੀ ਹੈ। ਤਾਂ ਹੀ ਮੈਂ ਕਿਹਾ ਮਾਸਕ ਜਿਹੜਾ ਹੈਗਾ ਉਹ ਡਾਕਟਰ ਕੋਲ ਨਹੀਂ ਹੈਗਾ ਤੇ ਮਿਨਿਸਟਰ ਦੇ ਪਾਉਣ ਵਾਸਤੇ ਬਾਥਰੂਮ 'ਚ ਜ਼ਰੂਰ ਹੈਗਾ ਵਿੱਚ। ਸਰਕਾਰ ਦੀ ਇਹ ਪਾਲਿਸੀ ਹੈ ਵਿੱਚ। ਇਸ ਕਰਕੇ ਕਰੋਨਾ ਤੋਂ ਬਚਣਾ ਹੈ ਆਪਾਂ ਜੀ, ਠੀਕ ਹੈ, ਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ। ਬਾਰ-ਬਾਰ ਹੱਥ ਧੋ ਕੇ ਪਾਗਲ ਹੋਣ ਦੀ ਜ਼ਰੂਰਤ ਨਹੀਂ ਹੈ। ਹੱਥ ਉੱਥੇ ਧੋਣ ਦੀ ਜ਼ਰੂਰਤ ਹੈ ਜਿੱਥੇ ਤੁਸੀਂ ਕਿਸੇ ਪਬਲਿਕ ਪਲੇਸ ਦੇ ਉੱਤੇ ਗਏ ਹੋ ਜੀ। ਸੈਨੀਟਾਈਜ਼ਰ ਦੀ ਜ਼ਰੂਰਤ ਬਹੁਤ ਘੱਟ ਹੈਗੀ ਹੈ, ਉਹਦੀ ਬਜਾਏ ਸਾਬਣ ਦੇ ਨਾਲ ਹੱਥ ਧੋਵੋ। ਮਾਸਕ ਜਿਹੜਾ ਹੈਗਾ ਉਹ ਨਾ ਲੁੱਟੇ ਜਾਓ ਜੀ ਜੀ, ਠੀਕ ਹੈ। ਤੇ ਜ਼ਰੂਰਤ ਹੈਗਾ ਤੇ ਉੱਥੇ ਜ਼ਰੂਰ ਪਾਓ ਵਿੱਚ ਜਿਹੜੀ ਹੈਗੀ ਕਰਾਊਡਡ ਪਲੇਸ ਦੇ ਉੱਤੇ ਜ਼ਰੂਰ ਪਾਓ। ਸੋ ਇਹ ਗੱਲ, ਇਹ ਮੈਸੇਜ ਵੀ ਚਲੋ ਵਧੀਆ ਹੋ ਗਿਆ ਤੁਹਾਡਾ। ਮੋਦੀਖਾਨੇ ਦੀ ਗੱਲ ਸਟਾਰਟ ਹੋਈ, ਤੁਹਾਡੇ ਨਾਲ ਇਹ ਵੀ ਗੱਲ ਵਿੱਚ ਕੰਪਲੀਟ ਹੋ ਗਈ ਜੀ। ਬਿਲਕੁਲ, ਸਾਨੂੰ ਇਹੀ ਸੀ ਕਿਉਂਕਿ ਚਲੋ ਤੁਸੀਂ ਜਾਣਕਾਰੀ ਦਿੱਤੀ। ਖੈਰ ਐਪਰੀਸ਼ੀਏਟ ਵੀ ਕੀਤਾ ਤੁਸੀਂ ਜਿੰਦੂ ਸਾਹਿਬ ਨੂੰ, ਤੇ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ, ਜਿਹੜੇ ਅੱਜ ਕੱਲ੍ਹ ਪ੍ਰਾਈਵੇਟ ਪ੍ਰੈਕਟਿਸ ਬੇਸ਼ੱਕ ਕਰ ਰਹੇ, ਪਰ 20 ਰੁਪਏ ਫੀਸ ਹੈ ਇਹਨਾਂ ਦੀ। ਅੱਜ ਦੇ ਦੌਰ ਦੇ ਵਿੱਚ ਮੈਂ ਨਹੀਂ ਕਿਤੇ ਦੇਖੀ, ਕਿਉਂਕਿ 400 ਤੋਂ 500 ਤੋਂ 300 ਤੋਂ ਜਾਂ ਹਜ਼ਾਰਾਂ ਤੱਕ ਚਲੇ ਜਾਂਦੀ ਹੈ ਜੀ ਫੀਸ ਡਾਕਟਰਾਂ ਦੀ। ਫਿਰ ਮੈਡੀਸਨ ਲਿਖਦੇ ਆ, ਉਹ ਫ੍ਰੀ 'ਚ ਲਿਖਣੀ ਹੁੰਦੀ, ਬੇਸ਼ੱਕ ਪੈਨ ਹਿਲਾਉਣਾ ਹੀ ਹੁੰਦਾ, ਪਰ ਉਹ ਕਹਿੰਦੇ ਸਾਡੀਆਂ ਡਿਗਰੀਆਂ ਦਾ ਮੁੱਲ ਹੈ ਜੀ, ਅਤੇ ਉਹ ਕਮਾ ਰਹੇ ਆ। ਪਰ ਡਾਕਟਰ ਦਲੇਰ ਸਿੰਘ ਮੁਲਤਾਨੀ ਸੱਚਮੁੱਚ ਇੱਕ ਦਲੇਰ ਸ਼ਖਸੀਅਤ ਨੇ, ਅਤੇ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ। ਅਤੇ ਇਹਨਾਂ ਨੇ ਜਿੱਥੇ ਬਲਜਿੰਦਰ ਸਿੰਘ ਜਿੰਦੂ ਦੀ ਜਾਣਕਾਰੀ ਨੂੰ ਅਧੂਰੀ ਦੱਸਿਆ, ਉੱਥੇ ਐਪਰੀਸ਼ੀਏਟ ਵੀ ਕੀਤਾ, ਕਿਉਂਕਿ ਸਰਕਾਰ ਨੂੰ ਜਗਾਉਣ ਦਾ ਇੱਕ ਸਮਾਂ ਲੋਕਾਂ ਨੂੰ ਮਿਲ ਗਿਆ। ਅਤੇ ਇੱਕ ਮੇਰੀ ਭੈਣ ਦੀ ਵੀਡੀਓ ਆਈ ਸੀ, ਬੀਬੀ ਸੀ, ਜਿਹੜੇ ਮੈਡੀਕਲ ਸਟੋਰ 'ਤੇ ਬੈਠ ਕੇ ਕਹਿੰਦੇ ਸੀ ਵੀ ਤੁਸੀਂ ਕੀ ਲੈਣਾ, ਤੁਸੀਂ ਆਪਣਾ ਕੰਮ ਕਰਦੇ ਰਹੋ, ਦੂਆਂ 'ਤੇ ਉਂਗਲ ਨਾ ਚੁੱਕੋ। ਪਰ ਮੈਂ ਕਹਿੰਦਾ ਵੀ ਜੇ ਕਿਤੇ ਗਲਤ ਹੋ ਰਿਹਾ ਤਾਂ ਜ਼ੁਲਮ ਨੂੰ ਦੇਖ ਕੇ ਅੱਖਾਂ ਮੀਚਣੀਆਂ, ਇਹ ਇਨਸਾਨ ਦੀਆਂ ਅੱਖਾਂ ਨੇ, ਕਬੂਤਰ ਦੀਆਂ ਨਹੀਂ ਹੈਗੀਆਂ। ਇਸ ਕਰਕੇ ਇਹਨੂੰ ਮੀਚਣਾ ਨਹੀਂ ਚਾਹੀਦਾ। ਜਿੱਥੇ ਕੁਝ ਗਲਤ ਹੋ ਰਿਹਾ ਉੱਥੇ ਜ਼ਰੂਰ ਬੋਲਣਾ ਚਾਹੀਦਾ। ਜੇ ਉਹ ਕਹਿੰਦੇ ਨੇ, ਬੀਬੀ ਕਹਿ ਰਹੀ ਹੈ ਵੀ ਆਪਾਂ ਨੂੰ ਚੁੱਪ ਕਰਨਾ ਚਾਹੀਦਾ, ਸਾਨੂੰ ਆਪਣੇ ਕੰਮ ਨਾਲ ਮਤਲਬ ਰੱਖੋ, ਦੂਆਂ ਬਾਰੇ ਨਾ ਹੀ ਕਹੋ, ਉਹਦੇ ਨਾਲ ਸਾਨੂੰ ਨੁਕਸਾਨ ਹੁੰਦਾ, ਫਿਰ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨਹੀਂ ਸੀ ਹੋਣੀ ਜੇ ਅਸੀਂ ਇਹ ਚੀਜ਼ਾਂ ਨੂੰ ਦੇਖੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਨਹੀਂ ਸੀ, ਸਰਬੰਸ ਨਹੀਂ ਸੀ ਵਾਰਨਾ। ਸੋ ਸਾਡੇ ਕੋਲ ਅਜਿਹੀਆਂ ਮਿਸਾਲਾਂ ਵੀ ਜਿੱਥੇ ਚੁੱਪ ਰਹਿ ਕੇ ਨਹੀਂ ਸਰਨਾ,
ਬਹੁਤ ਜ਼ੁਲਮ, ਹਰ ਇੱਕ ਚੀਜ਼ ਦੇ ਵਿੱਚ ਕਰਪਸ਼ਨ ਹੈ, ਹਰ ਇੱਕ ਚੀਜ਼ ਕਰਪਟ ਹੈ ਸਾਡਾ ਏਰੀਆ। ਤੇ ਇਹਦੇ ਖਿਲਾਫ ਘਾਤਕ ਕਿਉਂ ਹੈ? ਸਾਡੇ ਭਵਿੱਖ ਲਈ, ਸਾਡੇ ਨੌਜਵਾਨਾਂ ਲਈ ਤੇ ਸਾਡੀ ਆਉਣ ਵਾਲੀ ਬੱਚਿਆਂ ਦੀ ਪੀੜ੍ਹੀ ਦੇ ਲਈ ਇਹ ਚੀਜ਼ਾਂ ਘਾਤਕ ਹੈ। ਸਾਡੀ ਚੁੱਪੀ ਘਾਤਕ ਹੈ। ਜੇ ਅਸੀਂ ਚੁੱਪ ਰਹੇ ਤਾਂ ਅਸੀਂ ਸ਼ੇਰ ਹਾਂ, ਸਾਨੂੰ ਸਮਝਣਾ ਪਊਗਾ, ਪਰ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਜਿਸ ਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਸੋ ਚੁੱਪ ਕਰਕੇ ਬੈਠਣਾ ਵੀ ਕਿਤੇ ਨਾ ਕਿਤੇ ਸਾਡੇ ਲਈ ਘਾਤਕ ਹੈ। ਪਰ ਹਾਂ, ਜਦੋਂ ਵੀ ਕੁਝ ਬੋਲਣਾ ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਉਹ ਜਾਣਕਾਰੀ ਅਧੂਰੀ ਸੀ। ਜੇ ਜਿੰਦੂ ਸਾਹਿਬ ਇਸ ਦੇ ਵਿੱਚ ਕੁਝ ਜਾਣਕਾਰੀ ਹੋਰ ਆਸੇ-ਪਾਸਿਓਂ ਲੈ ਕੇ ਕੁਝ ਕਰਦੇ ਤਾਂ ਸ਼ਾਇਦ ਉਹ ਸਵਾਲ ਵੀ ਨਾ ਉੱਠਦੇ। ਪਰ ਜਿੰਦੂ ਜੀ ਨੇ ਜੋ ਗੱਲ ਕੀਤੀ ਹੈ ਉਸ ਦਾ ਸਮਰਥਨ ਵੀ ਕਰਨਾ ਕਿਤੇ ਨਾ ਕਿਤੇ ਬਣਦਾ, ਕਿਉਂਕਿ ਸਰਕਾਰਾਂ ਨੂੰ ਇਸ ਦੇ ਵਿੱਚ ਜਗਾਉਣ ਦਾ ਸਮਾਂ ਹੁਣ ਆ ਗਿਆ। ਜਗਦੀਪ ਸਿੰਘ ਥਲਿੰਗ ਦਿਓ ਇਜਾਜ਼ਤ। ਧੰਨਵਾਦ।